70 AM 1570 AM ਦੇ ਉੱਤੇ ਹੁਣ ਤੁਸੀਂ ਜਿਹੜਾ ਜੀ ਐਲ ਗਰੁੱਪ ਤੋਂ ਲੈ ਕੇ ਤੇ ਮੋਡੈਸਟੋ ਟਰਲਕ ਤੱਕ ਇਸ ਫ੍ਰੀਕੁਐਂਸੀ ਦੇ ਉੱਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਇੱਧਰ ਟ੍ਰੇਸੀ, ਲੈਥਰੋਪ, ਫਰੈਂਚ ਕੈਂਪ, ਓਕਲੀ, ਐਂਟੀਓਕ, ਇੱਥੇ ਤੱਕ ਜਿਹੜੀ ਇਸ ਦੀ ਕਵਰੇਜ ਜਿਹੜੀ ਆ ਉਹ ਹੈਗੀ ਆ। ਸੋ ਜਿਹੜੇ ਵੀ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਡਰਾਈਵ ਕਰਦੇ ਹੋ, ਟਰੱਕ 'ਤੇ ਲੰਘ ਰਹੇ ਹੋ, ਗੱਡੀਆਂ 'ਚ ਜਾ ਰਹੇ ਹੋ, ਤੁਸੀਂ ਪੰਜਾਬੀ ਰੇਡੀਓ USA ਨੂੰ 1570 AM ਦੇ ਉੱਤੇ ਟਿਊਨ ਕਰਕੇ ਜਿਹੜਾ ਉਹ ਤੁਸੀਂ ਹੁਣ ਸੁਣ ਸਕਦੇ ਹਾਂ। ਅਤੇ ਆਓ ਆਪਾਂ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਗੱਲਬਾਤ ਜਿਹੜੀ ਆਪਾਂ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਉਹ ਕਰਾਂਗੇ, ਕੀ ਕੁਛ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਵਿੱਚ ਚੱਲ ਰਿਹਾ, ਅਤੇ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਜੀ ਆਪਾਂ ਤੁਹਾਡੇ ਜਿਹੜੇ ਆ ਉਹ ਸਵਾਲ ਲਵਾਂਗੇ, ਫਿਰ ਉਸ ਦੇ ਬਾਰੇ ਜਿਹੜੀ ਆ ਆਪਾਂ ਨੂੰ ਜਵਾਬ ਦੇਣਗੇ ਜਗਵੀਰ ਢੇਡਕਿਆਣਾ ਜੀ। ਅਤੇ ਜਗਵੀਰ ਜੀ, ਜੇ ਗੱਲਬਾਤ ਆਪਾਂ ਇਮੀਗ੍ਰੇਸ਼ਨ ਦੇ ਬਾਬਤ ਸ਼ੁਰੂ ਕਰਦੇ ਜਾਈਏ ਵੀ ਕੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਆ। ਇੱਕ ਫੈਡਰਲ ਜੱਜ ਜਿਹੜੇ ਆ ਉਹਨਾਂ ਨੇ ਕੈਲੀਫੋਰਨੀਆ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ COVID-19 ਟੈਸਟ ਕਰਨ ਦੇ ਆਦੇਸ਼ ਦਿੱਤੇ ਨੇ। ਜੀ ਜੀ, ਇਹ ਜੀ ਗੱਲ ਹੈਗੀ ਹੈ ਮੇਸਾ ਵਰਡੇ ਡਿਟੈਂਸ਼ਨ ਸੈਂਟਰ ਦੀ, ਬੇਕਰਸਫੀਲਡ ਦੇ ਲਾਗੇ ਆ, ਜਿਹੜਾ ਘੱਟੋ ਘੱਟ 121 ਜਿਹੜੇ ਡਿਟੇਨੀ ਆ ਉਹਨਾਂ ਨੇ ਇਹਨੂੰ ਚੈਲੰਜ ਕੀਤਾ ਹੈ ਵਕੀਲ ਦੇ ਨਾਲ। ਤੇ ਜਿਹੜਾ ਚੈਲੰਜ ਦਾ ਰੀਜ਼ਨ ਉਹ ਸੀਗਾ ਕਿ ਕੁਛ ਇੱਕ ਈਮੇਲਸ ਜਿਹੜੀਆਂ, ਇਹ ਜਿਹੜਾ ਪਹਿਲਾਂ ਤਾਂ ਇਹ ਡਿਟੈਂਸ਼ਨ ਸੈਂਟਰ ਹੈ, ਇਹ ਪ੍ਰਾਈਵੇਟ ਡਿਟੈਂਸ਼ਨ ਸੈਂਟਰ ਹੈਗਾ, GEO ਗਰੁੱਪ ਕਰਕੇ ਇੱਕ ਸੰਸਥਾ ਹੈ, ਉਹ ਚਲਾਉਂਦੀ ਹੈ। ਕਾਫੀ ਸਾਰੇ ਜਿੱਦਾਂ ਆਪਾਂ ਦੱਸਦੇ ਸੀਗੇ ਕਿ ਪ੍ਰਾਈਵੇਟ ਡਿਟੈਂਸ਼ਨ ਸੈਂਟਰ ਹੁੰਦੇ ਨੇ ਜੀ, ਤੇ ਉਹਦੇ ਵਿੱਚ ਨਾ ਕੁਛ ਈਮੇਲ ਆਈਸ ਨੇ ਡਿਟੈਂਸ਼ਨ ਵਾਲਿਆਂ ਨੂੰ ਭੇਜੀਆਂ ਸੀਗੀਆਂ, ਜਿਹਦੇ ਵਿੱਚ ਕਿ ਇਹ ਸਾਹਮਣੇ ਆਇਆ ਸੀਗਾ ਕਿ ਉਹ ਉਹਨਾਂ ਨੂੰ ਕੁਆਰੰਟਾਈਨ ਨਹੀਂ ਕਰ ਰਹੇ ਹੈਗੇ। ਰੀਜ਼ਨ ਇਹ ਕੁਆਰੰਟਾਈਨ ਨਾ ਕਰਨ ਦਾ ਉਹਨਾਂ ਨੂੰ ਇਹ ਹੈਗਾ ਕਿ ਉਹ ਕਹਿੰਦੇ ਕਿ ਜੇ ਟੈਸਟ ਪੋਜ਼ੀਟਿਵ ਆਉਂਦਾ ਹੈਗਾ ਤੇ ਫਿਰ ਸਾਡੇ ਕੋਲ ਅੱਗੇ ਕੋਈ ਹੋਰ ਸੇਫਟੀ ਮੈਜਰ ਨਹੀਂ ਹੈਗੇ, ਤੇ ਆਪਾਂ ਕਰਾਂਗੇ ਕੀ। ਤੇ ਇਸ ਕਰਕੇ ਕਿਉਂਕਿ ਸਾਡੇ ਕੋਲ ਕੋਈ ਅੱਗੇ ਚਾਰਾ ਨਹੀਂ ਹੈਗਾ, ਇਸ ਕਰਕੇ ਉਹਨਾਂ ਨੂੰ ਟੈਸਟ ਵਗੈਰਾ ਨਹੀਂ ਕਰ ਰਹੇ ਸੀਗੇ। ਤੇ ਕਾਫੀ ਸਾਰੇ ਜਿਹੜੇ ਲੋਕ ਸੀਗੇ ਉਹ ਇਕੱਠੇ ਰੱਖੇ ਸੀਗੇ, ਜਿਹੜੇ ਨਵੇਂ ਵੀ ਡਿਟੇਨੀ ਆਉਂਦੇ ਸੀਗੇ ਉਹਨਾਂ ਨੂੰ ਵੀ ਨਾਲ ਮਿਕਸ ਕਰਦੇ ਸੀਗੇ। ਤੇ ਫਿਰ ਜਿਹੜੇ ਜੱਜ ਸੀਗੇ ਉਹਨਾਂ ਨੇ ਇੱਕ ਇੰਜੰਕਸ਼ਨ ਦਿੱਤੀ ਹੈ ਕਿ ਤੁਸੀਂ ਨਵੇਂ ਜਿਹੜੇ ਹੋਰ ਡਿਟੇਨੀ ਆਣੇ ਨੇ ਉਹਨਾਂ ਨੂੰ ਨਹੀਂ ਪਾ ਸਕਦੇ ਹੋ, ਤੇ ਜਿਹੜੇ ਬਾਕੀ ਸਾਰੇ ਹੈਗੇ ਸਾਰਿਆਂ ਨੂੰ ਟੈਸਟ ਕਰੋ। ਓਕੇ, ਸੋ ਇਹ ਉੱਥੋਂ ਦੇ ਹੀ ਡਿਟੇਨੀਜ਼ ਦੇ ਦੁਆਰਾ ਜਿਹੜਾ ਇਹ ਅਦਾਲਤ ਦੇ ਵਿੱਚ ਇਸ ਨੂੰ ਲੈ ਕੇ ਗਏ ਸੀਗੇ, ਰਾਈਟ ਜੀ। ਕਿਉਂਕਿ ਨਾ ਜਦੋਂ ਇਹ ਸਾਰੀ ਗੱਲ ਹੁੰਦੀ ਹੈ ਜੂਰਿਸਡਿਕਸ਼ਨ ਦੀ, ਕਿ ਕਿਹੜੇ ਕੋਰਟ ਮੋਰੇ ਤੁਸੀਂ ਹੁੰਦੇ ਹੋ ਤੇ ਕਿੱਥੇ ਚੈਲੰਜ ਕਰਦੇ ਹੋ ਜੀ। ਤੇ ਜਿਹੜੀ ਹੁਣ ਇਹ ਵਾਲੀ ਡਿਟੈਂਸ਼ਨ ਦੇ, ਇਹ ਨੇਸ਼ਨ ਵਾਈਡ ਨਹੀਂ ਹੈਗਾ, ਇਹ ਸਿਰਫ ਇਹ ਵਾਲੇ ਡਿਟੈਂਸ਼ਨ ਦੇ ਕੋਲ ਹੈਗਾ। ਜਿਹੜਾ ਥੱਲੇ ਜਿਹੜਾ ਜੱਜ ਹੈਗਾ ਡਿਸਟ੍ਰਿਕਟ ਕੋਰਟ ਦਾ, ਉਹ ਉੱਥੇ ਦਾ ਹੀ ਫੈਸਲਾ ਦੇ ਸਕਦਾ। ਠੀਕ ਹੈ, ਅਤੇ ਇਸ ਨੂੰ ਪ੍ਰੈਸੀਡੈਂਟ ਮੰਨ ਕੇ ਕੀ ਹੋਰ ਥਾਵਾਂ ਦੇ ਉੱਤੇ ਵੀ ਇੱਦਾਂ ਦੇ ਚੀਜ਼ਾਂ ਦੇ ਅਦਾਲਤ ਦਾ ਸਹਾਰਾ ਲਿਆ ਜਾ ਸਕਦਾ ਦੂਜੇ ਡਿਟੈਂਸ਼ਨ ਸੈਂਟਰਾਂ ਦੇ ਲੈ ਕੇ? ਜੀ ਬਿਲਕੁਲ, ਕਾਫੀ ਸਾਰੇ ਜਿੱਦਾਂ ਫਲੋਰੀਡਾ, ਵਰਜੀਨੀਆ, ਹਰੇਕ ਡਿਟੈਂਸ਼ਨ ਸੈਂਟਰ ਦੇ ਨਾ ਕਾਫੀ ਕੁਛ ਚੱਲ ਰਿਹਾ। ਕਿਤੇ ਕੋਈ ਵਾਇਲੈਂਸ ਦੀ ਰਿਪੋਰਟ ਆ ਰਹੀ ਹੈ, ਕਿਤੇ ਕੋਵਿਡ ਦੇ ਰਿਪੋਰਟ ਕੇਸਿਸ ਆ ਰਹੇ ਨੇ, ਤੇ ਕਿਤੇ ਡਿਲੇਜ਼ ਬੜੇ ਜ਼ਿਆਦਾ ਨੇ, ਤੇ ਉਹ ਹਰੇਕ ਜਗ੍ਹਾ ਲਾਅ ਸੂਟ ਕਾਫੀ ਸਾਰੇ ਚੱਲ ਰਹੇ ਨੇ ਨੇਸ਼ਨ ਵਾਈਡ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਜਗਵੀਰ ਜੀ, ਵੀ ਜਿਹੜੇ ਸੈਨੇਟ ਦੇ ਡੈਮੋਕਰੇਟਸ ਆ ਉਹਨਾਂ ਨੇ ਹੁਣ ਜਿਹੜੀ ਮਾਈਗਰੈਂਟ ਚਾਈਲਡ ਟ੍ਰੈਫਿਕਿੰਗ ਆ ਉਸ ਦੇ ਉੱਤੇ ਜਿਹੜੇ ਜਵਾਬ ਮੰਗੇ ਨੇ ਜਿਹੜੇ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦੇ ਕੋਲੋਂ। ਜੀ, ਇਹਦੀ ਇੱਕ ਨਾ ਕਾਨੂੰਨ ਹੁੰਦਾ ਅਨਕੰਪਨੀਡ ਮਾਈਨਰ ਵਾਸਤੇ, ਜਿਹੜੇ ਕਿ ਮਾਈਨਰ ਬੱਚੇ ਨੇ ਉਹ ਇਕੱਲੇ ਆ ਜਾਂਦੇ ਨੇ ਬਿਨਾਂ ਪੇਰੈਂਟਸ ਤੋਂ ਜੀ। ਤੇ ਇਹ ਜਿਹੜੇ ਜਿੱਦਾਂ ਆਪਾਂ ਪਹਿਲਾਂ ਰੂਲ ਡਿਸਕਸ ਕਰਦੇ ਸੀਗੇ ਕਿ ਕ੍ਰੈਡੀਬਲ ਫੇਅਰ ਹੋਣੀ ਹੈ, ਕੋਰਟ ਦੇ ਥਰੂ ਆ ਜਾਣਾ ਨਾ, ਉਹ ਸਾਰੇ ਵੱਡਿਆਂ ਦੇ ਲਈ ਕਾਨੂੰਨ ਹੁੰਦੇ ਸੀਗੇ। ਜਿਹੜੇ ਮਾਈਨਰ ਬੱਚੇ ਇਕੱਲੇ ਆਉਂਦੇ ਸੀਗੇ ਉਹਨਾਂ ਦੇ ਥੋੜੇ ਜਿਹੇ ਕਾਨੂੰਨ ਅਲੱਗ ਹੁੰਦੇ ਸੀਗੇ, ਉਹਨਾਂ ਨੂੰ ਪ੍ਰੋਟੈਕਸ਼ਨ ਥੋੜੀਆਂ ਜਿਹੀਆਂ ਜ਼ਿਆਦਾ ਹੁੰਦੀਆਂ ਸੀਗੀਆਂ। ਉਹ ਆ ਕੇ ਫੋਰ ਐਗਜ਼ਾਮਪਲ ਸਿੱਧੇ ਥੱਲੇ ਜਿੱਦਾਂ ਅਸਾਈਲਮ ਆਫਿਸ ਮੋਰੇ ਕੇਸ ਫਾਈਲ ਕਰ ਸਕਦੇ ਸੀਗੇ, ਭਾਵੇਂ ਉਹ ਬੱਚੇ ਵੀ ਆਏ ਆ, ਭਾਵੇਂ ਫੜੋ ਵੀ ਗਏ ਆ ਜੀ। ਤੇ ਉਹਨਾਂ ਨੂੰ ਥੋੜੀ ਜਿਹੀ ਪ੍ਰੋਟੈਕਸ਼ਨ ਜ਼ਿਆਦਾ ਹੁੰਦੀ ਸੀਗੀ। ਤੇ ਇੱਕ ਇਹਨਾਂ ਦਾ ਆਫਿਸ ਆਫ ਰਿਫਿਊਜੀ ਰੀਸੈਟਲਮੈਂਟ ਹੁੰਦਾ, ORR ਆਫਿਸ ਉਹਨਾਂ ਨੂੰ ਕਹਿੰਦੇ ਨੇ। ਤੇ ਜਿਹੜੇ ਇਹਨਾਂ ਦੇ ਹੁਣ CBP ਦੇ ਜਿਹੜੇ ਚੀਫ ਸੀਗੇ ਮਾਰਕ ਮੋਰਗਨ, ਉਹਨਾਂ ਨੇ ਸੈਨੇਟ ਮੂਹਰੇ ਉਹਨਾਂ ਨੇ ਹੀਅਰਿੰਗ 'ਚ ਟੈਸਟੀਫਾਈ ਕੀਤਾ ਸੀਗਾ ਕਿ ਆਪਾਂ ਨਾ ਬੱਚਿਆਂ ਨੂੰ ਸਾਰੀਆਂ ਉਹੀ ਜਿੱਦਾਂ ਪਹਿਲਾਂ ਆਪਾਂ ਉਹਨਾਂ ਦੇ ਰਾਈਟ ਸੀਗੇ ਆਪਾਂ ਸਾਰੇ ਉਹਨਾਂ ਨੂੰ ਦੇ ਰਹੇ ਹਾਂ, ਚੰਗੀ ਤਰ੍ਹਾਂ ਸਕਰੀਨ ਕਰ ਰਹੇ ਹਾਂ ਹਿਊਮਨ ਟ੍ਰੈਫਿਕਿੰਗ ਲਈ, ਸਾਰਾ ਜਿਹੜੇ ਵੀ ਕੰਸਰਨ ਸੀਗੇ ਪ੍ਰੋਟੈਕਸ਼ਨ ਦੇ। ਤੇ ਫਿਰ ਜਿਹੜੇ ਡੈਮੋਕ੍ਰੇਟਸ ਹੈਗੇ ਨੇ ਉਹਨਾਂ ਨੇ ਫਿਰ ਮੁੱਦਾ ਚੁੱਕਿਆ, ਉਹ ਕਹਿੰਦੇ ਕਿ ਤੁਹਾਡੇ ਜਿਹੜੇ ਕਲੇਮ ਹੈ ਉਹ ਇਨਕਨਸਿਸਟੈਂਟ ਹੈ, ਕਿਉਂਕਿ ਜਿਹੜੇ ਜਿੰਨੇ ਵੀ ਨੰਬਰ ਆਉਂਦੇ ਸੀਗੇ ਪਹਿਲਾਂ ਸਿਰਫ 4% ਜਿਹੜੇ ਲੋਕ ਹੈ ਉਹ ਸਿਰਫ ORR ਦਾ ਜਿਹੜਾ ਆਫਿਸ ਹੈ ਉਹਨੂੰ ਰੈਫਰ ਹੋ ਰਹੇ ਨੇ, ਤੇ ਬਾਕੀ ਸਾਰੇ ਜਿਹੜੇ 96% ਹੈ ਬੱਚੇ ਉਹ ਵਾਪਸ ਭੇਜ ਦਿੱਤੇ ਜਾ ਰਹੇ ਨੇ। ਤੇ ਹੁਣ ਆਪਾਂ ਦੱਸ ਦਈਏ ਕਿ ਇਹ ਅਨਕੰਪਨੀਡ ਮਾਈਨਰ ਹੈ, ਪੇਰੈਂਟਸ ਦੇ ਨਾਲ ਨਹੀਂ ਆ ਰਹੇ, ਤੇ ਫਿਰ ਕਾਫੀ ਜ਼ਿਆਦਾ ਬੱਚੇ ਜਿਹੜੇ ਕਿਡਨੈਪ ਹੋ ਰਹੇ ਨੇ ਵਾਪਸ ਮੈਕਸੀਕੋ ਤੋਂ ਗੈਂਗ ਵਗੈਰਾ ਵਾਲਾ, ਤੇ ਕਾਫੀ ਜ਼ਿਆਦਾ ਟ੍ਰੈਫਿਕਿੰਗ 'ਚ ਜਾ ਰਹੇ ਨੇ। ਤੇ ਉਹਨਾਂ ਨੇ ਇਹਨਾਂ ਦਾ ਜਵਾਬ ਮੰਗਿਆ ਕਿ ਇਹਨਾਂ ਨੂੰ ਤੁਸੀਂ ਆਪਣੀ ਪ੍ਰੋਟੈਕਸ਼ਨ 'ਚ ਲਓ, ਤੇ ਇਹਨਾਂ ਨੂੰ ਫਿਰ ਜਾਂ ਤਾਂ ਤੁਸੀਂ ਫੋਸਟਰ ਹੋਮ ਦੇ ਵਿੱਚ ਇਹਨਾਂ ਨੂੰ ਪਲੇਸ ਕਰੋ, ਜਾਂ ਇਹਨਾਂ ਨੂੰ ਜਿਹੜਾ ORR ਆਫਿਸ ਆ ਉਹਦੇ ਸਾਹਮਣੇ ਪੇਸ਼ ਕਰੋ।
ਤੇ ਜਿਹੜੀ CDC ਹੈ, ਸੈਂਟਰ ਆਫ ਡਿਜ਼ੀਜ਼ ਕੰਟਰੋਲ, ਉਹਨਾਂ ਨੇ ਗਾਈਡਲਾਈਨ ਦਿੱਤੀਆਂ ਸੀਗੀਆਂ ਕਿ ਡਿਜ਼ੀਜ਼ ਦੇ ਕਰਕੇ, ਕਰੋਨਾ ਵਾਇਰਸ ਦੇ ਕਰਕੇ ਆਪਾਂ ਰੋਕ ਸਕਦੇ ਹਾਂ ਐਮਰਜੈਂਸੀ ਮੈਜਰ ਕਰਕੇ। ਠੀਕ ਹੈ। ਤੇ ਹੁਣ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹ ਕੀ ਕਰ ਰਹੀ ਹੈ, ਇਹਨੂੰ ਕਹਿੰਦੇ ਆਪਾਂ ਟਾਈਟਲ 42 ਐਕਸਪਲਸ਼ਨ, ਟਾਈਟਲ 42 ਐਕਸਪਲਸ਼ਨ। ਇਹ ਐਕਸਪਲਸ਼ਨ ਦੇ ਥੱਲੇ ਤੁਹਾਨੂੰ ਇੰਨੀ ਜ਼ਿਆਦਾ ਪ੍ਰੋਟੈਕਸ਼ਨਾਂ ਦੇਣ ਦੀ ਲੋੜ ਨਹੀਂ, ਜਿੱਦਾਂ ਇੱਕ ਟਾਈਟਲ 8 ਐਕਸਪਲਸ਼ਨ ਹੁੰਦੀ ਹੈ ਨਾਰਮਲੀ, ਉਹ 'ਚ ਪ੍ਰੋਸੈਸ ਜਿੱਦਾਂ ਲੈਂਥੀਅਰ ਹੁੰਦੇ ਨੇ। ਤੇ ਇਹਦੇ ਵਿੱਚ CDC ਤੇ ਕਰੋਨਾ ਵਾਇਰਸ ਦੇ ਚੱਲਦੇ ਹੋਏ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀਆਂ, ਉਹਨਾਂ ਨੇ ਬੱਚਿਆਂ ਨੂੰ ਵੀ ਉੱਥੋਂ ਹੀ ਰੋਕ ਕੇ ਡਿਪੋਰਟ, ਉੱਥੋਂ ਹੀ ਵਾਪਸ ਭੇਜਣਾ ਸ਼ੁਰੂ ਕਰਤਾ ਸੀਗਾ। ਤੇ ਹੁਣ ਉਹਨਾਂ ਨੇ ਇਹਦਾ ਜਵਾਬ ਮੰਗਿਆ ਤੇ ਇਹਨੂੰ ਉਹ ਦੇਖਦੇ ਹਾਂ ਕਿ ਕਿੱਧਰ ਨੂੰ ਡਿਵੈਲਪਮੈਂਟ ਹੁੰਦੀ ਹੈ। ਜੀ। ਤੇ ਕਹਿੰਦੇ ਜੂਨ ਦੇ ਵਿੱਚ ਹੀ 1600 ਤੋਂ ਵੱਧ ਜਿਹੜੇ ਅਨਅਕੰਪਨੀਡ ਚਿਲਡਰਨ ਆ ਉਹਨਾਂ ਦਾ ਸਾਹਮਣਾ ਕੀਤਾ ਸੀ CBP ਨੇ। ਜੀ 1650 ਬੱਚੇ ਆਏ ਸੀਗੇ ਤੇ 61 ਚੋਂ 61 ਸਿਰਫ ਉਹਨਾਂ ਨੇ ਭੇਜੇ ਆਫਿਸ ਆਫ ਰਿਫਿਊਜੀ ਵਾਲਿਆਂ ਨੂੰ। ਹਾਂਜੀ, ਤੇ ਬਾਕੀ ਸਾਰੇ ਉਹਨਾਂ ਨੇ ਵਾਪਸ ਮੋੜਤੇ। ਸੋ ਟਾਈਟਲ 42 ਕਾਫੀ ਜ਼ਿਆਦਾ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਖਤਿਆਰ ਦਿੰਦਾ ਵੀ ਤੁਸੀਂ ਉੱਥੋਂ ਹੀ ਮੋੜ ਦਿਓ ਜਿਹੜੇ ਵੀ ਫੋਰਨ ਨੈਸ਼ਨਲ ਹੈਗੇ ਆ। ਹਾਂਜੀ, ਕਾਫੀ ਨਾ ਹਿਊਮਨ ਰਾਈਟਸ ਗਰੁੱਪ ਨੇ ਮੁੱਦਾ ਚੁੱਕਿਆ ਕਿ ਹੈਗਾ ਤਾਂ ਚਲੋ ਡਿਜ਼ੀਜ਼ ਕਰਕੇ ਆ, ਪਰ ਇਹਦੀ ਆੜ ਦੇ ਵਿੱਚ ਕਾਫੀ ਸਾਰੇ ਨਾ ਕਸਟਮਸ ਐਂਡ ਬਾਰਡਰ ਪੈਟਰੋਲ ਗਲਤ ਫੈਸਲੇ ਲੈ ਰਹੀ ਕਿ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਜੀ। ਤੇ ਇਹ ਜਿਹੜੇ ਬੱਚਿਆਂ ਦੀ ਗੱਲ ਹੋ ਰਹੀ ਹੈ, ਇਹ ਸਿਰਫ ਕਿ ਕੈਨੇਡਾ ਮੈਕਸੀਕੋ ਦੇ ਥਰੂ ਆ ਰਹੇ ਜਾਂ ਉੱਥੋਂ ਦੇ ਬੱਚਿਆਂ ਦੇ ਨਾਲ ਹੀ ਇੱਦਾਂ ਕੀਤਾ ਜਾਂਦਾ, ਜਾਂ ਹੋਰ ਮੁਲਕਾਂ ਦੇ ਬੱਚਿਆਂ ਦੇ ਉੱਤੇ ਵੀ ਸੇਮ ਐਕਸਪਲਸ਼ਨ ਲਾਗੂ ਆ? ਨਹੀਂ, ਜਿਹੜੇ ਵੀ ਕਿੱਥੋਂ ਵੀ ਆ ਰਹੇ ਆ, ਕੈਨੇਡਾ ਤੇ ਮੈਕਸੀਕਨ ਬਾਰਡਰ ਤੋਂ ਕ੍ਰਾਸ ਕਰਦੇ ਨੇ ਜਿਹੜੇ। ਓਕੇ, ਡਜ਼ ਨਾਟ ਮੈਟਰ ਕਿਹੜੇ ਮੁਲਕ ਦੇ ਹੈਗੇ ਆ। ਜੀ, ਸਾਰੇ ਮਾਈਨਰ ਨੂੰ ਹੱਕ ਹੈਗਾ ਅਸਾਈਲਮ ਲੈਣ ਦਾ। ਠੀਕ ਹੈ। ਤੇ ਜਗਮੀਰ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਮੀਗ੍ਰੇਸ਼ਨ ਦੀ ਜਿਹੜੀ ਪਾਲਿਸੀ ਚੇਂਜਿਸ ਆਪਾਂ ਦੇਖ ਰਹੇ ਹਾਂ, ਉਸ ਨੂੰ ਲੈ ਕੇ ਅਮਰੀਕਾ ਦੇ ਜਿਹੜਾ ਦੱਖਣ ਦਾ ਬਾਰਡਰ ਆ, ਸਦਰਨ ਬਾਰਡਰ ਨੋਗੈਲਸ ਦੇ ਵਿੱਚ, ਉੱਥੇ ਪ੍ਰੋਟੈਸਟ ਦੇਖੇ ਗਏ। ਜੀ, ਕਿਉਂਕਿ ਨਾ ਹੁਣ ਪਿਛਲੇ ਕੁਛ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ ਕਿ ਈਵਨ ਪ੍ਰੀ ਕੋਵਿਡ ਵੀ ਕਾਫੀ ਜ਼ਿਆਦਾ ਸਖਤਾਈ ਸੀਗੀ, ਬਾਰਡਰ ਵਾਲ ਸੀਗੀ, ਉੱਥੇ ਇਹਨਾਂ ਨੇ ਟੈਂਪਰੇਰੀ ਜਿੱਦਾਂ ਇਮੀਗ੍ਰੇਸ਼ਨ ਕੋਰਟ ਬਣਾਏ ਸੀਗੇ। ਤੇ ਹੁਣ ਉਹ ਕੋਰਟ ਵੀ ਸ਼ਟ ਆ ਤੇ ਕਈ ਲੋਕੀ ਕਾਫੀ ਉਹਨਾਂ ਨੂੰ ਸਾਲ ਤੋਂ ਵੀ ਉੱਤੇ ਹੋ ਗਿਆ ਉੱਥੇ ਵੇਟ ਕਰ ਰਹੇ ਨੇ, ਕੋਈ ਉਹਨਾਂ ਦੀ ਹੀਅਰਿੰਗ ਵਗੈਰਾ ਨਹੀਂ ਆਈ ਨਾ। ਉੱਥੇ ਬਾਰਡਰ ਦੇ ਲਾਗੇ ਛਾਗੇ ਟੈਂਟਾਂ ਟੂਟਾਂ 'ਚ ਉਹਨਾਂ ਨੇ ਸੈਟਲਮੈਂਟ ਕੀਤੀ ਹੋਈ ਹੈ। ਤੇ ਉਹ ਕਾਫੀ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਉਹਨਾਂ ਨੇ ਕੀ ਕੀਤਾ ਕਿ ਮੀਡੀਆ ਵਗੈਰਾ ਕਾਫੀ ਸੀਗਾ ਤੇ ਉਹਨਾਂ ਨੇ ਆਪਣੀਆਂ ਸਟੋਰੀਆਂ ਮੀਡੀਆ ਨੂੰ ਨਰੇਟ ਕਰ ਰਹੇ ਸੀਗੇ, ਦੱਸ ਰਹੇ ਸੀਗੇ ਕਿ ਕਿੱਦਾਂ ਨਾ ਸੈਂਟਰਲ ਅਮਰੀਕਾ 'ਚੋਂ ਕਿੱਦਾਂ ਭੱਜ ਕੇ ਆਏ ਆ, ਕੀ ਉਹਨਾਂ ਨਾਲ ਕ੍ਰਾਈਮ ਹੋਇਆ, ਕਿੱਦਾਂ ਟਾਰਚਰ ਹੋਇਆ। ਤੇ ਮੀਡੀਆ ਸਾਹਮਣੇ ਆਪਣਾ ਰੋਸ ਪ੍ਰਗਟ ਕਰ ਰਹੇ ਸੀਗੇ ਕਿ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਕਈ ਸਾਰੇ ਮਹੀਨੇ, ਸਾਲ ਤੋਂ ਉੱਤੇ ਹੋ ਗਿਆ ਕਿ ਆਪਾਂ ਵੇਟ ਕਰ ਰਹੇ ਹਾਂ, ਸਾਨੂੰ ਕੋਈ ਹੀਅਰਿੰਗ ਇਹਨਾਂ ਨੇ ਸੈੱਟ ਨਹੀਂ ਕੀਤੀ। ਜੀ ਜੀ ਜੀ। ਤੇ ਅਗਲੀ ਆਪਾਂ ਜੇ ਗੱਲ ਆਪਾਂ ਕਰਦੇ ਜਾਈਏ ਵੀ ਨੈਚੁਰਲਾਈਜੇਸ਼ਨ ਕ੍ਰਾਈਸਿਸ ਨੂੰ ਜਿਹੜਾ ਉਹ ਲੈ ਕੇ ਹੈਗਾ ਆ, ਇਸ ਟਾਈਮ ਇਹ ਆਖਿਆ ਜਾ ਰਿਹਾ ਵੀ ਇਕੱਲੇ ਮੈਸੇਚਿਊਸਟ ਦੇ ਵਿੱਚ ਹੀ 10,000 ਤੋਂ ਵੱਧ ਜਿਹੜੇ ਵੋਟਰ ਬਣ ਸਕਦੇ ਆ, ਯਾਨੀ ਕਿ ਜਿਹੜੇ ਸਿਟੀਜ਼ਨਸ਼ਿਪ ਦੀ ਕਗਾਰ ਦੇ ਉੱਤੇ ਆ, ਉਹ ਇਸ ਟਾਈਮ ਉਹਨਾਂ ਦੀ ਕਹਿ ਲਓ ਵੀ ਇਹ ਵੋਟਿੰਗ ਖਤਰੇ 'ਚ ਆ। ਅਤੇ ਉੱਦਾਂ ਓਵਰਆਲ 3 ਲੱਖ ਤੋਂ ਵੱਧ ਜਿਹੜੇ ਲੋਕ ਨੇਸ਼ਨ ਵਾਈਡ ਆ, ਉਹ ਇਸ ਨਵੰਬਰ ਦੇ ਵਿੱਚ ਵੋਟ ਪਾਉਣੋਂ ਖੁੰਝ ਸਕਦੇ ਨੇ, ਰਹਿ ਸਕਦੇ ਨੇ। ਜੀ, ਇੱਕ ਜੀ ਬੋਸਟਨ ਦੀ ਇੱਕ ਹਿਊਮਨ ਰਾਈਟਸ ਗਰੁੱਪ ਹੀ ਹੈਗਾ, ਬੋਸਟਨ ਪ੍ਰੋਜੈਕਟ ਸਿਟੀਜ਼ਨਸ਼ਿਪ ਕਰਕੇ, ਤੇ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੈ ਕਿ ਜਿਹੜੇ ਬੋਸਟਨ ਦੇ ਵਿੱਚ ਸਾਰੇ ਸੀਗੇ, ਜਿਹੜਾ ਪ੍ਰੋਸੈਸਿੰਗ ਟਾਈਮ ਸੀਗਾ ਉਹ ਡਬਲ ਹੋ ਗਿਆ। ਜਿਹੜਾ ਪਹਿਲਾਂ ਸੀਗਾ ਹੁਣ ਕੋਈ ਘੱਟੋ ਘੱਟ 13 ਕੁ ਮਹੀਨੇ ਲੱਗਦੇ ਨੇ ਸਿਟੀਜ਼ਨ ਬਣਨ ਲਈ। ਤੇ 10,000 ਕੇਸ ਮੈਸੇਚਿਊਸਟਸ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਕਿ 3 ਲੱਖ ਨੇਸ਼ਨ ਵਾਈਡ, ਇਹ ਲੋਕੀ ਫਿਰ ਵੋਟ ਨਹੀਂ ਪਾ ਸਕਦੇ। ਹੁਣ ਜਿਹੜੇ ਇਹਨਾਂ ਨੇ ਜਵਾਬ ਮੰਗਿਆ ਇਹ ਗਰੁੱਪ ਨੇ ਕਿ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਤੇ USCIS ਤੋਂ ਕਿ ਕਿਉਂ ਨਹੀਂ ਤੁਸੀਂ ਇੱਦਾਂ ਕਰ ਰਹੇ ਹੋ, ਤੇ USCIS ਦਾ ਕਹਿਣਾ ਹੈ ਕਿ ਸਾਡਾ ਆਪਾਂ ਇਸ ਕਰਕੇ ਨਹੀਂ ਕਰ ਰਹੇ ਕਿ ਸਾਨੂੰ ਨਾ ਵੈਟਿੰਗ ਕਰਨੀ ਆ, ਆਪਾਂ ਦੇਖਣਾ ਕਿ ਫਰਾਡ ਤਾਂ ਨਹੀਂ ਹੋ ਰਿਹਾ। ਤੇ ਆਪਾਂ ਇਹ ਦੱਸ ਦਈਏ ਕਿ ਇਹ ਜਿਹੜੇ ਲੋਕੀ ਆ ਇਹ ਆਲਰੇਡੀ ਗ੍ਰੀਨ ਕਾਰਡ ਹੋਲਡਰਸ ਨੇ, ਇਹਨਾਂ ਨੂੰ ਆਲਰੇਡੀ ਗ੍ਰੀਨ ਕਾਰਡ ਮਿਲ ਚੁੱਕਿਆ ਤੇ ਵੈਟਿੰਗ ਵਾਲੀ ਕੋਈ ਗੱਲ ਆਉਂਦੀ ਨਹੀਂ। ਤੇ USCIS ਜਿਹੜਾ ਉਹ ਵੈਟਿੰਗ ਦਾ ਬਹਾਨਾ ਮਾਰ ਰਿਹਾ। ਤੇ ਜਿਹੜੇ ਇਹਨਾਂ ਦੀ ਆਪਣੀ ਇਨਵੈਸਟੀਗੇਸ਼ਨ ਹੈ, ਜਿਹੜੇ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਹੈ, ਈਲਾ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਜਿਹੜੇ ਡਾਇਰੈਕਟਰ ਹੈ ਉਹ ਕਹਿੰਦੇ ਕਿ ਇਹ ਸਰਕਾਰ ਹੈ ਜਾਣ ਕੇ ਕਰ ਰਹੀ ਹੈ ਤਾਂ ਕਿ ਇਹ ਸਾਰੇ ਵੋਟ ਨਾ ਪਾ ਸਕਣ, 3 ਲੱਖ ਲੋਕੀ। ਤੇ ਜੇ ਇਹ ਚੀਜ਼ ਕੀ ਕਿਸੇ ਅਦਾਲਤ ਦਾ ਸਹਾਰਾ ਲੈ ਰਹੇ ਆ ਜਾਂ ਸਿਰਫ ਅਜੇ ਬਿਆਨਬਾਜ਼ੀ ਹੀ ਜਿਹੜੀ ਹੋ ਰਹੀ ਹੈ ਇਸ ਨੂੰ ਲੈ ਕੇ ਕੁਛ? ਇਹਦਾ ਨਾ ਹੁਣ ਇਹਦੇ ਨਾਲ ਤੇ ਹੋਰ ਵੀ ਕਾਫੀ ਸਾਰੇ ਕੇਸਿਸ, ਜਿੱਦਾਂ H4EAD ਹੈ, ਉਹ ਡਿਲੇਡ ਹੈ, ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੋ ਰਹੇ, 6-6 ਮਹੀਨੇ 7-7 ਮਹੀਨੇ ਤੋਂ ਵੇਟ ਕਰ ਰਹੇ ਸੀਗੇ। ਤੇ ਕਾਫੀ ਸਾਰੇ ਸਾਨੂੰ ਵੀ ਲੋਕੀ ਕਾਲ ਕਰਦੇ ਨੇ ਕਿ ਸਾਡਾ ਨਾ ਪ੍ਰੋਸੈਸ ਨਹੀਂ ਚੱਲ ਰਿਹਾ, ਸਾਡੀ ਨੌਕਰੀ ਜਾਣ ਵਾਲੀ ਹੈ, ਸਾਨੂੰ ਨੌਕਰੀ ਤੋਂ ਕੱਢ ਦੇਣਾ ਇੰਪਲੋਇਰ ਨੇ। ਇਹਦਾ ਹੁਣ ਜਿਹੜਾ
ਇਹਦਾ ਐਸ ਸੱਚ ਤੇ ਕੋਈ ਤਰੀਕਾ ਨਹੀਂ ਹੁਣ ਇਮੀਗ੍ਰੇਸ਼ਨ ਕਹਿ ਸਕਦੀ ਕਿ ਸਾਡੇ ਆਪਣੇ ਲੇ ਆਫ ਆ, ਸਾਡੇ ਕੋਲ ਸ਼ਾਰਟ ਸਟਾਫ ਆ ਆਪਾਂ, ਪਰ ਇਹਦਾ ਇਹ ਹੈ ਕਿ ਇਹਨੂੰ ਹੁਣ ਜੇ ਕੋਈ ਕਲਾਸ ਐਕਸ਼ਨ ਕਰੇ ਤੇ ਕੋਰਟ ਮੂਹਰੇ ਲੈ ਜਾਵੇ ਤੇ ਕੋਰਟ ਐਕਸਪੀਰਾਈਟਡ ਇੱਕ ਹੀਅਰਿੰਗ ਜੇ ਦੇਵੇ ਤੇ ਫਿਰ ਇਹ ਪੋਸੀਬਲ ਹੈਗਾ ਹੈ ਕਿ ਇਹਦੇ ਵਿੱਚ ਕੁਝ ਕੀਤਾ ਜਾ ਸਕਦਾ ਹੈ। ਪਰ ਹੁਣ ਉਹੀ ਹੈ ਕਿ ਇਹ ਮੁੱਦਾ ਫਿਰ ਤੁਸੀਂ ਪ੍ਰੈਜ਼ੈਂਟ ਕਰੋਗੇ, ਕੋਈ ਇਹਨੂੰ ਚੈਲੰਜ ਕਰੂਗਾ ਤੇ ਫਿਰ ਜੱਜ ਆਰਗੂਮੈਂਟ ਸੁਣੂਗਾ। ਤੇ ਅਗੇਨ ਉਹੀ ਜਿੱਦਾਂ ਆਪਾਂ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ ਕਿ ਇਟ ਆਲ ਡਿਪੈਂਡਸ ਕਿ ਕਿੱਥੇ ਕਿਹੜੀ ਸਟੇਟ ਦੇ ਵਿੱਚ ਤੁਸੀਂ ਚੈਲੰਜ ਕਰਦੇ ਹੋ। ਹੁਣ ਤਾਂ ਫਿਲਹਾਲ ਬੋਸਟਨ ਦੇ ਵਿੱਚ ਹੋ ਰਿਹਾ ਤੇ ਉੱਥੇ ਦੇ ਲੋਕੀ ਕਰ ਸਕਦੇ ਨੇ, ਨੇਸ਼ਨ ਵਾਈਡ ਥੋੜਾ ਜਿਹਾ ਮੁਸ਼ਕਿਲ ਹੋਊਗਾ। ਜੀ ਉੱਥੋਂ ਦੇ ਜਿਹੜੇ ਇਹ ਹੈਗਾ ਆ ਜਿਹੜਾ ਵੀ ਪ੍ਰੋਜੈਕਟ ਵਾਲੇ ਆ ਉਹ ਜੇ ਕਰਨ ਤਾਂ ਕਰਨ ਜੀ ਹੋ ਗਿਆ। ਤੇ ਇੱਕ ਤਾਂ ਸੈਨੇਟਰ ਨੇ ਵੀ ਮੈਨੂੰ ਲੱਗਦਾ ਕੁਛ ਆਖਿਆ ਵੀ ਬਹੁਤ ਸਾਰੇ ਇਹਨਾਂ ਦੇ ਵਿੱਚ ਰਿਪਬਲਿਕਨ ਵੀ ਆ, ਡੈਮੋਕ੍ਰੇਟ ਵੀ ਆ, ਜਿਹੜੇ ਵੋਟ ਪਾਉਣ ਦੀ ਇੱਛਾ ਰੱਖਦੇ ਆ ਉਹ ਵਿਚਾਰੇ ਰਹਿ ਜਾਣਗੇ, ਰਾਈਟ? ਜੀ ਬਿਲਕੁਲ, ਮੇਰੇ ਖਿਆਲ ਤਾਂ ਹੁਣ ਇਹਦੀ ਜਿਹੜੀ ਮਤਲਬ ਕਾਫੀ ਹੌਟ ਟੌਪਿਕ ਹੈ ਪੋਲੀਟਿਕਸ, ਹੁਣ ਕਾਫੀ ਇਹਦੇ ਪਿੱਛੇ ਵੀ ਸਿਟੀਜ਼ਨ ਬਣਨ ਦੇ ਲਈ ਵੀ ਕਾਫੀ ਮਾਰਾਮਾਰੀ ਹੈ। ਤੇ ਜਿਹੜਾ ਹੁਣ ਫੋਰ ਐਗਜ਼ਾਮਪਲ ਮੈਂ ਕਹੂੰਗਾ ਕਿ ਕੈਲੀਫੋਰਨੀਆ ਦੇ ਵਿੱਚ ਕੋਈ ਨਹੀਂ ਉਹਨਾਂ ਨੂੰ ਕੀ ਬਣੇ, ਮਤਲਬ ਜਿਹੜੇ ਕਿ ਮੈਜੋਰਟੀ ਲੀਨ ਆਲਰੇਡੀ ਕਰਦੇ ਨੇ, ਉੱਥੇ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੇ ਹੁਣ ਇੱਧਰਲੇ ਈਸਟਰਨ ਸਟੇਟਸ ਹੈ, ਬੋਸਟਨ, ਫਲੋਰੀਡਾ, ਇਹ ਵਾਲੀ ਸਟੇਟਸ ਦੇ ਵਿੱਚ ਕਾਫੀ ਨੈਕ ਟੂ ਨੈਕ, ਹਾਂਜੀ ਸਵਿੰਗ ਸਟੇਟਸ ਹੈ ਤੇ ਇੱਥੇ ਕਾਫੀ ਮੁੱਦਾ ਗਰਮ ਹੈ। ਜੀ ਜੀ ਬਿਲਕੁਲ, ਇਹ ਬੜਾ ਰੌਚਕ ਜਿਹੜਾ ਮਾਮਲਾ ਜਿਹੜਾ ਉਹ ਬਣ ਰਿਹਾ। ਪਰ ਇਹ ਮਾੜੀ ਗੱਲ ਆ ਇੱਕ ਸਰਕਾਰ ਦੇ ਲਈ, ਜਿਹੜੇ ਨਾਗਰਿਕ ਬਣਨ ਦੇ ਕਗਾਰ 'ਤੇ ਆ ਉਹਨਾਂ ਦੇ ਵੋਟ ਇੱਕ ਹਿਸਾਬ ਦੇ ਨਾਲ ਰੁਕੀ ਪਈ ਆ ਇਲੈਕਸ਼ਨ ਈਅਰ ਦੇ ਵਿੱਚ। ਇਹ ਕਾਫੀ ਜਿਹੜਾ ਪੋਲੀਟੀਕਲਾਈਜ਼ ਜਿਹੜਾ ਮੁੱਦਾ ਬਣ ਜਾਣਾ ਆ। ਆਪਾਂ ਕਾਫੀ ਵਾਰੀ ਜਿਹੜੀ ਗੱਲ ਕੀਤੀ ਹੈ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਸੰਭਾਵੀ ਕੈਂਡੀਡੇਟ ਉਹਨਾਂ ਦੇ ਕੀ ਜਿਹੜੀਆਂ ਇਮੀਗ੍ਰੇਸ਼ਨ ਪੋਲਿਸੀਜ਼ ਦੇ ਉੱਤੇ ਵਿਚਾਰ ਆ, ਉਹਨਾਂ ਨੂੰ ਆਈ ਥਿੰਕ ਬੀਤੇ ਦਿਨੀ ਬਾਰਡਰ ਵਾਲ ਦੀ ਕੰਸਟਰਕਸ਼ਨ ਬਾਰੇ ਜਿਹੜਾ ਪੁੱਛਿਆ ਗਿਆ ਸੀ, ਉਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਬਾਰਡਰ ਵਾਲ ਦੀ ਜਿਹੜੀ ਨਵੀਂ ਕੰਸਟਰਕਸ਼ਨ ਆ, ਜੇ ਮੈਂ ਰਾਸ਼ਟਰਪਤੀ ਬਣਦਾ ਆ ਉਹ ਮੈਂ ਰੋਕ ਦਊਂਗਾ, ਪਰ ਜਿਹੜੀਆਂ ਪਹਿਲੋਂ ਬਣ ਚੁੱਕੀਆਂ ਨੇ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਵੀ ਜਿਹੜੀਆਂ ਬਣੀਆਂ ਆ ਉਸ ਨੂੰ ਉਹ ਨਹੀਂ ਢਾਉਣਗੇ। ਹਾਂਜੀ ਜੀ, ਹਟਾਉਣਾ ਤਾਂ ਫਿਰ ਮੁਸ਼ਕਿਲ ਹੈ ਨਾ, ਫੈਡਰਲ ਮਨੀ ਸਪੈਂਡ ਹੋਇਆ। ਇੱਕ ਵੀਡੀਓ ਆਈ ਸੀ ਬੀਤੇ ਦਿਨੀ ਵੀ ਜਦੋਂ ਹਵਾ ਦੇ ਨਾਲ ਹੀ ਸਾਰੀਆਂ ਡਿੱਗਦੀਆਂ ਜਾਂਦੀਆਂ ਸੀਗੀਆਂ। ਹਾਂਜੀ, ਇਹ ਤਾਂ ਲੋਕੀ ਤੋੜੂਗੇ ਤਾਂ ਤੋੜੂਗੇ, ਸਰਕਾਰ ਤਾਂ ਨਹੀਂ ਕਰੂਗੀ ਜੀ। ਤੇ ਕਿਉਂਕਿ ਕਾਫੀ ਸਵਿੰਗ ਵੋਟਰ ਵੀ ਕਾਫੀ ਹੈ। ਹੁਣ ਮੈਂ ਕਿਹਾ ਇਹਨਾਂ ਨੂੰ ਵੀ ਦੇਖਣਾ ਪੈਣਾ, ਡੈਮੋਕ੍ਰੈਟਸ ਨੂੰ ਵੀ ਦੇਖਣਾ ਪੈਣਾ ਕਿ ਇੱਕ ਐਕਸਟ੍ਰੀਮ ਪੋਜੀਸ਼ਨ ਤਾਂ ਨਹੀਂ ਲੈ ਸਕਦੇ। ਪਰ ਹਾਂ, ਇੱਕ ਉਹਨਾਂ ਨੇ ਨਾ ਬਾਈਡਨ ਨੇ ਇੱਕ ਪ੍ਰੋਗਰਾਮ ਸੀਗਾ ਜਿਹੜਾ ਬਰਾਕ ਓਬਾਮਾ ਨੇ ਵੀ ਐਂਡ ਨਹੀਂ ਕੀਤਾ ਸੀਗਾ। ਉਹ ਕੀ ਕਰਦੇ ਸੀਗੇ ਕਿ ਜਿਹੜੀ ਜ਼ਮੀਨਾਂ ਹੁੰਦੀਆਂ ਸੀਗੀਆਂ ਲੋਕਾਂ ਦੀਆਂ ਉਹ ਕਬਜ਼ਾ ਕਰਦੇ ਸੀਗੇ ਸਰਕਾਰ ਉੱਥੇ ਬਾਰਡਰ ਵਾਲ ਬਣਾਉਣ ਲਈ, ਤੇ ਉਹਨਾਂ ਨੂੰ ਜਿੱਦਾਂ ਪੈਸੇ ਥੋੜਾ ਘੱਟ ਕੰਪਨਸੇਸ਼ਨ ਦੇ ਕੇ ਜ਼ਮੀਨਾਂ ਕਾਫੀ ਕਨਫਿਸਕੇਟ ਕੀਤੀਆਂ। ਤੇ ਬਾਈਡਨ ਨੇ ਉਹ ਕਿਹਾ ਕਿ ਜਿਹੜੀ ਇਹ ਜ਼ਮੀਨ ਕਨਫਿਸਕੇਸ਼ਨ ਦੀ ਪਾਲਿਸੀ ਹੈ, ਮੈਂ ਪਾਲਿਸੀ ਖਤਮ ਕਰ ਦੇਣੀ ਕਿ ਜ਼ਮੀਨ ਤੁਸੀਂ ਲੈ ਨਹੀਂ ਸਕੋਗੇ ਤਾਂ ਫਿਰ ਕੰਧ ਕਿੱਦਾਂ ਬਣਾਓਗੇ। ਸੋ ਰਾਈਟ ਨਾਓ ਜਿਹੜੀ ਇਸ ਟਾਈਮ ਕਨਫਿਸਕੇਸ਼ਨ ਇਸ ਚੀਜ਼ ਦੇ ਲਈ ਨੈਸ਼ਨਲ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖ ਕੇ ਉਹ ਕੀਤੀ ਜਾ ਰਹੀ ਹੈ, ਰਾਈਟ? ਹਾਂਜੀ ਜੀ ਜੀ, ਇਹ ਵੀ ਇੱਕ ਜ਼ਿਕਰਯੋਗ ਗੱਲ ਹੈਗੀ ਹੈ, ਜਿਸ ਦੇ ਨਾਲ ਸਭ ਤੋਂ ਲੰਬਾ ਬਾਰਡਰ ਮੈਕਸੀਕੋ ਦਾ ਲੱਗਦਾ ਹੈ। ਟੈਕਸਸ ਇਲਾਕੇ ਦੇ ਵਿੱਚ 90% ਤਕਰੀਬਨ ਜ਼ਮੀਨ ਪ੍ਰਾਈਵੇਟਲੀ ਓਨਡ ਹੈ, ਸਰਕਾਰ ਦੇ ਉੱਥੇ ਓਨਡ ਜ਼ਮੀਨ ਬਹੁਤ ਘੱਟ ਉੱਥੇ ਹੈਗੀ। ਸੋ ਬਿਲਕੁਲ ਇਹ ਜਿਹੜੇ ਬਾਰਡਰ ਦੇ ਉੱਤੇ ਤਕਰੀਬਨ ਰੀਓ ਗ੍ਰਾਂਡੇ ਵੈਲੀ ਦੀ ਜਿੰਨੀ ਵੀ ਇਲਾਕਾ ਜਿਹੜਾ ਆਉਂਦਾ, ਕਾਫੀ ਜਿਹੜਾ ਉਹ ਪਰਸਨਲ ਲੋਕਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਆ, ਕਈਆਂ ਨੇ ਤਾਂ ਚਲੋ ਖੁਦ ਦੇ ਦੇਣੀ ਆ, ਪਰ ਕਿਸੇ ਦਾ ਜੀਅ ਨਹੀਂ ਕਰਦਾ ਹੁੰਦਾ ਜ਼ਮੀਨ ਜਿਹੜੀ ਹੈ ਜਾਇਦਾਦ ਉਹ ਆਪਣੀ ਸਰਕਾਰ ਨੂੰ ਅਜਾਈ ਜਿਹੜੀ ਆ ਉਹ ਦੇ ਦੇਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇਹ ਵੀ ਆਈਸ ਦੇ ਜਿਹੜੇ ਹਿਰਾਸਤ ਦੇ ਵਿੱਚ ਹੈਗੇ ਨੇ ਡਿਟੇਨੀਜ਼ ਆ, ਉਹਨਾਂ ਦੇ ਨਾਲ ਹੀ ਸੰਬੰਧਿਤ ਖਬਰ ਹੈਗੀ ਆ। ਇਹ ਹੁਣ ਮਿਆਮੀ ਦੇ ਇੱਕ ਫੈਡਰਲ ਅਦਾਲਤ ਦੇ ਵਿੱਚ ਗਈ ਸੀ ਗੱਲ, ਅਤੇ ਉੱਥੋਂ ਦੇ ਜੱਜ ਨੇ ਆਖਿਆ ਆ ਵੀ ਜਿਹੜੇ ਕੋਵਿਡ-19 ਨੂੰ ਲੈ ਕੇ ਜਿਹੜੇ ਡਿਟੇਨੀਜ਼ ਕਹਿ ਰਹੇ ਆ ਵੀ ਸਾਨੂੰ ਡਰ ਹੈਗਾ ਆ, ਉਹਨਾਂ ਨੂੰ ਉੱਥੋਂ ਛੱਡਿਆ ਜਾਵੇ। ਜੀ, ਉੱਥੇ ਜੀ ਜਿਹੜੀ ਡਿਟੇਨੀ ਕੁਐਸਚਨ ਕਰ ਰਹੀ ਹੈ ਕਿ ਮਰੀਅਮ ਲੋਪਸ ਕਰਕੇ ਲੇਡੀ ਹੈ, ਇੱਕ ਅਰਜਨਟੀਨਾ ਤੋਂ ਹੈਗੀ ਹੈ, ਇਹਨੂੰ 18 ਮਹੀਨੇ ਹੋ ਗਏ ਨੇ ਉੱਥੇ ਡਿਟੈਂਸ਼ਨ ਸੈਂਟਰ ਦੇ ਅੰਦਰ, ਤੇ ਅਜੇ ਤੱਕ ਕੋਈ ਇਹਦੀ ਹੀਅਰਿੰਗ, ਕੋਈ ਰਿਜ਼ਲਟ ਨਹੀਂ ਆਇਆ। ਤੇ ਫਿਰ ਇਹਦੇ ਵਕੀਲ ਨੇ ਇਹ ਪੇਸ਼ ਕੀਤਾ ਹੈਗਾ ਕਿ ਜਿਹੜਾ ਉਹਨਾਂ ਨੇ ਫਾਈਲਿੰਗ ਆਪਾਂ ਦੇਖੀਆਂ 200-500 ਪੇਜਾਂ ਦੇ ਇੱਦਾਂ ਕਾਫੀ ਸਾਰੇ ਬਰੀਫ ਲੋਕੀ ਫਾਈਲ ਕਰਨੇ ਨੇ, ਜਿਹਦੇ ਵਿੱਚ ਕਿ ਉਹ ਜੱਜ ਨੂੰ ਇਹ ਦੱਸ ਰਹੇ ਨੇ ਕਿ ਅੰਦਰ ਮੇਰਾ ਡੈਥ ਜਾਂ ਫਿਜ਼ੀਕਲ ਹਾਰਮ ਇਮੀਨੈਂਟ ਹੈਗਾ, ਮੈਂ ਬਚ ਨਹੀਂ ਸਕਦਾ, ਜਿੱਦਾਂ ਦੇ ਹਾਲਾਤ ਇੱਥੇ ਹੈਗੇ ਆ, ਦੇਰ ਸਵੇਰ ਸਾਨੂੰ ਕਰੋਨਾ ਨਾਲ ਇਫੈਕਟ ਆਪਾਂ ਹੋ ਹੀ ਜਾਣਾ। ਤੇ ਇਹਨਾਂ ਦੇ ਫਿਰ ਜਿਹੜੇ ਵਕੀਲ ਨੇ ਸਾਰਿਆਂ ਦੇ, ਉਹ ਕੀ ਕਰ ਰਹੇ ਨੇ ਕਿ ਇਹਨਾਂ ਦੇ ਮੈਡੀਕਲ ਐਗਜ਼ਾਮ ਕਰਾ ਕੇ ਤੇ ਇਹਨਾਂ ਦੀ ਜਿਹੜੀ ਅੰਡਰਲਾਈਨ ਹੈਲਥ ਕੰਡੀਸ਼ਨ ਹੋ ਗਈ, ਐਸਮਾ ਤੇ ਹੋਰ ਜਿਹੜੀ ਲੰਗਸ ਡਿਜ਼ੀਜ਼ ਵਗੈਰਾ, ਉਹਦੇ ਬੇਸਿਸ ਤੇ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਛੱਡਿਆ ਜਾਵੇ। ਤੇ ਘੱਟੋ ਘੱਟ ਜਿੱਦਾਂ 1200 ਜਿਹੜੇ ਡਿਟੇਨੀ ਸੀਗੇ ਉਹ ਇਸ ਕਲਾਸ ਐਕਸ਼ਨ ਦੇ ਥੱਲੇ ਆਉਂਦੇ ਨੇ।
ਤੇ ਉਹ ਜਿਹੜੇ ਭਾਵੇਂ ਪਹਿਲਾਂ ਉੱਥੇ ਰਹੇ ਸੀਗੇ ਜਾਂ ਉੱਥੋਂ ਦੀ ਕਿਤੇ ਹੋਰ ਵੀ ਟ੍ਰਾਂਸਫਰ ਕੀਤੇ, ਉਹ ਜਿਹੜੇ ਸਾਰੇ 1200 ਆਈਸ ਦੇ ਡਿਟੇਨੀ ਸੀਗੇ ਫਲੋਰੀਡਾ ਵਾਲੇ ਸੈਂਟਰ ਦੇ ਵਿੱਚ, ਉਹ ਸਾਰਿਆਂ ਨੇ ਰਲ ਕੇ ਇਹ ਕਲਾਸ ਐਕਸ਼ਨ ਕੀਤਾ ਹੈਗਾ। ਤੇ ਉਹ ਬੇਸਿਕਲੀ ਇਹੀ ਕਹਿ ਰਹੇ ਕਿ ਸੋਸ਼ਲ ਡਿਸਟੈਂਸਿੰਗ ਉੱਥੇ ਪੋਸੀਬਲ ਨਹੀਂ ਹੈਗੀਆਂ, ਸੈਂਟਰ 'ਚ ਜਗ੍ਹਾ ਘੱਟ ਹੈ, ਤੇ ਈਵਨ ਜਿਹੜੇ ਉਹਨਾਂ ਦੇ ਸਾਬਣ ਤੇ ਆਪਣਾ ਸੈਨੀਟਾਈਜ਼ਰ ਵਗੈਰਾ ਇੱਦਾਂ ਦੀਆਂ ਬੇਸਿਕ ਜਿਹੜੀਆਂ ਸਹਾਇਤਾ ਨਹੀਂ ਸਹੂਲਤਾਂ ਨਹੀਂ ਹੈਗੀਆਂ, ਤੇ ਜਿਹੜੀਆਂ ਦਵਾਈਆਂ ਚਾਹੀਦੀਆਂ ਜੇ ਕੋਈ ਬਿਮਾਰ ਹੋ ਜਾਵੇ ਕੋਵਿਡ ਦਾ, ਤੇ ਉਹ ਜਿਹੜੀਆਂ ਬੇਸਿਕ ਦਵਾਈਆਂ ਵੀ ਉੱਥੇ ਇਨਫੈਕਟ ਨਹੀਂ ਹੈਗੀਆਂ। ਇਹ ਫਿਰ ਹੁਣ ਜਿਹੜੇ ਇਹਦਾ ਹੁਣ ਦੇਖਦੇ ਆ ਜੱਜ ਦੇ ਕੋਲ ਕੋਈ ਐਸਾ ਕੋਈ ਡੈਡਲਾਈਨ ਤਾਂ ਨਹੀਂ ਹੈਗੀ ਕਦੋਂ ਉਹਨਾਂ ਨੇ ਫੈਸਲਾ ਦੇਣਾ ਹੈ, ਪਰ ਆਪਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਹਫ਼ਤੇ 2 ਹਫ਼ਤਿਆਂ ਦੇ ਅੰਦਰ ਕੋਈ ਨਾ ਕੋਈ ਫੈਸਲਾ ਆਊਗਾ ਉੱਥੋਂ ਜੀ। ਇੱਕ ਬੀਤੇ ਦਿਨਾਂ ਦੇ ਵਿੱਚ ਪਿਛਲੇ ਵੀਕ 'ਚ ਇਹ ਵੀ ਖਬਰ ਆਈ ਸੀ, ਇੱਕ ਜਿਹੜਾ ਕੈਨੇਡੀਅਨ ਸੀਗਾ ਡਾਕਟਰ ਸੀਗਾ ਦੱਸਦੇ ਜੇਮਜ਼ ਹਿੱਲ, ਉਸ ਦੇ ਉੱਤੇ ਵੀ ਡੈਪੂਟੇਸ਼ਨ ਲੱਗੀ ਸੀ, ਉਹ ਵੀ ਆਈਸ ਦੀ ਹਿਰਾਸਤ ਦੇ ਵਿੱਚ ਸੀਗਾ। ਉਸ ਦੇ ਦੌਰਾਨ ਕਹਿੰਦੇ ਉਸ ਨੂੰ ਕੋਵਿਡ-19 ਹੋਇਆ ਤੇ ਉਸ ਦੀ ਮੌਤ ਹੋ ਗਈ ਸੀਗੀ। ਜੀ ਮੈਨੂੰ ਸਪੈਸੀਫਿਕਲੀ ਇਹ ਵਾਲੀ ਖਬਰ ਤਾਂ ਨਹੀਂ ਪਤਾ, ਪਰ ਹਾਂਜੀ ਕਾਫੀ ਇਹ 72 ਸਾਲਾਂ ਦਾ ਜੇਮਜ਼ ਹਿੱਲ ਨਾਂ ਦਾ ਇਹ ਡਾਕਟਰ ਸੀਗਾ, ਕੈਨੇਡੀਅਨ ਸੀਗਾ, ਤੇ ਇਸ ਨੂੰ ਡਿਪੋਰਟ ਜਿਹੜਾ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਇਹ 13 ਸਾਲ ਜਿਹੜੇ ਜੇਲ੍ਹ ਦੇ ਵਿੱਚ ਕੱਟ ਕੇ ਆਇਆ ਸੀ, ਤੇ ਉਸ ਤੋਂ ਬਾਅਦ 'ਚ ਆਈਸ ਵਾਲਿਆਂ ਨੇ ਇਹਨੂੰ ਹਿਰਾਸਤ 'ਚ ਲਿਆ ਸੀ, ਇਸ ਦੀ ਪ੍ਰੋਸੀਡਿੰਗਸ ਹੋਈਆਂ ਸੀ। ਇਸ ਨੂੰ ਫਿਰ ਜਿਹੜਾ ਡਿਪੋਰਟ ਕਰਨ ਦੇ ਆਦੇਸ਼ ਆ ਉਹ ਜਿਹੜੇ ਅਦਾਲਤ ਦੇ ਦੁਆਰਾ ਦਿੱਤੇ ਗਏ ਸੀਗੇ, ਤੇ ਉਸੇ ਦੇ ਦੌਰਾਨ ਹੀ ਇਹਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਆਈਸ ਜਿਹੜਾ ਆ ਆਈਸ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਕੋਵਿਡ-19 ਹੋਇਆ ਸੀ। ਜਿੱਦਾਂ ਆਪਾਂ ਖਬਰਾਂ ਕਰ ਹੀ ਰਹੇ ਹਾਂ ਵੀ ਆਲਰੇਡੀ ਕਈ ਜਾਣੇ ਆ ਉਹ ਚਿੰਤਾ ਪ੍ਰਗਟਾ ਰਹੇ ਹੈਗੇ ਆ, ਸੋ ਇੱਦਾਂ ਦੀਆਂ ਮੌਤਾਂ ਆਲਰੇਡੀ ਆਈਸ ਦੀ ਹਿਰਾਸਤ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ ਜੀ। ਤੇ ਜਿਹੜੇ ਤਾਂ ਗੁੱਡ ਇਮੀਗ੍ਰੈਂਟਸ ਨੇ, ਹੁਣ ਜਿੱਦਾਂ ਫੋਰ ਐਗਜ਼ਾਮਪਲ ਜੇ ਆਲਰੇਡੀ ਬੰਦਾ ਡਾਕਟਰ ਹੈ, ਤੁਹਾਡੇ ਆਲਰੇਡੀ ਕ੍ਰਾਈਸਿਸ ਚੱਲ ਰਿਹਾ ਹੈ, ਤੇ ਉਹਨੂੰ ਜੇਲ੍ਹ 'ਚ ਬੰਦ ਕਰਕੇ ਇੰਨੀ ਦੇਰ ਕੋਈ ਮਤਲਬ ਕੋਈ ਪੋਲਿਸੀ ਪਰਪਸ ਤਾਂ ਸੋਲਵ ਨਹੀਂ ਹੁੰਦਾ ਇਹਨਾਂ ਦਾ। ਨਾਲੇ ਕਿਹਾ ਵੀ ਸੀਗਾ ਇਹਨਾਂ ਨੇ ਕਿ ਡਾਕਟਰਸ ਵਗੈਰਾ ਲਈ, ਜਿਹੜੇ ਆਰਮੀ ਦੇ ਵੈਟਰਨਸ ਆ, ਉਹਨਾਂ ਲਈ ਆਪਾਂ ਐਕਸੈਪਸ਼ਨਸ ਕ੍ਰੀਏਟ ਕਰਾਂਗੇ, ਪਰ ਆਪਾਂ ਕਾਫੀ ਦੇਖਦੇ ਹਾਂ ਕਿ ਜਿਹੜੇ ਈਵਨ ਵੈਟਰਨਸ ਵੀ ਜਿਹੜੇ ਸੀਗੇ, ਜਿਹੜੇ ਸਰਵ ਕਰਦੇ ਸੀਗੇ, ਜਿਹਨਾਂ ਨੂੰ ਵਰਕ ਪਲੇਸ ਇੰਜਰੀ ਵਗੈਰਾ ਹੋਈਆਂ, ਉਹਨਾਂ ਤੋਂ ਕਾਫੀ ਸਾਰੇ ਕੰਮ ਕਰਾ ਕੇ ਵਾਪਸ ਉਹਨਾਂ ਨੇ ਡਿਪੋਰਟ ਕਰਤੇ। ਇੱਦਾਂ ਦਾ ਵੀ ਹੋਇਆ ਸੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਹੁਣ ਮੈਕਸੀਕੋ ਵਾਲੇ ਜਿਹੜੇ ਡਰੀਮਰਸ ਨੂੰ ਲੀਗਲ ਕਰਨ ਦੇ ਲਈ ਆਪਣੇ ਵੱਲੋਂ ਜਿਹੜੀ ਉਹ ਸਪੋਰਟ ਕਰਨ ਲੱਗੇ ਆ ਜੀ। ਜਿਹੜੀ ਮੈਕਸੀਕਨ ਸਰਕਾਰ ਹੈ, ਇਨਫੈਕਟ ਉਹਨਾਂ ਨੇ $2 ਮਿਲੀਅਨ ਫੰਡਿੰਗ ਦਿੱਤੀ ਹੈ, ਤੇ ਉਹ ਹੁਣ ਇਹ ਫੰਡਿੰਗ ਕੀ ਕਰਦੇ ਕਿ ਜਿਹੜੇ ਵੀ ਉਹਨਾਂ ਦੇ ਡਾਕਾ ਦੇ ਸੀਗੇ, ਜਿਹੜੇ ਗਰੀਬ ਆ ਜਿਹਨਾਂ ਕੋਲ ਫੀਸ ਵਗੈਰਾ ਨਹੀਂ ਦੇ ਹੁੰਦੀ ਸੀਗੀ, ਉਹਨਾਂ ਦੀ ਫੀਸ ਵਗੈਰਾ ਕਵਰ ਅਪ ਕਰ ਲਏ ਨੇ, ਤੇ ਕਾਫੀ ਜਿਹੜੇ ਅਲਾਇੰਸ ਬਣਾ ਰਹੇ ਨੇ ਡੈਮੋਕ੍ਰੈਟਸ ਦੇ, ਸ਼ੂਮਰ ਹੈ ਤੇ ਨੈਂਸੀ ਪਲੋਸੀ ਦੇ ਨਾਲ, ਤੇ ਹੋਰ ਜਿਹੜੇ ਅੱਗੇ ਸੰਸਥਾਵਾਂ ਸੀਗੀਆਂ, ਹਿਸਪੈਨਿਕ ਕਾਂਗਰੈਸ਼ਨਲ ਕਾਕਸ ਹੈ, ਤੇ ਹੋਰ ਜਿਹੜੇ ਨਾਨ ਪ੍ਰੋਫਿਟ ਸੀਗੇ, ਉਹ ਇਹ ਸਾਰੇ ਪੁਸ਼ ਕਰ ਰਹੇ ਨੇ ਕਿ ਜਿੰਨੇ ਵੀ ਡਰੀਮਰ ਸੀਗੇ, ਇਹ ਜਿਹੜਾ ਆਉਣ ਵਾਲਾ, ਬਾਕੀ ਤੁਸੀਂ ਜੇ ਪੂਰਾ ਭਾਵੇਂ ਐਮਨੈਸਟੀ ਨਹੀਂ ਕਰਨੀ ਹੈ, ਘੱਟੋ ਘੱਟ ਇਹ ਡਰੀਮਰ ਵਾਸਤੇ ਕੋਈ ਨਾ ਕੋਈ ਇਹਨਾਂ ਵਾਸਤੇ ਲਾਅ ਜ਼ਰੂਰ ਕੀਤਾ ਜਾਵੇ, ਕਿਉਂਕਿ ਇਹ ਕਾਫੀ ਪ੍ਰੋਡਕਟਿਵ ਨਾਗਰਿਕ ਹੈਗੇ ਆ, ਹੈ ਨਾ, ਤੇ ਇਹ ਕਾਫੀ ਟੈਕਸ ਵਗੈਰਾ ਵੀ ਪੇ ਕਰਦੇ ਨੇ, ਤੇ ਇਹਨਾਂ ਦੀ ਪੜ੍ਹਾਈ ਵਗੈਰਾ ਵੀ ਇੱਥੇ, ਕਿਉਂਕਿ ਜਿੱਦਾਂ ਡਾਕਾ ਵਗੈਰਾ ਦੀ ਰਿਕੁਆਇਰਮੈਂਟ ਇਹੀ ਸੀਗੀ ਕਿ ਜਾਂ ਮਿਲਟਰੀ ਦੇ ਵਿੱਚ ਹੋਣਾ ਚਾਹੀਦਾ ਜਾਂ ਤੁਸੀਂ ਸਕੂਲਿੰਗ ਕੀਤੀ ਹੋਣੀ ਚਾਹੀਦੀ ਹੈ, ਤੇ ਉਹ ਕਾਫੀ ਜ਼ਿਆਦਾ ਪੁਸ਼ ਕਰ ਰਹੇ ਨੇ ਕਿ ਬਾਕੀ ਤੁਸੀਂ ਨਹੀਂ ਕਰ ਸਕਦੇ, ਘੱਟੋ ਘੱਟ ਜਿਹੜੇ ਡਾਕਾ ਵਾਲੇ ਆ ਇਹਨਾਂ ਨੂੰ ਪੱਕਾ ਕਰਨ ਦਾ ਕੋਈ ਨਾ ਕੋਈ ਤੁਸੀਂ ਪ੍ਰੋਗਰਾਮ ਬਣਾਓ। ਜੀ। ਸੋ ਇਹ ਆਪਣੇ ਪੱਧਰ ਦੇ ਉੱਤੇ ਦੂਜੀ ਜਿਹੜੀ ਆਪਣੇ ਗਵਾਂਢੀ ਮੁਲਕ ਦੀ ਸਰਕਾਰ ਦਾ ਜ਼ੋਰ ਜਿਹੜਾ ਲੱਗਾ ਆ ਵੀ ਇਹਨਾਂ ਨੂੰ ਜਿਹੜਾ ਇੱਥੇ ਪੱਕਿਆ ਕੀਤਾ ਜਾਵੇ। ਅਗਲੀ ਇੱਕ ਇਹ ਵੀ ਇਸ ਦੇ ਵਿੱਚ ਦੱਸਦੇ ਜਾਈਏ ਵੀ ਅਮਰੀਕਾ ਦੇ ਵਿੱਚ ਕਹਿੰਦੇ ਤਕਰੀਬਨ 36 ਮਿਲੀਅਨ US ਦੇ ਰੈਜ਼ੀਡੈਂਟ ਅਜਿਹੇ ਨੇ ਜਿਹੜੇ ਆਪਣੇ ਆਪ ਨੂੰ ਮੈਕਸੀਕਨ ਓਰੀਜਨ ਦਾ ਜਿਹੜਾ ਉਹ ਮੰਨਦੇ ਨੇ, ਤੇ ਜਿਨ੍ਹਾਂ ਦੇ ਵਿੱਚੋਂ 11 ਮਿਲੀਅਨ ਅਜਿਹੇ ਲੋਕ ਨੇ ਜਿਨ੍ਹਾਂ ਕੋਲ ਮੈਕਸੀਕਨ ਸਿਟੀਜ਼ਨਸ਼ਿਪ ਵੀ ਹੈ, ਜਿੱਦਾਂ ਆਪਣੇ ਇੱਥੇ ਲੋਕ ਜਿਹੜੇ ਗ੍ਰੀਨ ਕਾਰਡ ਆ, ਜਿਨ੍ਹਾਂ ਕੋਲ ਇੰਡੀਅਨ ਸਿਟੀਜ਼ਨਸ਼ਿਪ ਆ, ਪਰ ਇੱਥੇ US ਦੇ ਉਹ ਰੈਜ਼ੀਡੈਂਟ ਹੈਗੇ ਨੇ। ਅਗਲੀ ਜਿਹੜੀ ਪਬਲਿਕ ਚਾਰਜ ਨੂੰ ਲੈ ਕੇ ਆ, ਕਹਿੰਦੇ 3 ਜੱਜਾਂ ਦੇ ਪੈਨਲ ਦੇ ਦੁਆਰਾ ਇੰਜੰਕਸ਼ਨ ਨੂੰ ਲੈ ਕੇ ਕੁਛ ਇਹ ਫੈਸਲਾ ਇੱਕ ਦਿੱਤਾ ਗਿਆ, ਸੋ ਪਲੀਜ਼ ਦੱਸ ਦਿਓ ਵੀ ਕੀ ਇਹ ਮਸਲਾ ਚੱਲ ਰਿਹਾ ਪਬਲਿਕ ਚਾਰਜ ਦਾ। ਫਿਰ ਜੀ ਆਪਾਂ ਜਿੱਦਾਂ ਪਿਛਲੀ ਵਾਰੀ ਦੇਖਿਆ ਸੀ ਨਾ, ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਉਹ ਕਰ ਸਕਦੇ ਨੇ, ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਨਿਊਯਾਰਕ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਕਿਹਾ ਕਿ ਨਹੀਂ, ਮੈਂ ਇੰਜੰਕਸ਼ਨ ਲਗਾਉਣਾ, ਕੋਵਿਡ ਦੇ ਕਰਕੇ ਕੇਸ ਪ੍ਰੈਜ਼ੈਂਟ ਹੋਇਆ। ਫਿਰ ਸਰਕਾਰ ਨੇ ਅਪੀਲ ਕੀਤੀ, ਨਿਊਯਾਰਕ ਦੇ ਸੈਕੰਡ ਸਰਕਿਟ ਦੇ ਕੋਲ ਗਏ, ਤੇ ਸੈਕੰਡ ਸਰਕਿਟ ਨੇ ਇੰਜੰਕਸ਼ਨ ਕੈਂਸਲ ਤਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਇੰਜੰਕਸ਼ਨ ਹੈ ਪਬਲਿਕ ਚਾਰਜ ਵਾਲੀ, ਇਹ ਕਨੈਟੀਕਟ, ਨਿਊਯਾਰਕ ਤੇ ਵਰਮੌਂਟ ਜਿਹੜੀਆਂ 3 ਸਟੇਟਸ ਆ, ਉੱਥੇ ਇੰਜੰਕਸ਼ਨ ਲਾਗੂ ਹੁੰਦੀ ਹੈ, ਮਤਲਬ ਕਿ ਉਹ ਵਾਲੇ ਲੋਕਾਂ ਤੋਂ ਤੁਸੀਂ ਪਬਲਿਕ ਚਾਰਜ ਦਾ ਨਹੀਂ ਪੁੱਛ ਸਕਦੇ ਆ, ਤੇ ਬਾਕੀ ਨੇਸ਼ਨ ਵਾਈਡ ਦੀ ਪੋਜੀਸ਼ਨ ਅਜੇ ਕਲੀਅਰ ਨਹੀਂ ਹੈਗੀ। ਇਹਦੇ ਨਾਲ ਹੀ ਜਿਹੜਾ ਇਹ ਸੈਕੰਡ ਸਰਕਿਟ ਹੈ, ਤੇ ਜਿਹੜਾ ਫਿਰ 4th ਸਰਕਿਟ ਹੈ, ਉਹਨੇ ਵੀ ਮੈਰੀਲੈਂਡ ਦਾ ਜਿਹੜਾ ਡਿਸੀਜਨ ਸੀਗਾ ਜੱਜ ਦਾ ਰਿਵਰਸ ਕਰਤਾ, ਤੇ ਉਹਨਾਂ ਨੇ ਕਿਹਾ ਕਿ ਜਿਹੜੀ ਟਰੰਪ ਸਰਕਾਰ ਹੈ ਉਹ ਪਬਲਿਕ ਚਾਰਜ ਵਾਲੇ
ਰੂਲਸ ਇੰਪਲੀਮੈਂਟ ਕਰ ਸਕਦੀ ਹੈ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਕੀ ਹੈਗਾ ਹੈ ਕਿ ਤੁਸੀਂ ਜੇ ਜਾਣਦੇ ਹੋ ਜਿਹੜਾ ਫਾਰਮ ਇਹਨਾਂ ਦਾ I-944 ਤੇ US ਦੀ ਵੈਬਸਾਈਟ ਦੇ ਵਿੱਚ ਉਹ ਡਾਊਨਲੋਡੇਬਲ ਨਹੀਂ ਹੈਗਾ, ਉਹਨਾਂ ਨੇ ਬੰਦ ਕਰਤਾ। ਹੁਣ ਇਹਦੀ ਨਾ ਪੋਜੀਸ਼ਨ ਨਹੀਂ ਕਲੀਅਰ ਹੈਗੀ ਕਿ ਇਹਦੇ ਬਿਨਾਂ ਤੁਸੀਂ ਫਾਈਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਇਹ ਹੁਣ ਜਿਹੜੀ ਪੋਜੀਸ਼ਨ ਹੈ ਇਹ ਐਵਰੀ ਡੇ ਦੇ ਹਿਸਾਬ ਨਾਲ, ਐਵਰੀ ਵੀਕ ਦੇ ਹਿਸਾਬ ਨਾਲ ਫਲਿਪ ਫਲॉप ਹੋਊਗੀ। ਓਕੇ, ਸੋ ਇਹ ਜਿਹੜਾ I-944 ਆ ਇਹ ਕਿਸ ਕੰਮ ਦੇ ਲਈ ਯੂਜਲੀ ਕੰਮ ਆਉਂਦਾ ਹੁੰਦਾ ਆ ਫਾਰਮ? ਇਹ ਜੀ ਪਹਿਲਾਂ ਤਾਂ ਤੁਸੀਂ ਜਿੱਦਾਂ ਐਡਜਸਟਮੈਂਟ ਵਗੈਰਾ 130, 485, ਵਰਕ ਪਰਮਿਟ ਆਪਣੀ 765 ਤੇ ਟਰੈਵਲ ਡਾਕੂਮੈਂਟ 131, ਇਹ ਡਾਕੂਮੈਂਟ ਤੁਸੀਂ ਭਰਦੇ ਸੀਗੇ ਜੀ ਆਪਣਾ ਐਡਜਸਟਮੈਂਟ ਲਈ। ਤੇ ਇਹਦੇ ਨਾਲ ਹੁਣ ਜਦੋਂ ਇਹਨਾਂ ਨੇ ਪਬਲਿਕ ਚਾਰਜ ਦਾ ਪਾਸ ਕੀਤਾ ਤੇ ਇਹਨਾਂ ਨੇ ਇੱਕ ਨਵਾਂ ਫਾਰਮ ਕੱਢਿਆ ਸੀਗਾ I-944। ਇਹ ਜਿਹੜਾ ਫਾਰਮ ਬੇਸਿਕਲੀ ਕੀ ਸੀਗਾ ਕਿ ਇਹ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਦੀ ਏਜ, ਉਹਨਾਂ ਦੇ ਬੈਂਕ ਬੈਲੈਂਸ, ਉਹਨਾਂ ਦੇ ਐਸੈਟਸ, ਉਹਨਾਂ ਦੀ ਡਿਗਰੀ ਕੀ ਹੈ, ਈਵਨ ਉਹਨਾਂ ਦੇ ਕ੍ਰੈਡਿਟ ਸਕੋਰ ਤੇ ਲਾਇਬਿਲਿਟੀਜ਼ ਕੀ ਹੈ, ਉਹ ਸਾਰਿਆਂ ਦੀ ਨਾ ਕੈਲਕੂਲੇਸ਼ਨ ਕਿ ਕਿੰਨੀ ਵਾਰੀ ਮੈਡੀਕਲ ਲਿਆ, ਕੋਈ ਪਬਲਿਕ ਬੈਨੀਫਿਟ ਤਾਂ ਨਹੀਂ ਲਿਆ, ਕਾਫੀ ਡਿਟੇਲ ਜਿਹੜਾ ਪੁੱਛਦਾ ਸੀਗਾ। ਤੇ ਉਹਦੇ ਬੇਸ ਤੇ ਇਮੀਗ੍ਰੇਸ਼ਨ ਕਹਿੰਦੀ ਸੀਗੀ ਆਪਾਂ ਡਿਟਰਮੀਨੇਸ਼ਨ ਕਰਾਂਗੇ ਕਿ ਇਹ ਸਬਜੈਕਟ ਟੂ ਪਬਲਿਕ ਚਾਰਜ ਹੈਗੇ ਕਿ ਨਹੀਂ ਹੈਗੇ, ਇਹਨਾਂ ਨੂੰ ਗ੍ਰੀਨ ਕਾਰਡ ਦੇਣਾ ਕਿ ਨਹੀਂ ਦੇਣਾ। ਠੀਕ ਹੈ। ਇਹ ਜਿਹੜਾ ਫਾਰਮ ਸੀਗਾ ਇਹ ਪਬਲਿਕ ਚਾਰਜ ਦਾ ਫਿਰ ਫਰਵਰੀ 2020 ਦੇ ਵਿੱਚ ਇਹਨਾਂ ਨੇ ਕੱਢਿਆ ਸੀਗਾ ਤੇ ਉਹ ਫਾਰਮ ਤੇ ਕਾਫੀ ਕੰਪਰੀਹੈਂਸਿਵ ਸੀਗਾ। ਹੁਣ ਉਹਦੇ ਫਾਰਮ ਦੇ ਆਧਾਰ ਤੇ ਜਿਹਨਾਂ ਨੇ ਐਮਰਜੈਂਸੀ ਮੈਡੀਕਲ ਨਹੀਂ, ਜਿਹਨਾਂ ਨੇ ਉੱਦਾਂ ਮੈਡੀਕੇਟ ਵਗੈਰਾ ਹੋਰ ਪ੍ਰੋਗਰਾਮ ਲਿੱਤੇ ਸੀ, ਸਾਨੂੰ ਇਹ ਸੀਗਾ ਕਿ ਖਤਰਾ ਕਿ ਇਹਦੇ ਕਰਕੇ ਇਮੀਗ੍ਰੇਸ਼ਨ ਕਾਫੀ ਸਾਰੇ ਕੇਸ ਡਿਨਾਈ ਕਰ ਸਕਦੀ ਹੈ ਕਿ ਬੰਦਾ ਭਾਵੇਂ ਹੁਣ ਇਹਨੇ ਕੁਛ ਨਹੀਂ ਕੀਤਾ, ਫਿਊਚਰ 'ਚ ਰਿਸਕ ਬਣੂਗਾ ਕੰਟਰੀ ਨੂੰ। ਤੇ ਫਰਵਰੀ 'ਚ ਉਹਨਾਂ ਨੇ ਦਿੱਤਾ ਸੀਗਾ, ਕੋਈ ਉੱਤੇ ਡਿਸੀਜਨ ਨਹੀਂ ਆਇਆ ਆਪਾਂ, ਕਿਉਂਕਿ ਜਿੱਦਾਂ ਦੱਸਿਆ ਕਿ ਸਾਲ ਕੁ ਲੱਗ ਜਾਂਦਾ ਹੈ ਤੇ ਜਿਹੜੇ ਫਰਵਰੀ 'ਚ ਹੁਣ ਕੇਸ ਫਾਈਲ ਹੋਏ ਨੇ ਅਗਲੇ ਸਾਲ ਉਹਦਾ ਡਿਸੀਜਨ ਆਉਣਾ ਸੀਗਾ। ਪਰ ਇਹਦੇ ਵਿੱਚ ਕਾਫੀ ਜ਼ਿਆਦਾ ਹੀ ਲੀਗਲ ਬੈਟਲ ਸੁਪਰੀਮ ਕੋਰਟ ਤੱਕ ਥੱਲੇ ਜਿਹੜੇ ਫਿਰ ਕੋਰਟ ਕਾਫੀ ਹੁਣ ਦੇਖਦੇ ਆ ਕਿ ਇਹ ਅਲਟੀਮੇਟਲੀ ਇਹ ਫਾਰਮ ਜਿਹੜਾ ਹੈਗਾ ਇਹ ਕੰਟੀਨਿਊ ਰਹਿੰਦਾ ਕਿ ਇਹਨੂੰ ਫਿਰ ਜੇ ਨਵੀਂ ਸਰਕਾਰ ਆਉਂਦੀ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਆਉਂਦੇ ਹੀ ਉਹ ਕੈਂਸਲ ਕਰੂਗੀ ਸਭ ਤੋਂ ਪਹਿਲਾਂ ਜਿਹੜਾ ਰੂਲ। ਜੀ, ਸੋ ਹਾਲ ਦੀ ਘੜੀ ਵੀ ਮਤਲਬ ਸ਼ਸ਼ੋਪਨ ਦੇ ਵਿੱਚ ਹੀ ਆ, ਕਿਹਾ ਨਹੀਂ ਜਾ ਸਕਦਾ ਵੀ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਅਦਾਲਤਾਂ ਨੇ ਵੀ ਕੁਝ ਥਾਵਾਂ ਦੇ ਉੱਤੇ ਤਾਂ ਇੰਜੈਕਸ਼ਨ ਆ, ਪਰ ਬਹੁਤੇ ਥਾਵਾਂ ਦੇ ਉੱਤੇ ਜਿਹੜਾ ਇਹ ਲਾਗੂ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਰਹੂਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਹੈਗਾ ਜੀ। ਸਾਰਿਆਂ ਨੂੰ ਇਹ ਹੈ ਕਿ ਹੁਣ ਫਾਰਮ ਭਾਵੇਂ ਡਾਊਨਲੋਡ ਨਹੀਂ ਹੋਇਆ, ਪਰ ਜੇ ਤੁਸੀਂ ਫਾਈਲ ਕਰ ਰਹੇ ਹੋ ਪਟੀਸ਼ਨ, ਤੁਸੀਂ ਇਹ ਵਾਲਾ ਫਾਰਮ ਜ਼ਰੂਰ ਇਨਕਲੂਡ ਕਰੋ ਜਿੱਥੋਂ ਵੀ ਲੈ ਕੇ ਨਾ। ਹਾਂਜੀ ਯਾ ਆਈ ਥਿੰਕ US ਦੀ ਵੈਬਸਾਈਟ ਤੇ ਭਰਨ ਦਾ ਤਾਂ ਇਹਨਾਂ ਨੇ ਰੱਖਿਆ ਆ, ਜੇ ਤੁਸੀਂ ਖੋਲਦੇ ਆ ਤੇ ਆਈ ਥਿੰਕ ਉਹ ਖੁੱਲ ਜਾਂਦਾ ਆ ਫਾਰਮ। ਸੋ ਹੋਪਫੁਲੀ ਜਿਹੜਾ ਉਹ ਫਿਰ ਡਾਊਨਲੋਡ ਵੀ ਹੋ ਜਾਂਦਾ ਹੋਊਗਾ, ਜੇ ਭਰ ਕੇ ਪ੍ਰਿੰਟ ਵਗੈਰਾ ਕਰ ਸਕਦੇ ਹੋ ਤਾਂ ਫਿਰ ਪ੍ਰਿੰਟ ਵੀ ਕਰ ਲਓ। ਉਹ ਜਿਹੜਾ ਡਾਊਨਲੋਡ ਦਾ ਉਹੀ ਸੀਗਾ ਕਿ ਹਾਂ ਜੇ ਪੁਰਾਣੇ ਸੇਵ ਕਰਕੇ ਰੱਖੇ ਨੇ ਉਹ ਤਾਂ ਲਾ ਸਕਦੇ ਨੇ। ਹੁਣ ਜਿੱਦਾਂ ਪੂਰਾ ਵੀਕ ਨਾ ਇਹਨਾਂ ਦਾ ਇਹੀ ਜਦੋਂ ਚੱਲਦਾ ਹੈ ਤਾਂ ਇਮੀਗ੍ਰੇਸ਼ਨ USCIS ਨੂੰ ਵੀ ਥੋੜੀ ਪ੍ਰੋਬਲਮ ਹੋ ਜਾਂਦੀ ਹੈ, ਕਿਉਂਕਿ ਇੱਕ ਦਿਨ ਕੁਛ ਹੈ ਦੂਸਰੇ ਦਿਨ ਕੁਛ ਹੈ ਨਾ, ਡਿਸੀਜਨ ਹੋਣਾ ਵੀ ਮੁਸ਼ਕਿਲ ਹੈ। ਯਾ ਜੀ। ਤੇ ਸਰੋਤਿਓ ਇਹ ਸੀਗਾ ਸਾਡੀਆਂ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਸੀਗੀਆਂ। ਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਫਿਰ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੇ ਲਈ ਆਪਣੇ ਨਾਲ ਇੱਦਾਂ ਹੀ ਜਗਬੀਰ ਸਿੰਘ ਟੇਟਕੀਆਣਾ ਜੀ, ਟੇਟਕੀਆਣਾ ਲਾ ਫਰਮ ਤੋਂ ਜਿਹੜੇ ਉਹ ਜੁੜੇ ਰਹਿਣਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ।
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਆ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ, ਅਤੇ ਆਪਣੇ ਨਾਲ ਜੁੜੇ ਹੋਏ ਨੇ ਜਗਬੀਰ ਟਿੜਕੀਆਣਾ ਜੀ। ਜਗਬੀਰ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਜੇ ਤੁਸੀਂ ਵੀ ਇਮੀਗ੍ਰੇਸ਼ਨ ਦੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਫੋਨ ਨੰਬਰ ਹੈ 408 272 5200 4082725200। ਅਤੇ ਜੇ ਤੁਸੀਂ ਡਾਇਰੈਕਟ ਪਰਸਨਲੀ ਪ੍ਰਾਈਵੇਟ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਅਟਾਰਨੀ ਜਗਬੀਰ ਟਿੜਕੀਆਣਾ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4159090503 415 909 0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਜੀ ਇਸ ਟਾਈਮ ਧਰਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਰੇਡੀਓ ਸਟਾਫ ਅਤੇ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬੇਨਤੀ ਹੈ ਵੀ ਸਾਡੀ ਬੇਟੀ ਨੇ ਆਪਣੇ ਭਰਾ ਵਾਸਤੇ ਅਪਲਾਈ ਕੀਤਾ ਸੀ 13 ਆਪਣਾ ਜਨਵਰੀ 2007 ਚ, ਤੇ ਮੈਂ ਇੱਥੇ ਆ ਕੇ ਸਿਟੀਜ਼ਨ ਬਣ ਕੇ 6 ਜੂਨ 13 ਨੂੰ ਅਪਲਾਈ ਕੀਤਾ।
ਤੇ ਸਾਡੇ ਬੇਟੇ ਦਾ ਡਿਵੋਰਸ ਹੋਇਆ ਸੀ ਤੇ ਇਹ ਹੁਣ ਮੈਂ ਅਪਲਾਈ ਕੀਤਾ ਤੇ ਮੇਰੀ ਉਹਦੀ ਵਾਰੀ ਕਦੋਂ ਆਊ ਭਲਾ? ਅਪਲਾਈ ਤੁਹਾਡੀ ਬੇਟੀ ਨੇ ਕੀਤਾ ਨਾ ਉਹਦੇ ਲਈ? ਪਹਿਲਾਂ ਬੇਟੀ ਕੀਤਾ, ਫਿਰ ਮੈਂ ਕੀਤਾ, ਤੇਰਾ ਕੀਤਾ ਸਿਟੀਜ਼ਨ ਬਣ ਕੇ। ਹਾਂਜੀ, ਸਵਾਲ ਕੀ ਹੈ ਕਿ ਡਿਵੋਰਸਡ ਵਾਈਫ ਕਦੋਂ ਹੋਗੀ? ਉਹ ਉਹਦਾ ਡਿਵੋਰਸ ਹੋਇਆ ਇੰਡੀਆ ਤੇ ਉਹਨੇ ਮੇਰੀ ਬੇਟੀ ਕੀਤਾ ਇਹ 2007 ਚ ਅਪਲਾਈ ਕੀਤਾ ਸੀ ਜਨਵਰੀ ਚ, ਤੇ ਮੈਂ ਜੂਨ 13 ਕੀਤਾ ਅਪਲਾਈ। ਇਹਨਾਂ ਦਾ ਮੁੰਡਾ ਕਦੋਂ ਆਊਗਾ ਇਹ ਪੁੱਛਦੇ ਨੇ। ਹਾਂਜੀ ਹਾਂਜੀ। ਜਿਹੜਾ ਜੀ ਤੁਹਾਡਾ ਬੇਟੀ ਵਾਲਾ ਕੀਤਾ ਉਹਦਾ ਤਾਂ 2005 ਤੇ 6 ਵਾਲਾ ਚੱਲ ਰਿਹਾ, ਤੇ ਜਿਹੜਾ ਤੁਹਾਡੇ ਥਰੂ ਹੈਗਾ ਅਨਮੈਰਿਡ ਵਾਲਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਥੋੜੀ ਦੇਰ ਦੇ ਵਿੱਚ। ਠੀਕ ਹੈ ਜੀ, ਸੁਣਦੇ ਰਹੋ ਜੀ, ਤੇ ਫਿਰ ਤੁਹਾਨੂੰ ਜਿਹੜਾ ਜੀ ਉਹ ਦੱਸ ਦਿੰਦੇ ਨੇ। ਤੇ ਅਗਲੇ ਜਿਹੜੇ ਕਾਲਰ ਹੈਗੇ ਨੇ ਆਪਣੇ ਨਾਲ ਜੁੜੇ ਹੋਏ, ਮਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਸੀਗਾ, ਮੈਨੂੰ ਆਏ ਨੂੰ ਪੌਣੇ 3 ਸਾਲ ਹੋ ਗਏ, ਮੈਂ ਹੁਣ ਸਿਟੀਜ਼ਨਸ਼ਿਪ ਭਰਨੀ ਸੀਗੀ ਹੈ ਨਾ ਇੱਥੇ, ਤੇ ਮੈਂ ਉਹ ਜਿਹੜਾ ਸਿਲੈਕਟਡ ਸਰਵਿਸ ਵਾਲਾ ਫਾਰਮ ਸੀ ਉਹ ਮਿਸ ਕਰ ਗਿਆ ਭਰਨੇ ਨੂੰ, ਹੁਣ ਉਹਦਾ ਕੀ ਹੱਲ ਹੋ ਸਕਦਾ? ਕਿਹੜਾ ਤੁਸੀਂ ਕੀ ਗ੍ਰੀਨ ਕਾਰਡ ਹੋਲਡਰ ਹੋ? ਹਾਂਜੀ। ਤੇ ਕਿਹੜਾ ਫਾਰਮ ਮਿਸ ਕੀਤਾ? SSC ਵਾਲਾ ਆਈ ਥਿੰਕ, ਸਿਲੈਕਟਿਵ ਸਰਵਿਸਿਜ਼ ਵਾਲਾ। ਹਾਂਜੀ। ਉਮਰ ਤੁਹਾਡੀ ਕਿੰਨੀ ਸੀਗੀ ਜਦੋਂ ਤੁਸੀਂ ਆਏ ਸੀਗੇ? ਉਦੋਂ ਮੇਰੀ ਤਕਰੀਬਨ 25 ਸਾਲ ਸੀ, 25 ਸਾਲ, ਹੁਣ ਮੈਂ 28 ਸਾਲਾਂ ਦਾ। ਹਾਂਜੀ, ਉਹਨਾਂ ਦੀ ਰეკਮੈਂਡੇਸ਼ਨ ਇਹੀ ਹੁੰਦੀ ਹੈ ਕਿ ਤੁਸੀਂ ਫਿਰ ਵੇਟ ਕਰ ਲਓ 31 ਸਾਲ ਤੱਕ, ਫਿਰ ਉਹ ਕਰ ਦੋਗੇ। ਜੇ ਉਸ ਤੋਂ ਪਹਿਲਾਂ ਕਰਦੇ ਹੋ ਫਿਰ ਉਹ ਡਿਨਾਈ ਕਰ ਦਿੰਦੇ। ਹਾਂਜੀ, ਉਹਨਾਂ ਦੀ ਰეკਮੈਂਡੇਸ਼ਨ ਇਹ ਹੈ ਕਿ ਜੇ ਤੁਸੀਂ ਮਿਸ ਕਰਤਾ ਨਾ, ਫਿਰ ਤੁਸੀਂ 31 ਸਾਲ ਤੋਂ ਬਾਅਦ ਫਾਈਲ ਕਰੋ ਸਿਟੀਜ਼ਨਸ਼ਿਪ। ਓਕੇ, ਸੋ ਇਹ ਜਿਹੜਾ ਗ੍ਰੀਨ ਕਾਰਡ ਦੇ ਤਾਂ ਇਸ ਤਰੀਕੇ ਦੇ ਨਾਲ ਆਉਂਦਾ ਹੈ ਡਾਇਰੈਕਟਲੀ, ਉਹਨੂੰ ਫਿਰ ਇੱਦਾਂ 26 ਸਾਲ ਤੋਂ ਪਹਿਲਾਂ ਜਿਹੜਾ ਉਹ ਕਰਨਾ ਪੈਂਦਾ ਹੈ? ਹਾਂਜੀ, ਸਿਲੈਕਟਿਵ ਸਰਵਿਸਿਜ਼ ਦੇ ਵਿੱਚ ਨਾ ਤੁਸੀਂ ਰਜਿਸਟਰ ਕਰਨਾ ਪੈਂਦਾ ਹੈ, ਤੇ ਉਹਦੀ ਫਿਰ ਉਹਨਾਂ ਨੇ ਐਕਸੈਪਸ਼ਨਸ ਰੱਖੀ ਹੈ। ਐਕਸੈਪਸ਼ਨਸ ਉਹਨਾਂ ਦੀ ਇਹੀ ਹੈ ਕਿ ਜਾਂ ਤਾਂ ਤੁਸੀਂ ਦੱਸੋ ਕਿ ਤੁਸੀਂ ਗ੍ਰੀਨ ਕਾਰਡ ਹੋਲਡਰ ਨਹੀਂ ਸੀਗੇ, ਤੇ ਜਾਂ ਫਿਰ ਤੁਸੀਂ ਉਹਨਾਂ ਨੂੰ 31 ਸਾਲ ਤੋਂ ਬਾਅਦ ਕਰੋ, ਤੇ ਫਿਰ ਤੁਹਾਨੂੰ ਉਹ ਵੇਵਰ ਦੇ ਦਿੰਦੇ ਨੇ। ਫਿਰ ਵੇਵਰ ਮਿਲਦੇ ਨੇ। ਠੀਕ ਹੈ ਜੀ। ਹਾਂਜੀ ਜੀ। ਸੋ ਜੇ ਕੋਈ ਇੱਦਾਂ ਮਿਸ ਕਰ ਗਿਆ ਆ, ਉਹਨੇ ਵੇਵਰ ਨਹੀਂ ਲਾਇਆ, ਐਕਸੈਪਸ਼ਨ ਜਿਹੜੀ ਉਹ ਨਹੀਂ ਲਈ, ਫਿਰ ਉਹਨਾਂ ਦੇ ਲਈ ਫਿਰ ਮੁਸ਼ਕਿਲ ਆ ਜਾਂਦੀ, ਰਾਈਟ? ਫਿਰ ਹਾਂਜੀ, ਜਿਹੜੇ 18 ਤੋਂ 26 ਸਾਲ ਦੇ ਵਿੱਚ ਹੈ ਨਾ, ਜਿਹੜੇ ਮੇਲ ਹੈਗੇ, ਫੀਮੇਲ ਨਹੀਂ, ਜਿਹੜੇ ਉਹ ਤੋਂ ਉੱਤੇ ਹੈਗੇ, ਉਹਨਾਂ ਨੂੰ ਰਜਿਸਟਰ ਕਰਨ ਦੀ ਰਿਕੁਆਇਰਮੈਂਟ ਹੈਗੀ ਹੈ, ਫੀਮੇਲਸ ਦੀ ਰਿਕੁਆਇਰਮੈਂਟ ਨਹੀਂ ਹੈਗੀ। ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ, ਗੁਰਕੀਰਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਇਹ ਸੀਗਾ ਕਿ ਮੈਂ ਆਪਣੇ ਮਮ ਡੈਡ ਦਾ ਅਪਲਾਈ ਕੀਤਾ, ਉਹਨਾਂ ਨੇ ਬਰਥ ਸਰਟੀਫਿਕੇਟ ਮੰਗੇ ਆ ਜੀ, ਤੇ ਉਹਨਾਂ ਦੇ ਵਿੱਚ ਹੁਣ ਬਰਥ ਸਰਟੀਫਿਕੇਟ ਉਹਨਾਂ ਦੇ ਅਪਲਾਈ ਕੀਤੇ, ਉਹਨਾਂ ਦਾ ਨੋਟ ਫਾਊਂਡ ਆਇਆ ਵਾ, ਤੇ ਉਹ ਇੱਥੇ ਜਿੰਨਾ ਕੁ ਸੁਣਿਆ ਉਹ ਕਹਿੰਦੇ ਕਿ ਨੋਟ ਫਾਊਂਡ ਚੱਲ ਜਾਂਦਾ, ਪਰ ਨਾਲ ਐਫੀਡੇਵਿਟ ਲਾਓ। ਜੀ, ਇਹ ਧਿਆਨ ਨਾਲ ਸੁਣਿਓ ਕੀ ਕਰਨਾ ਹੁੰਦਾ। ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ, ਉਹ ਤੁਸੀਂ ਕੀ ਲੈਣਾ, ਸਰਟੀਫਿਕੇਟ ਆਫ ਨਾਨ ਅਵੇਲੇਬਿਲਿਟੀ ਲੈਣਾ। ਕਿਤੋਂ ਲੈਣਾ, ਇਹ ਨਹੀਂ ਕਿ ਕੌਂਸੂਲੇਟ ਤੋਂ ਜਾਂ ਕਿਸੇ ਤੋਂ ਵੀ ਲੈ ਲੈਣਾ ਹੈ। ਜਿਹੜਾ ਆਫਿਸ ਆਫ ਰਜਿਸਟਰਾਰ ਆਫ ਬਰਥ ਐਂਡ ਡੈਥ ਹੁੰਦਾ, ਇੱਕ ਸਪੈਸ਼ਲ ਆਫਿਸ ਹੁੰਦਾ ਹੈ ਸਿਰਫ ਇਸੇ ਕੰਮਾਂ ਨੂੰ, ਬਰਥ ਤੇ ਡੈਥ ਇੰਡੀਆ ਦੇ ਵਿੱਚ, ਜਿਹੜਾ ਇੰਡੀਆ ਦੇ ਵਿੱਚ, ਉਹਨਾਂ ਤੋਂ ਤੁਸੀਂ ਨਾਨ ਅਵੇਲੇਬਿਲਿਟੀ ਦਾ ਸਰਟੀਫਿਕੇਟ ਲੈਣਾ। ਉਹ ਇੱਕ ਸਰਟੀਫਿਕੇਟ ਲਾਉਣ ਦੇ ਨਾਲ ਤੁਸੀਂ 2 ਐਫੀਡੇਵਿਟ ਲਾਣੇ ਨੇ ਇੱਦਾਂ ਦੇ ਬੰਦਿਆਂ ਦੇ ਜਿਹਨਾਂ ਦੀ ਕਿ ਉਮਰ ਵੱਡੀ ਸੀਗੀ ਤੇ ਜਿਹਨਾਂ ਨੂੰ ਪਰਸਨਲ ਨੌਲੇਜ ਸੀਗੀ ਬਰਥ ਦੀ। ਤੇ ਇਸ ਤੋਂ ਇਲਾਵਾ ਤੁਸੀਂ ਜਿਹੜੇ ਸਰਕਾਰੀ ਡਾਕੂਮੈਂਟ ਹੋਰ ਹੋ ਗਏ, ਆਧਾਰ ਕਾਰਡ, ਡਰਾਈਵਰਸ ਲਾਇਸੈਂਸ, ਹਾਈ ਸਕੂਲ ਦੇ ਸਰਟੀਫਿਕੇਟ, ਇਹ ਚੀਜ਼ ਲਾਣੀ ਹੈ। ਤਾਂ 3 ਚੀਜ਼ਾਂ ਹੋ ਗਈਆਂ, ਨਾਨ ਅਵੇਲੇਬਿਲਿਟੀ, ਠੀਕ ਹੈ, ਤੇ ਐਫੀਡੇਵਿਟ ਹੋ ਗਏ 2, ਤੇ ਨਾਲ ਹੋ ਗਿਆ ਸੈਕੰਡਰੀ ਐਵੀਡੈਂਸ ਜਿਹੜੀ ਹੈਗੀ ਸਰਕਾਰੀ ID ਵਗੈਰਾ। ਠੀਕ ਹੈ ਜੀ, ਓਕੇ ਜੀ। ਫਿਰ ਇਸ ਹਿਸਾਬ ਦੇ ਨਾਲ ਜਿਹੜਾ ਜੀ ਹੁਣ ਤੁਸੀਂ ਦੇਖ ਲਿਓ ਜੀ। ਉਹ ਅਗਲੇ ਜਿਹੜੇ ਕਾਲਰ ਜੀ, ਸੌਰੀ, ਉਹ ਜਿਹੜਾ ਪੁੱਛਿਆ ਸੀਗਾ ਉਹਨਾਂ ਨੂੰ ਅਗਸਤ 2014 ਚੱਲ ਰਿਹਾ, ਤੇ ਉਹਨਾਂ ਨੇ ਮੇਰੇ ਖਿਆਲ 13 ਦੱਸਿਆ ਸੀ। ਉਹਨਾਂ ਨੇ 13 ਦੱਸਿਆ। ਹਾਂਜੀ, ਥੋੜੀ ਜਿਹੀ ਵੇਟ ਕਰਨੀ ਪੈਣੀ ਜੀ। ਉਹ ਦੂਜੇ ਪਾਸੇ 2-3 ਸਾਲ ਆ, ਤੇ ਇੱਧਰ ਜਿਹੜਾ ਸਾਲ ਦੀ ਜਿਹੜੀ ਉਹ ਵੇਟ ਆ ਉਹ ਹੈਗੀ ਆ ਜੀ। ਤੇ ਅਗਲੇ ਜਿਹੜੇ ਕਾਲਰ ਨੇ, ਸਨੀ ਚਾਹਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣਾ ਵਾਈਫ ਨੇ ਆਪਣੇ ਬ੍ਰਦਰ ਦਾ ਤੇ ਸਿਸਟਰ ਦਾ ਕਰਿਆ ਸੀ ਅਪਲਾਈ 2014 ਚ ਜੀ, ਤੇ ਉਹ ਮੈਂ ਪੁੱਛਣਾ ਚਾਹੁੰਦਾ ਸੀ ਕਿ ਕਿੰਨਾ ਟਾਈਮ ਲੱਗੇ, ਕਿੰਨਾ ਕੀ ਹੋਏਗਾ ਕਿ ਉਹ 2015 ਚ ਤੇ ਪ੍ਰੂਫ ਹੋ ਗਿਆ ਉਹਨਾਂ ਦਾ, 2014 ਚ ਅਪਲਾਈ ਕਰਿਆ ਸੀ, 2015 ਚ ਪ੍ਰੂਫ ਹੋ ਗਿਆ, ਤੇ ਉਹ ਕਿੰਨਾ ਟਾਈਮ ਲੱਗੇਗਾ? ਹਾਂਜੀ, ਹੁਣੇ ਦੱਸ ਕੇ ਹਟੇ ਸੀਗੇ ਕਿ ਜਿਹੜੇ ਵੀ ਬ੍ਰਦਰ ਸਿਸਟਰ ਵਾਲੇ ਕੇਸ ਹੈ ਨਾ 2005 ਤੇ 6 ਵਾਲੇ ਚੱਲ ਰਹੇ ਨੇ, ਤੇ ਉਹਨਾਂ ਨੂੰ ਘੱਟੋ ਘੱਟ 9-10 ਸਾਲ ਹੋਰ ਵੇਟ ਕਰਨੀ ਪੈਣੀ। ਜੀ।
ਅਪਰੂਵਲ ਦਾ ਮਤਲਬ ਉਹ ਇੱਕ ਅੱਧੀ ਚੀਜ਼ ਦਾ ਹੁੰਦਾ ਹੈ ਅਪਰੂਵਲ, ਪਰ ਸਾਰੇ ਪ੍ਰੋਸੈਸ ਨੂੰ ਜਿਹੜਾ 10 ਸਾਲ ਤੋਂ ਵੱਧ ਦਾ ਜਿਹੜਾ ਉਹ ਸਮਾਂ ਲੱਗ ਜਾਂਦਾ ਹੈਗਾ ਆ। ਜਦੋਂ ਜੀ ਤੁਸੀਂ ਇਨੀਸ਼ੀਅਲੀ ਪ੍ਰੋਸੈਸ ਇਨੀਸ਼ੀਏਟ ਕਰਦੇ ਹੋ, ਇੱਕ ਪਟੀਸ਼ਨ ਹੁੰਦੀ ਆ I-130 ਇਮੀਗ੍ਰੈਂਟ ਪਟੀਸ਼ਨ, ਤੁਸੀਂ ਉਹ ਫਾਈਲ ਕਰਦੇ ਹੋ, ਉਹ ਅਪਰੂਵ ਹੋ ਜਾਂਦੀ ਹੈ। ਪਰ ਉਹ ਅਪਰੂਵ ਹੋਣ ਦਾ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਉਹ ਜਦੋਂ ਤੁਸੀਂ I-130 ਫਾਈਲ ਕਰਦੇ ਹੋ ਤੁਹਾਨੂੰ ਫਾਈਲ ਕਰਨ ਤੇ ਇੱਕ ਡੇਟ ਮਿਲਦੀ ਹੈ, ਪ੍ਰਾਇਓਰਟੀ ਡੇਟ। ਉਹ ਜਿਹੜੀ ਡੇਟ ਹੈ ਉਹ ਤੁਹਾਡਾ ਨੰਬਰ ਡਿਸਾਈਡ ਕਰਦੀ ਹੈ, ਲਾਈਨ 'ਚ ਕੀ ਨੰਬਰ ਹੋਊਗਾ। ਤੇ ਉਹ ਜਿਹਨਾਂ ਨੇ ਇਸ ਵੇਲੇ ਫਰਵਰੀ 2005 'ਚ ਕੀਤੀਆਂ ਸੀਗੀਆਂ ਉਹਨਾਂ ਦੇ ਨੰਬਰ ਹੁਣ ਆ ਰਹੇ ਨੇ, ਤੇ ਜਿਹਨਾਂ ਨੇ ਹੁਣ ਜਿਹੜਾ 14 ਵਾ ਉਹਨਾਂ ਨੂੰ ਵੇਟ ਕਰਨੀ ਪੈਣੀ ਜਦ ਤੱਕ 14 ਵਾਲੀ ਡੇਟ ਕਰੰਟ ਨਹੀਂ ਹੁੰਦੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਦੀਪ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦੋਨੇ ਭਰਾਵਾਂ ਨੂੰ ਤੇ ਵਕੀਲ ਸਾਹਿਬ ਨੂੰ ਬਹੁਤ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ, ਕਿਉਂਕਿ ਇਨਫੋਰਮੇਸ਼ਨ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਇਹਦੇ ਸੰਬੰਧ ਜੀ ਮੈਂ ਤੁਹਾਡਾ ਫੋਨ ਸੁਣਦਾ ਰਹਿਣਾ, ਤੇ ਇੱਕ ਮੈਂ ਇਨਫੋਰਮੇਸ਼ਨ ਲੈਣੀ ਸੀ ਵੀ ਮੇਰੇ ਬੇਟੇ ਦਾ ਅਪਲਾਈ ਕਰਿਆ ਮੇਰੀ ਮੈਡਮ ਕਨੀਓ 2015 ਚ 18 ਜੂਨ 2015 ਨੂੰ ਰਿਸੀਵਡ ਡੇਟ ਆ, ਤੇ ਪ੍ਰਾਇਓਰਟੀ ਡੇਟ ਹੈਗੀ 16 ਅਨਮੈਰਿਡ ਆ ਜੀ, ਤੇ ਜੂਨ ਹੈ ਜੀ। ਹਾਂਜੀ ਪੁੱਛੋ ਸਵਾਲ ਜੀ। ਤੇ ਪ੍ਰਾਇਓਰਟੀ ਡੇਟ ਹੈਗੀ ਆ ਤੁਹਾਡੀ ਵਾਈਫ ਸਿਟੀਜ਼ਨ ਹੈ? ਗ੍ਰੀਨ ਕਾਰਡ ਹੈ ਜੀ। ਗ੍ਰੀਨ ਕਾਰਡ ਜੀ। ਤੇ ਪ੍ਰਾਇਓਰਟੀ ਡੇਟ ਹੈਗੀ ਆ 16 ਜੂਨ 2015, ਤੇ ਇਹਦਾ ਕਦ ਤੱਕ ਬਣੂਗਾ ਜੀ? ਇਹ ਭਾਜੀ ਜੂਨ 2015 ਹੀ ਚੱਲ ਰਿਹਾ ਹੈਗਾ ਤੁਹਾਡਾ, ਤੇ ਕਦੋਂ ਤੱਕ ਬਣੂਗਾ ਇਹਨਾਂ ਨੂੰ ਜਦੋਂ ਖੁੱਲੂਗਾ ਤੇ ਫਿਰ ਤੁਹਾਡੀ ਜਦੋਂ ਖੁੱਲਦਾ ਜਨਵਰੀ ਤੇ ਅਗਲੇ ਸਾਲ ਮੇਰੇ ਹਿਸਾਬ ਨਾਲ ਤੁਹਾਡੀ ਵਾਰੀ ਆ ਜਾਣੀ ਚਾਹੀਦੀ। ਜੀ। ਸੋ ਹੋਪਫੁਲੀ ਤੁਹਾਡੀ ਵਾਰੀ ਆ ਜੂਗੀ, ਬਸ ਇੰਤਜ਼ਾਰ 'ਚ ਰਿਹੋ, ਕੋਈ ਨਾ ਕੋਈ ਚਿੱਠੀ ਜਿਹੜੀ ਤੁਹਾਨੂੰ ਆਉਣ ਵਾਲੀ ਹੋਈ ਹੋਣੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਅਰਵਿੰਦ। ਹੈਲੋ, ਹਾਈ, ਸਤਿ ਸ਼੍ਰੀ ਅਕਾਲ ਸਰ, ਮੈਂ ਅਰਵਿੰਦ ਬੋਲ ਰਿਹਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਲਾਇਰ ਨੇ ਕੇਸ ਪਾਇਆ ਸੀਗਾ, ਮੈਂ ਸਰ ਲਾਸਟ ਈਅਰ ਆਇਆ ਸੀਗਾ ਇੱਥੇ, ਤੇ ਮੇਰੇ ਲਾਇਰ ਨੇ ਕੇਸ ਪਾਇਆ ਸੀਗਾ ਜੂਨ ਦੇ ਵਿੱਚ, ਤੇ ਸਰ ਹਜੇ ਤੱਕ ਨਾ ਤਾਂ ਕੋਈ ਉਹਨਾਂ ਦੀ ਚਿੱਠੀ ਆਈ ਹੈ ਤੇ ਨਾ ਕੋਈ ਉਹਨਾਂ ਦਾ ਰਿਪਲਾਈ ਆਇਆ ਹੈ, ਤੇ ਮੈਂ ਮਾੜਾ ਜਿਹਾ ਪੁੱਛਣਾ ਸੀਗਾ। ਹਾਂਜੀ ਸਰ ਜੀ, ਅਸਾਈਲਮ ਦਾ ਕੇਸ ਪਾਇਆ ਸੀ ਜੀ, USCIS ਦੇ ਵਿੱਚ ਪਾਇਆ ਸੀ। ਅੱਛਾ ਜੀ। ਮੈਂ ਸਰ ਵੀਜ਼ੇ ਤੇ ਆਇਆ ਸੀਗਾ ਜੀ ਇੱਥੇ। ਅੱਛਾ, ਤੁਹਾਨੂੰ ਰਿਸੀਟ ਨੋਟਿਸ ਤੇ ਆਇਆ ਹੋਣਾ ਕਿ ਨਹੀਂ ਆਇਆ? ਹਜੇ ਤੱਕ ਕੁਝ ਨਹੀਂ ਆਇਆ ਸਰ। ਨਹੀਂ ਭਾਜੀ, ਫਿਰ ਤੁਹਾਡਾ ਨਾ ਕੇਸ ਫਾਈਲ ਨਹੀਂ ਹੋਇਆ ਪ੍ਰੋਪਰਲੀ। ਰਿਸੀਟ ਨੋਟਿਸ ਤੇ ਕੋਈ ਚਾਂਸ ਹੀ ਨਹੀਂ ਹੈਗਾ ਕਿ ਐਡੀ ਦੇਰ ਨਾ ਆਵੇ, ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਆਉਣਾ ਚਾਹੀਦਾ। ਤੁਸੀਂ ਸਾਲ ਦੇ ਅੰਦਰ ਅੰਦਰ ਲਗਾਉਣਾ ਹੁੰਦਾ, ਤੇ ਤੁਸੀਂ ਉਹ ਇਮੀਡੀਏਟਲੀ ਕੇਸ ਦੁਬਾਰਾ ਰੀਫਾਈਲ ਕਰੋ ਆਪਣਾ। ਓਕੇ ਜੀ, ਠੀਕ ਹੈ ਜੀ ਸਰ। ਕਿਉਂਕਿ ਮੈਂ ਆਪਣੇ ਗੱਲ ਕੀਤੀ ਸੀ, ਉਹ ਮੈਨੂੰ ਇਹ ਕਹਿੰਦੇ ਸੀਗੇ ਕਿ ਉਹਨਾਂ ਦੀ ਕੋਈ ਰਿਸੀਵਿੰਗ ਨੋਟ ਨਹੀਂ ਆਇਆ ਸੀਗਾ, ਉਹਨਾਂ ਨੂੰ ਸਿੱਧਾ ਲੈਟਰ ਆਈ ਸੀਗੀ ਆਪਣਾ ਵਰਕ ਪਰਮਿਟ ਅਪਰੂਵਲ ਦੀ। ਨਹੀਂ ਭਾਜੀ, ਬਿਲਕੁਲ ਗਲਤ ਕਹਿ ਰਿਹਾ। ਪਹਿਲਾਂ ਤੁਸੀਂ ਕੇਸ ਫਾਈਲ ਕਰਦੇ ਹੋ, ਤੇ ਫਿਰ ਉਸ ਤੋਂ ਬਾਅਦ 150 ਦਿਨ ਬਾਅਦ ਤੁਸੀਂ ਦੁਬਾਰਾ ਸੈਪਰੇਟਲੀ ਵਰਕ ਪਰਮਿਟ ਫਾਈਲ ਕਰਨਾ ਹੁੰਦਾ। ਆਪਣੇ ਆਪ ਆਟੋਮੈਟਿਕ ਵਰਕ ਪਰਮਿਟ ਕੋਈ ਨਹੀਂ ਆਉਂਦਾ, ਤੁਸੀਂ ਉਹਨੂੰ ਇਮੀਡੀਏਟਲੀ ਰੀਫਾਈਲ ਕਰੋ। 1 year ਡੈਡਲਾਈਨ ਇੰਪੋਰਟੈਂਟ ਹੈ। ਠੀਕ ਹੈ ਜੀ। ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ। ਜੀ ਬਿਲਕੁਲ। ਜੇ ਕਿਸੇ ਨੂੰ ਆਪਣੇ ਵਕੀਲ ਦੇ ਨੂੰ ਲੈ ਕੇ ਕੁਛ ਹੈਗਾ ਆ, ਚਿੰਤਾ ਹੈ, ਤਾਂ ਸਲਾਹ ਜਿਹੜੀ ਉਹ ਤੁਸੀਂ ਜ਼ਰੂਰ ਲੈ ਸਕਦੇ ਆ। ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਜਗਵੀਰ ਢਿੜਕਿਆਣਾ ਉਹਨਾਂ ਦੇ ਆਫਿਸ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। 415 909 0503 415 9090 503। ਇਹ ਇੱਦਾਂ ਦੀਆਂ ਜਿਹੜੀਆਂ ਕਾਫੀ ਆਪਾਂ ਨੂੰ ਜਿਹੜੀਆਂ ਕਾਲਸ ਆਉਂਦੀਆਂ ਨੇ ਜਗਵੀਰ ਜੀ, ਵੀ ਵਕੀਲ ਆਖਦਾ ਕੁਛ ਆ ਤੇ ਕੁਛ ਹੋਰ ਰਿਹਾ ਹੁੰਦਾ ਆ। ਹਾਂਜੀ ਭਾਜੀ, ਕਈ ਵਾਰੀ ਨਾ ਹੁਣ ਸਾਡੇ ਨਾਲ ਵੀ 1-2 ਵਾਰੀ ਕੇਸ ਏਦਾਂ ਦੇ ਹੋਏ ਨੇ ਕਿ ਆਪਾਂ ਫਾਈਲ ਕੀਤਾ ਸੀਗਾ, ਇਮੀਗ੍ਰੇਸ਼ਨ ਨੇ ਨਾ 2-3 ਮਹੀਨੇ ਜਵਾਬ ਨਹੀਂ ਦਿੱਤਾ, ਫਾਈਲ ਲੂਜ਼ ਕਰਤੀ, ਕਲਾਇੰਟ ਵੀ ਮਤਲਬ ਕਾਫੀ ਔਖੇ ਰਹਿੰਦੇ ਨੇ। ਪਰ ਸਾਲ ਵਾਲੀ ਗੱਲ ਤਾਂ ਨਹੀਂ ਭਾਜੀ, ਦੈਟਸ ਟੂ ਮਚ। ਮਤਲਬ ਏਦਾਂ ਦਾ ਕੋਈ ਨਹੀਂ ਹੈਗਾ ਕਿ ਸਾਲ ਤੱਕ ਅਸਾਈਲਮ ਦਾ ਰਿਸੀਟ ਨੋਟਿਸ ਨਾ ਆਇਆ ਹੋਵੇ। ਉਹ ਤਾਂ ਫਿਰ ਏਦਾਂ ਹੈ ਕਿ ਨਹੀਂ ਆਉਂਦਾ, ਮੈਂ ਵੀ ਫਿਰ ਦੁਬਾਰਾ ਰੀਫਾਈਲ ਹੈ ਨਾ, ਬੰਦਾ ਮਤਲਬ ਆਪਣਾ ਟਰੈਕਿੰਗ ਕਰੇ, ਮੇਕ ਸ਼ੋਰ ਕਰੇ ਮੇਲ ਉਹ ਨਹੀਂ ਹੋਈ। ਨਾਲ ਮੈਂ ਇਹ ਵੀ ਦੱਸ ਦਵਾਂ ਕਿ ਜਿਹੜੀ ਡਾਕ ਭੇਜਦੇ ਹੋ ਵਕੀਲਾਂ ਨੂੰ ਜਾਂ ਕਿਸੇ ਨੂੰ ਵੀ ਆਪ ਵੀ ਭੇਜਦੇ ਹੋ, ਉਹ ਟਰੈਕਿੰਗ ਨਾਲ ਭੇਜਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਟਰੈਕਿੰਗ ਹੈਗੀ ਹੈ, ਤੁਸੀਂ ਇਮੀਗ੍ਰੇਸ਼ਨ ਦੇ ਕਸਟਮਰ ਸਰਵਿਸ ਕਾਲ ਕਰ ਸਕਦੇ ਹੋ ਤੇ ਉਹਨਾਂ ਨੂੰ ਫੈਡੈਕਸ ਟਰੈਕਿੰਗ ਦੱਸ ਸਕਦੇ ਹੋ, ਤੇ ਉਹ ਫਾਈਲ ਉਹਨਾਂ ਲੋਕੇਟ ਕਰ ਲੈਂਦੇ ਨੇ। ਠੀਕ ਹੈ ਜੀ। ਜੀ ਅਗਲੇ ਜਿਹੜੇ ਕਾਲਰ ਨੇ ਪਰਮਿੰਦਰ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਸੀ ਕਿ ਮੈਂ ਆਪਣੇ ਭੈਣ ਭਰਾ ਦਾ 2007 ਅਪ੍ਰੈਲ ਦਾ ਕੀਤਾ ਆ। ਸਿਰਫ ਮੈਨੂੰ ਲੈਟਰ ਜਿਹੜੇ ਉਹਨਾਂ ਦੇ ਕੋਲ ਚਲ ਗਿਆ ਉਹੀ ਆਈ, ਉਹ ਮੈਨੂੰ ਪ੍ਰੂਫ ਦੀਆਂ ਲੈਟਰ ਕੋਈ ਨਹੀਂ ਹਾਲੇ ਤਾਈਂ ਆਈ।
ਤੇ ਮੇਰਾ ਇੱਕ ਭਤੀਜੀ ਮੇਰੀ 26ਵੇਂ ਸਾਲ 'ਚ ਆ ਤਾਂ ਭਤੀਜਾ ਮੇਰਾ ਇੱਕ 27ਵੇਂ ਸਾਲ 'ਚ ਆ, ਉਹਨਾਂ ਦਾ ਬਣੂਗਾ ਨਾਲ ਜਾਂ ਕਿੱਦਾਂ? ਅੱਛਾ ਜੀ, ਲੈਟਰ ਤਾਂ ਤੁਹਾਡੀ ਜੀ 2007 ਵਾਲੀ ਮਤਲਬ ਥੋੜਾ ਟਾਈਮ ਤੁਹਾਨੂੰ ਵੇਟ ਤਾਂ ਹੋਰ ਕਰਨਾ ਪੈਣਾ, ਪਰ ਤੁਸੀਂ ਮੇਕ ਸ਼ੋਰ ਕਰਿਓ ਕਿ ਉਹਨਾਂ ਨੂੰ ਕਾਲ ਕਰਕੇ ਨਾ ਦੇਖ ਲਿਓ ਕਿ ਕੇਸ ਤੁਹਾਡਾ ਇਨ ਪ੍ਰੋਸੈਸ ਹੈਗਾ। ਕਹਿਣ ਦਾ ਮੇਰਾ ਮਤਲਬ ਕੀ ਹੈ ਕਿ ਜਦੋਂ ਇੰਨੇ ਲੰਬੇ ਸਮੇਂ ਦੇ ਹੋ ਜਾਂਦੇ ਨੇ, 10-15 ਸਾਲ ਦੀ ਆਪਾਂ ਗੱਲ ਕਰਦੇ ਹਾਂ, ਕਈ ਵਾਰੀ ਕਈ ਲੋਕੀ ਮੂਵ ਕਰਦੇ ਨੇ ਜਾਂ ਨੋਟਿਸ ਵਗੈਰਾ ਮਿਸ ਕਰ ਦਿੰਦੇ ਨੇ। ਇੱਕ ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਤੇ ਰਿਕੁਐਸਟ ਪਲੇਸ ਕਰ ਦਿਓ, ਮੇਕ ਸ਼ੋਰ ਕਰੋ ਕਿ ਤੁਹਾਡਾ ਕੇਸ ਪੈਂਡਿੰਗ ਹੈਗਾ। ਦੂਸਰੀ ਗੱਲ ਇਹ ਹੈਗੀ ਕਿ ਉਹਨਾਂ ਦਾ ਬਣੇਗਾ ਕਿ ਨਹੀਂ ਬਣੇਗਾ, ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਜਿਹੜਾ ਕੇਸ ਸੀਗਾ ਉਹ ਕਿੰਨੀ ਦੇਰ ਪੈਂਡਿੰਗ ਸੀਗਾ 130। 27 ਤੇ 28 ਸਾਲ ਜਿੱਦਾਂ ਤੁਸੀਂ ਦੱਸ ਰਹੇ ਹੋ ਮੁਸ਼ਕਿਲ ਲੱਗ ਰਿਹਾ। ਜੀ ਅਗਲੇ ਜਿਹੜੇ ਕਾਲਰ ਨੇ ਬਲਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਅਡਾਪਸ਼ਨ ਬਾਰੇ ਸੀਗਾ। ਜਿਵੇਂ 12 ਸਾਲ ਦੀ ਕੁੜੀ ਇੱਥੇ ਆਈ ਹੋਈ ਆ, ਉਹ ਮਤਲਬ ਅਡਾਪਸ਼ਨ ਹੋ ਸਕਦੀ ਹੈ ਉਹਦੀ ਕਿਸ ਤਰ੍ਹਾਂ? ਕੋਈ ਬੂਆ ਜੀ ਉਹਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ। ਜਿਹੜੀ ਕੁੜੀ ਇੱਥੇ ਆਈ ਸੀਗੀ ਪੱਕੇ ਤੌਰ ਤੇ ਆਈ ਸੀ, ਕੱਚੇ ਤੌਰ ਤੇ ਆਈ ਸੀ? ਉਹ ਵਿਜ਼ਟਰ ਆਈ ਸੀ ਫੈਮਿਲੀ ਨਾਲ। ਉਹ ਵਿਜ਼ਟਰ ਆਈ ਸੀ। ਹਾਂਜੀ ਹਾਂਜੀ, ਅਡਾਪਸ਼ਨ ਉਹਦੀ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ। ਤੇ ਅਡਾਪਸ਼ਨ ਤੁਸੀਂ ਕਰਾਓ ਤੇ ਨਾਲ ਫਿਰ ਨਾ ਪੇਪਰ ਵਰਕ ਵੀ ਤੁਸੀਂ ਫਾਈਲ ਕਰ ਸਕਦੇ ਹੋ। ਦੋ ਤਰੀਕੇ ਹੁੰਦੇ ਨੇ, ਇੱਕ ਤੁਸੀਂ ਜੇ ਅਡਾਪਸ਼ਨ ਲੈ ਲੈਂਦੇ ਹੋ ਤੇ ਫਿਰ ਇਮੀਡੀਏਟ ਰਿਲੇਟਿਵ ਦੇ ਥਰੂ ਆਪਾਂ ਜਾ ਸਕਦੇ ਹਾਂ। ਜੇ ਅਡਾਪਸ਼ਨ ਨਹੀਂ ਲੈਣੀ, ਤੁਸੀਂ ਗਾਰਡੀਅਨਸ਼ਿਪ ਲੈਂਦੇ ਹੋ ਤੇ ਫਿਰ ਸਪੈਸ਼ਲ ਇਮੀਗ੍ਰੈਂਟ ਜੁਵੈਨਾਈਲ ਪਟੀਸ਼ਨ 360 ਪਟੀਸ਼ਨ ਕਹਿੰਦੇ ਨੇ, ਉਹਦੇ ਥਰੂ ਗ੍ਰੀਨ ਕਾਰਡ ਮਿਲ ਸਕਦਾ। ਅੱਛਾ ਜੀ, ਓਕੇ ਜੀ। ਇਹਨਾਂ ਦੇ 360 ਦਾ ਜਿਹੜਾ ਥੋੜਾ ਜਿਹਾ ਟਾਈਮ ਫਰੇਮ ਹੈਗਾ ਉਹ ਤੁਹਾਡਾ ਛੋਟਾ ਹੈ, ਕਿਉਂਕਿ ਗਾਰਡੀਅਨਸ਼ਿਪ ਲੈਣੀ ਸੌਖੀ ਹੁੰਦੀ ਹੈ ਜੇ ਕੁੜੀ ਨੂੰ ਅਬੈਂਡਨ ਕਰਤਾ ਉਹਦੇ ਘਰਦਿਆਂ ਨੇ। ਤੇ ਕੀ ਕਰਨਾ ਹੈ ਕਿ ਫੈਮਿਲੀ ਕੋਰਟ 'ਚ ਜਾ ਕੇ ਤੁਸੀਂ ਗਾਰਡੀਅਨਸ਼ਿਪ ਲਵਾਉਣੀ ਹੈ। ਗਾਰਡੀਅਨਸ਼ਿਪ ਆਰਡਰ ਦੇ ਵਿੱਚ ਸਪੈਸ਼ਲੀ ਲਿਖਣਾ ਹੈ ਕਿ ਬੱਚੇ ਨੂੰ ਹੈ ਨਾ ਅਬੈਂਡਨ ਕੀਤਾ ਸੀਗਾ, ਸਾਰੇ ਫੈਕਟ। ਇੱਕ ਵਾਰੀ ਗਾਰਡੀਅਨਸ਼ਿਪ ਤੁਹਾਨੂੰ ਮਿਲ ਜਾਂਦੀ ਹੈ, ਫਿਰ ਇਮੀਗ੍ਰੇਸ਼ਨ ਕੋ ਜਾ ਕੇ ਸਪੈਸ਼ਲ ਜੁਵੈਨਾਈਲ ਵਾਲੀ ਪਟੀਸ਼ਨ ਫਾਈਲ ਕਰ ਦਿੰਦੇ ਹੋ ਤੇ ਜਦੋਂ ਇਹ ਪਟੀਸ਼ਨ ਅਪਰੂਵ ਹੋ ਜਾਂਦੀ, ਇਸ ਤੋਂ ਬਾਅਦ ਬੱਚਾ ਸਿੱਧੇ ਗ੍ਰੀਨ ਕਾਰਡ ਡਾਇਰੈਕਟਲੀ ਫਾਈਲ ਕਰ ਸਕਦਾ। ਜੀ। ਤੇ ਜੇ ਤੁਸੀਂ ਇਸ ਮਾਮਲੇ 'ਤੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਨਾਲ ਸੰਪਰਕ ਕਰੋ ਤੇ ਆਪਣੀ ਜਿਹੜੀ ਕੇਸ ਆ ਉਸ ਨੂੰ ਤੁਸੀਂ ਮਜ਼ਬੂਤ ਕਰ ਸਕਦੇ ਹੋ। 4159090503 415-909-0503 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰਿਓ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੇ ਨਾ 2 ਕੇਸ ਚੱਲਦੇ ਸੀ ਇੱਕ ਟਾਈਮ ਤੇ ਇੱਕ ਅਸਾਈਲਮ ਸੀਗਾ, ਇੱਕ ਮੇਰਾ ਵਾਵਾ ਸੀ I-360 ਤੇ ਮੇਰਾ I-360 ਅਪਰੂਵ ਹੋ ਗਿਆ ਸੀ ਤੇ ਜਿਹੜਾ ਅਸਾਈਲਮ ਸੀ ਉਹ ਬੰਦ ਕਰਾਉਣ ਵਾਸਤੇ ਉਹਨੂੰ ਇਮੀਗ੍ਰੇਸ਼ਨ ਜੱਜ ਨੂੰ ਭੇਜੀ ਸੀ ਲੈਟਰ, ਪਰ ਉਹਨਾਂ ਬੰਦ ਕਰਨ ਦੀ ਬਜਾਏ ਮੇਰੀ ਨਾ ਡੇਟ ਪਹਿਲਾਂ ਕਰਕੇ ਮੈਨੂੰ ਐਡਜਸਟਮੈਂਟ ਆਫ ਸਟੇਟਸ ਦੀ ਇੰਟਰਵਿਊ ਦੇ ਦਿੱਤੀ ਸੀਗੀ। ਤਾਂ ਮੈਂ ਇੰਟਰਵਿਊ ਤੇ ਗਿਆ ਤੇ ਮੇਰੀ ਉਹਨੇ ਜੀ ਕੇਸ ਪਾਸ ਕਰ ਦਿੱਤਾ ਔਰ ਕਹਿੰਦੀ ਵੀ 2-3 ਵੀਕਾਂ 'ਚ ਤੇਰਾ ਉਹ ਗ੍ਰੀਨ ਕਾਰਡ ਆ ਜਾਊਗਾ। ਪਰ ਉਹ ਫਸਟ ਵੀਕ ਆਫ ਮਾਰਚ ਸੀਗਾ 2020 'ਚ, ਪਰ ਉਸ ਤੋਂ ਬਾਅਦ ਮੇਰਾ ਨਾ ਕੋਈ ਅਪਡੇਟ ਹੋਇਆ ਜੀ, ਨਾ ਮੈਨੂੰ ਕੁਛ ਮਿਲਿਆ ਜੀ। ਮੈਂ ਕੀ ਕਰ ਸਕਦਾ ਜੀ? ਤੁਸੀਂ ਜੀ ਜੱਜ ਵੀ ਲਿਮਿਟਿਡ ਥੋੜੀ ਕਪੈਸਿਟੀ 'ਚ ਕੰਮ ਕਰ ਰਹੇ ਨੇ। ਤੁਸੀਂ ਇਹਨਾਂ ਨੂੰ ਆਪਣਾ ਫੋਲੋ ਅਪ ਕਰਾਓ ਆਪਣੇ ਵਕੀਲ ਦੇ ਥਰੂ, ਲੈਟਰ ਲਿਖ ਕੇ ਭੇਜਣ ਕੋਰਟ ਨੂੰ ਤੇ ਜਵਾਬ ਦੇ ਦੇਣਗੇ। ਠੀਕ ਹੈ ਜੀ। ਸੋ ਕਹਿੰਦੇ ਸੀ ਅਪਰੂਵਲ ਕਰਤਾ, ਪਰ ਅਜੇ ਇੰਤਜ਼ਾਰ ਦੇ ਵਿੱਚ ਇਹ ਹੈਗੇ ਨੇ। ਅਗਲੇ ਕਾਲਰ ਨੇ ਨਰਿੰਦਰ ਕੌਰ। ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰੇ ਕੋਲ ਨਾ ਗ੍ਰੀਨ ਕਾਰਡ ਅਸਾਈਲਮ ਦੇ ਥਰੂ ਹੈਗਾ ਜੀ, ਤੇ ਮੈਂ ਅਨਐਮਪਲੋਇਮੈਂਟ ਫਾਈਲ ਕਰ ਸਕਦੀ ਹਾਂ ਵੀਰ ਜੀ? ਜੀ ਕਰ ਸਕਦੇ ਹਾਂ ਜੀ। ਇਹਦਾ ਵੀਰ ਜੀ ਕੋਈ ਆਪਣਾ ਅੱਗੋਂ ਸਿਟੀਜ਼ਨਸ਼ਿਪ ਤੇ ਤਾਂ ਨਹੀਂ ਕੋਈ ਅਸਰ ਪਊਗਾ? ਨਹੀਂ, ਜਿਹੜਾ ਅੱਜ ਦੇ ਰੂਲ ਦੇ ਹਿਸਾਬ ਦੇ ਨਾਲ ਨਹੀਂ ਪਊਗਾ। ਤੇ ਇਹਦੇ ਨਾਲ ਨਾਲ ਜਿੱਦਾਂ ਆਪਾਂ ਦੱਸ ਰਹੇ ਸੀਗੇ ਕਿ ਕਾਫੀ ਇਸ ਰੂਲ ਦਾ ਚੱਲ ਰਿਹਾ ਕਿ ਪਤਾ ਨਹੀਂ ਇਹ ਰੂਲ ਨੇ ਰਹਿਣਾ ਕਿ ਨਹੀਂ ਰਹਿਣਾ। ਡੈਮੋਕ੍ਰੇਟਸ ਆਉਗੇ, ਉਹ ਕਹਿੰਦੇ ਕਿ ਰੂਲ ਕੈਂਸਲ ਕਰ ਦੇਣਾ। ਸੋ ਆਪਾਂ ਦੇਖਦੇ ਹਾਂ, ਇਹ ਰੂਲ ਅਜੇ ਨਵਾਂ ਸੀਗਾ, ਅੱਜ ਦੀ ਡੇਟ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ, ਤੁਸੀਂ ਲੈ ਸਕਦੇ ਹੋ। ਤੇ ਨਾਲੇ ਵੈਸੇ ਵੀ ਦੱਸ ਜਾਈਏ, ਅਨਇੰਪਲੋਇਮੈਂਟ ਪਬਲਿਕ ਬੈਨੀਫਿਟ ਦੇ ਵਿੱਚ ਉਹ ਨਹੀਂ ਆਉਂਦਾ। ਉਹ ਜਿਹੜੀ ਤੁਸੀਂ ਕਮਾਈ ਕਰਦੇ ਰਹੇ ਹੋ ਇੰਪਲੋਇਮੈਂਟ ਦੇ ਦੌਰਾਨ, ਤੁਸੀਂ ਟੈਕਸ ਘਟਾਉਂਦੇ ਰਹੇ ਹੋ ਅਨਇੰਪਲੋਇਮੈਂਟ ਵਾਲਾ, ਉਹੀ ਤੁਹਾਨੂੰ ਬੇਸਿਕਲੀ ਮੁੜ ਕੇ ਰਿਟਰਨ ਦੇ ਵਿੱਚ ਜਿਹੜਾ ਉਹ ਮਿਲਦਾ ਹੈ। ਸੋ ਅਨਇੰਪਲੋਇਮੈਂਟ ਜਿਹੜਾ ਉਹ ਪਬਲਿਕ ਚਾਰਜ ਨਹੀਂ ਹੈਗਾ, ਬਸ਼ਰਤੇ ਵੀ ਤੁਸੀਂ ਕੰਮ ਕਰਦੇ ਰਹੇ ਹੋਵੋ ਜੀ। ਦੋ ਚੀਜ਼ਾਂ ਹੋਰ ਦੱਸੂਗਾ ਜੀ। ਜਿਹੜਾ ਅਸਾਈਲਮ ਵਾਲੇ ਸੀਗੇ, ਅਸਾਈਲਮ ਵਾਲੇ, ਵਾਵਾ ਵਾਲੇ, ਯੂ ਵੀਜ਼ਾ ਵਾਲੇ, ਉਹ ਵੈਸੇ ਵੀ ਐਗਜ਼ੈਂਪਟ ਸੀਗੇ ਪਬਲਿਕ ਚਾਰਜ ਤੋਂ ਜੀ। ਤੇ ਦੂਸਰੀ ਗੱਲ ਸੀਗੀ ਕਿ ਜਿਹਨਾਂ ਨੂੰ ਗ੍ਰੀਨ ਕਾਰਡ ਆਲਰੇਡੀ ਮਿਲਿਆ ਹੋਇਆ ਸੀਗਾ, ਜਿਹੜੇ ਕਿ ਛੱਡ ਕੇ ਨਹੀਂ ਗਏ US ਨੂੰ 6 ਮਹੀਨੇ ਤੋਂ ਬਾਅਦ, ਉਹਨਾਂ ਨੂੰ ਪਬਲਿਕ ਚਾਰਜ ਵੈਸੇ ਵੀ ਅੱਜ ਦੇ ਰੂਲਸ ਦੇ ਅਕੋਰਡਿੰਗ ਇਫੈਕਟ ਨਹੀਂ ਕਰਦਾ ਹੈਗਾ। ਐਗਜ਼ੈਂਪਸ਼ਨ ਸੀਗੀ ਉਹਨਾਂ ਨੂੰ ਜੀ। ਜੀ। ਅਗਲੇ ਕਾਲਰ ਨੇ ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਵੀਰ ਜੀ, ਮੇਰਾ ਇਹ ਸਵਾਲ ਸੀਗਾ, ਮੇਰੇ ਨਾ ਰਿਸ਼ਤੇਦਾਰ ਸੀਗੇ, ਉਹਨਾਂ ਦਾ ਜਿੱਦਾਂ ਅਸਾਈਲਮ ਲੱਗਿਆ ਹੋਇਆ ਸੀਗਾ, ਟੂਰਿਸਟ ਆਏ ਸੀਗੇ ਤੇ ਐਕਚੁਅਲੀ 4 ਸਾਲ ਹੋ ਗਏ ਉਹਨਾਂ ਨੂੰ, ਉਹ ਪਰ ਉਹਨਾਂ ਦਾ ਨਾ ਜੋ ਵੀ ਆ ਪੇਪਰ ਵਰਕ ਦਾ ਐਡਰੈਸ ਹੈਗਾ ਉਹ ਫ੍ਰਿਜਨੋ ਦਾ ਹੈਗਾ, ਤੇ ਬਟ ਉਹ ਰਹਿ ਰਿਹਾ ਓਕਲਾਹੋਮਾ, ਤੇ ਆਈਸ ਇੱਥੇ ਬੁਲਾਉਣ ਲੱਗ ਗਈ ਆ, ਤੇ ਵੀ ਉਹਨਾਂ ਨੂੰ ਕੋਈ ਚੱਕਰ ਤਾਂ ਨਹੀਂ ਪੈਂਦਾ ਗਾ ਵੀ ਕੋਈ ਉਹਨਾਂ ਦੀ ਟਰੈਕਿੰਗ, ਕਿਉਂਕਿ ਉਹਨਾਂ ਦੀ ਲਾਇਸੈਂਸ ਪਲੇਟ ਵਗੈਰਾ, ਕਾਰਡ ਵਗੈਰਾ ਸਾਰੇ ਉੱਥੇ ਹੀ ਆ ਜੀ ਓਕਲਾਹੋਮਾ ਦੇ। ਭਾਜੀ ਇਹਦਾ ਮੈਂ ਜਵਾਬ ਤੁਹਾਨੂੰ ਸਿਰਫ ਇੱਕੋ ਹੀ ਦੇ ਸਕਦਾ, ਉਹ ਇਹ ਹੈਗਾ ਕਿ ਜਿੱਥੇ ਤੁਸੀਂ ਜਾਂਦੇ ਹੋ ਨਾ, ਤੁਹਾਨੂੰ ਕੇਸ ਆਪਣਾ ਮੂਵ ਕਰਾਉਣਾ ਪੈਂਦਾ ਉੱਥੇ ਕਾਨੂੰਨ ਦੇ ਹਿਸਾਬ ਨਾਲ। ਓਕੇ, ਠੀਕ ਹੈ ਜੀ। ਠੀਕ ਹੈ। ਤੇ ਦੂਸਰੀ ਮੈਂ ਸਲਾਹ ਨਹੀਂ ਦੇ ਸਕਦਾ ਕਿ ਗੈਰ ਕਾਨੂੰਨੀ ਕਿੱਦਾਂ ਕਰਨਾ, ਤੇ ਤੁਸੀਂ ਉਹਨਾਂ ਨੂੰ ਕਹੋ ਕਿ ਆਪਣਾ ਐਡਰੈਸ ਅਪਡੇਟ ਕਰੋ। ਆਈਸ ਦਾ ਕੋਈ ਨਹੀਂ, ਉਹ ਤਾਂ ਕੋਰਟ ਦੀ ਰਿਕੁਆਇਰਮੈਂਟ ਹੈ ਕਿ ਜੇ ਤੁਸੀਂ ਮੂਵ ਹੋ ਗਏ ਹੋ, ਤੁਸੀਂ AR11 ਜੇ ਥੱਲੇ ਲੱਗਾ ਹੈ, ਜੇ ਟੂਰਿਸਟ ਵੀਜ਼ਾ ਇਹ ਥੱਲੇ ਲੱਗਾ ਹੈਗਾ, ਤੇ ਉਹਨਾਂ ਨੂੰ AR11 ਫਾਰਮ ਭਰਨਾ ਪੈਂਦਾ ਹੈ ਅਪਡੇਟ ਕਰਨ ਲਈ, ਤੇ ਜੇ ਉਹਨਾਂ ਦਾ ਕੋਰਟ ਮੁਰੇ ਲੱਗਾ ਹੈ ਤੇ ਫਿਰ ਉਹਨਾਂ ਨੂੰ ਕਹੋ ਆਪਣੇ ਵਕੀਲ ਨੂੰ ਕਹਿ ਕੇ ਅਪਡੇਟ ਕਰਾਉਣ। ਠੀਕ ਹੈ ਜੀ, ਇਹ ਜ਼ਰੂਰੀ ਹੈ। ਬੰਦਾ ਕਈ ਵਾਰੀ ਮੂਵ ਹੋ ਜਾਂਦਾ ਅਤੇ ਉੱਥੇ ਐਡਰੈਸ ਚੇਂਜ ਨਹੀਂ ਕਰਦਾ, ਇਹ ਬਾਅਦ ਦੇ ਵਿੱਚ ਮੁਸ਼ਕਿਲਾਂ ਨਾਲ ਜਿਹੜੀਆਂ ਉਹ ਖੜੀਆਂ ਕਰ ਲਿਓ ਆਪਣੇ ਲਈ ਖੁਦ ਹੀ। ਸੋ ਪਲੀਜ਼ ਅਪਡੇਟ ਜਿਹੜਾ ਇਸ ਹਿਸਾਬ ਦੇ ਨਾਲ ਕਰਦੇ ਰਿਹਾ ਕਰੋ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਰਵਿੰਦਰ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣੇ ਮੈਂ ਪੁੱਛਣਾ ਜੀ, ਸਾਡੇ ਕੋਈ ਫੈਮਿਲੀ ਮੈਂਬਰ ਹੈ ਤੇ ਉਹਨਾਂ ਦੇ ਬੇਟੀ ਹੈ, ਤੇ ਉਹਨਾਂ ਨੇ ਆਪਣੇ ਹਸਬੈਂਡ ਦਾ ਕੀਤਾ ਸੀ ਅਪਲਾਈ, ਤੇ ਆਪਣਾ ਜਦੋਂ ਉਹਨਾਂ ਕੋਲ ਗ੍ਰੀਨ ਕਾਰਡ ਹੈ, ਤੇ ਜਦੋਂ ਅਪਲਾਈ ਕੀਤਾ ਉਹਨਾਂ ਨੇ ਹੋਰ ਪ੍ਰੂਫ ਮੰਗੇ ਸੀ, ਕਹਿੰਦੇ ਵੀ ਅਸੀਂ ਸੈਟਿਸਫਾਈ ਨਹੀਂ, ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਪ੍ਰੂਫ ਜੋ ਮੰਗੇ ਸੀ ਦੇਤੇ, ਤੇ ਆਲਰੇਡੀ 6-7 ਮਹੀਨੇ ਹੋ ਗਏ ਹੁਣ। ਆਪਣੇ ਬੰਬੇ ਸੀ ਇਹਨਾਂ ਦਾ ਕੇਸ ਨਾ, ਤੇ ਉੱਥੋਂ ਕੋਈ ਜਵਾਬ ਨਹੀਂ ਆਇਆ। ਹਾਂਜੀ, ਨਾ ਹੀ ਉਹ ਕੁਝ ਦੱਸਦੇ ਆ ਤੇ ਨਾ ਹੀ ਉਹ ਕਰਦੇ ਜੀ। ਇਹ ਨਾ ਥੋੜੀ ਜਿਹੀ ਵੇਟ ਹੀ ਕਰਨੀ ਪੈਣੀ ਹੈ, ਹੁਣ ਤਾਂ ਵੈਸੇ ਵੀ ਆਪਰੇਸ਼ਨਲ ਨਹੀਂ ਹੈਗੇ, ਜਦੋਂ ਵਾਪਸ ਆਓਗੇ ਫਿਰ ਉਦੋਂ ਤੁਸੀਂ ਫੋਲੋ ਅਪ ਕਰ ਸਕਦੇ ਹੋ NVC ਤੋਂ। ਠੀਕ ਹੈ ਜੀ, ਓਕੇ, ਥੈਂਕ ਯੂ ਭਾਈ। ਠੀਕ ਹੈ, ਓਕੇ ਜੀ, ਓਕੇ, ਥੈਂਕ ਯੂ ਜੀ। ਅਗਲੇ ਕਾਲਰ ਜੀ, ਇੱਕ ਚੀਜ਼ ਮੈਂ ਐਡ ਕਰਦਾ, ਐਡਰੈਸ ਵਾਲੀ ਜਿਹੜੀ ਪੁੱਛੀ ਸੀਗੀ ਨਾ ਪਹਿਲਾਂ ਉਹਨਾਂ ਨੇ ਜੀ, ਤੇ ਇਹ ਦੱਸਦੀ ਹੈ ਕਿ ਜਿਹੜਾ ਨਾ ਅਸਾਈਲਮ ਪ੍ਰੋਸੀਡਿੰਗਸ ਤੁਹਾਡੀਆਂ ਹੁੰਦੀਆਂ, ਉਹ ਸਾਰੇ ਦੇ ਵਿੱਚ ਹੁਣ 100% ਦਾ ਪ੍ਰੂਫ ਕਿਸੇ ਕੋਲ ਨਹੀਂ ਹੁੰਦਾ ਹਰੇਕ ਚੀਜ਼ ਦਾ। ਐਫੀਡੇਵਿਟਸ ਹੁੰਦੇ ਨੇ ਜਾਂ ਡਾਕਟਰ ਦੀ ਲੈਟਰ ਹੁੰਦੀ ਹੈ, ਤੇ ਜਿਹੜੀ ਅਸਾਈਲਮ ਤੁਹਾਡੀ ਪ੍ਰੋਸੀਡਿੰਗਸ ਹੁੰਦੀਆਂ, ਉਹ ਸਾਰੀ ਪ੍ਰੋਸੀਡਿੰਗਸ 'ਚ ਸਭ ਤੋਂ ਜ਼ਿਆਦਾ ਫੋਕਸ ਇਹੀ ਹੁੰਦਾ ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ, ਸੱਚ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਤਰੀਕ ਇਹਦੀ ਸਹੀ ਹੈਗੀ ਕਿ ਨਹੀਂ ਹੈਗੀ। ਤੇ ਜਿਹੜੇ ਆ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਕਿ ਐਡਰੈਸ ਵਗੈਰਾ, ਬੰਦਾ ਕਿੱਥੇ ਰਹਿ ਰਿਹਾ, ਜੇ ਤੁਸੀਂ ਫੜੇ ਗਏ, ਜੇ ਤੁਸੀਂ ਦੱਸਿਆ ਝੂਠਾ ਤੇ ਬਾਅਦ 'ਚ ਕੁਝ ਹੋਰ ਨਿਕਲਿਆ ਆਈਡੀ, ਤੁਹਾਡੀ ਉਹਨਾਂ ਕ੍ਰੈਡੀਬਿਲਿਟੀ ਤੇ ਜਾਂਦੀ ਹੈਗੀ ਗੱਲ ਸਿੱਧੇ, ਤੇ ਸਰਕਾਰੀ ਵਕੀਲ ਉਹ ਮੁੱਦਾ ਚੱਕ ਸਕਦਾ ਕਿ ਇਹ ਬੰਦਾ ਕ੍ਰੈਡੀਬਲ ਨਹੀਂ ਹੈਗਾ, ਇਹ ਹੁਣ ਵੀ ਝੂਠ ਬੋਲ ਰਿਹਾ। ਜੀ, ਆਪਾਂ ਵੈਸੇ ਵੀ ਦੇਖ ਰਹੇ ਸੀਗੇ ਵੀ ਗੁੱਡ ਬਿਹੇਵੀਅਰ ਨੂੰ ਲੈ ਕੇ ਕਾਫੀ ਇਹਨਾਂ ਨੇ ਸਖਤੀ ਜਿਹੜੀ ਉਹ ਕੀਤੀ ਹੋਈ ਆ, ਵੀ ਚੈੱਕ ਕਰਨਾ ਅਸੀਂ ਵੀ ਤੁਹਾਡਾ ਗੁੱਡ ਬਿਹੇਵੀਅਰ ਹੈਗਾ ਕਿ ਨਹੀਂ ਹੈਗਾ, ਜਿਹੜੇ ਗ੍ਰੀਨ ਕਾਰਡ ਤੋਂ ਸਿਟੀਜ਼ਨਸ਼ਿਪ ਦੇ ਵੱਲ ਨੂੰ ਵੀ ਵੱਧ ਰਹੇ ਹੈਗੇ ਆ। ਸੋ ਵੀ ਜਾਣ ਬੁੱਝ ਕੇ ਆਪਾਂ ਦੇਖ ਰਹੇ ਹਾਂ ਵੀ ਹਰਡਲਸ ਤੇ ਅਖਿਆਈ ਜਿਹੜੀ ਉਹ ਕਰ ਰਹੇ ਆ। ਸੋ ਤੁਸੀਂ ਕਾਨੂੰਨ ਦੇ ਮੁਤਾਬਕ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਚੱਲੋ, ਜੋ ਪ੍ਰੋਸੈਸ ਆ, ਪ੍ਰੋਸੀਜਰ ਆ, ਉਸ ਨੂੰ ਫੋਲੋ ਕਰੋ, ਤੇ ਫਿਰ ਮੁਸ਼ਕਿਲਾਂ ਜਿਹੜੀਆਂ ਘੱਟ ਆਉਣਗੀਆਂ, ਅਦਰਵਾਈਜ਼ ਫਿਰ ਮੁਸ਼ਕਿਲਾਂ ਆ ਜਾਣਗੀਆਂ। ਨੋ ਡਾਊਟ ਕਈਆਂ ਦੇ ਪਾਸ ਵੀ ਹੋ ਜਾਣੇ ਆ, ਅਤੇ ਉਹਨਾਂ ਨੇ ਕਹਿਣਾ ਯਾਰ ਸਾਨੂੰ ਕੋਈ ਚੱਕਰ ਨਹੀਂ ਆਈ, ਪਰ ਹਰ ਇੱਕ ਚੀਜ਼ ਦੀ ਵਿੱਚ ਇੱਦਾਂ ਲਾਈ ਲੱਗ ਜਿਹੜਾ ਉਹ ਨਾ ਲੱਗਿਓ। ਕਿਸੇ ਦਾ ਜੇ ਨਿਕਲ ਗਿਆ ਜ਼ਰੂਰੀ ਨਹੀਂ ਹੈ, ਗਰੰਟੀ ਕਿਸੇ ਚੀਜ਼ ਦੀ ਨਹੀਂ ਵੀ ਤੁਹਾਡਾ ਵੀ ਜਿਹੜਾ ਉਹ ਫਿਰ ਉਸ ਹਿਸਾਬ ਦੇ ਨਾਲ ਉਹ ਪਾਸ ਹੋਊਗਾ ਹੀ ਹੋਊਗਾ। ਐਵਰੀ ਕੇਸ ਇਜ਼ ਡਿਫਰੈਂਟ, ਉਹਨਾਂ ਨੇ ਉਸ ਹਿਸਾਬ ਦੇ ਨਾਲ ਉਹਦੀ ਮੈਰਿਟ 'ਤੇ ਹੀ ਜਾਣਾ ਹੁੰਦਾ ਆ ਜੀ। ਜਦੋਂ ਨਾ ਤੁਹਾਡੀ ਇੰਡੀਵਿਜੂਅਲ ਹੀਅਰਿੰਗ ਆਉਂਦੀ ਹੈ, ਫਾਈਨਲ ਹੀਅਰਿੰਗ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੰਮ ਜੱਜ ਇਹੀ ਕਰਦਾ ਹੈ ਕਿ ਤੇਰਾ 589 ਜਿਹੜਾ ਫਾਰਮ ਆ ਉਹਨੂੰ ਦੇਖੋ, ਇਹ 'ਚ ਕੁਝ ਅਪਡੇਟ ਹੋਣ ਵਾਲਾ ਤਾਂ ਨਹੀਂ ਹੈਗਾ, ਇਨਕਲੂਡਿੰਗ ਐਡਰੈਸ ਵਾਲਾ, ਹੈ ਨਾ। ਹੁਣ ਜਿਹੜੇ ਮਤਲਬ ਹੁਣ ਕਿਸੇ ਨੂੰ ਪਤਾ ਤਾਂ ਹੈ ਨਹੀਂ ਕੋਈ ਕਿੱਥੇ ਰਹਿੰਦਾ ਹੈਗਾ, ਪਰ ਜੇ ਇੱਦਾਂ ਕਿ ਤੁਸੀਂ ਕਹਿੰਦੇ ਹੋ ਰਹਿੰਦੇ ਕੈਲੀਫੋਰਨੀਆ, ਤੇ ID ਵਗੈਰਾ, ਲਾਇਸੈਂਸ ਵਗੈਰਾ, ਡਰਾਈਵਰ ਤੁਸੀਂ ਕਿਸੇ ਹੋਰ ਸਟੇਟ ਦੇ ਬਣਾਏ ਹੋਏ ਨੇ, ਉਹ ਫਿਰ ਤੁਹਾਡੀ ਕੰਪਲੀਕੇਸ਼ਨ ਹੋ ਸਕਦੀ ਹੈ ਉਹਦੀ। ਤੇ ਬਸ ਇਹ ਹੈ ਕਿ ਉਸ ਚੀਜ਼ 'ਚ ਫਸਿਓ ਨਾ ਕਦੀ ਕਿ ਬਾਅਦ 'ਚ ਤੁਹਾਨੂੰ ਉਹ ਕਹਿ ਲੈਣ ਕਿ ਇਹ ਲਾਇਸੈਂਸ ਕਿੱਥੋਂ ਦੀ ਆਇਆ, ਇਹ ਐਡਰੈਸ ਕਿੱਦਾਂ ਲਿਖਿਆ ਐਮਪਲੋਇਰ ਦਾ, ਤੇ ਉਹ ਹਾਂਜੀ ਜੀ। ਅਗਲੇ ਕਾਲਰ ਨੇ ਕਮਲਜੀਤ। ਸਤਿ ਸ਼੍ਰੀ ਅਕਾਲ ਕਮਲਜੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਭਾਜੀ ਕੁਐਸਚਨ ਹੈਗਾ ਕਿ ਮੇਰੀ ਵਾਈਫ ਆਈ ਸੀ 2015 'ਚ, ਤੇ ਆਪਾਂ 1 ਸਾਲ ਦੇ ਵਿੱਚ ਅਸਾਈਲਮ ਦਾ ਕੇਸ ਲਾਇਆ ਸੀ। ਉਸ ਤੋਂ ਬਾਅਦ ਸਾਨੂੰ ਵਰਕ ਪਰਮਿਟ ਵਗੈਰਾ ਆਈ ਜਾਂਦੇ ਨੇ, ਸਾਡੀ ਕੋਈ ਪਹਿਲੀ ਤਰੀਕ ਵੀ ਨਹੀਂ ਆਈ। ਕੋਈ ਇਹਨੂੰ ਕਿੰਨਾ ਕੁ ਟਾਈਮ ਲੱਗ ਸਕਦਾ ਹੈ ਇਹ ਚੀਜ਼ ਤੋਂ? ਭਾਜੀ ਪੁਰਾਣੇ ਵਾਲੇ ਕੇਸ ਸਲੋ ਚੱਲ ਰਹੇ ਨੇ, ਨਵੇਂ ਵਾਲੇ ਪਹਿਲਾਂ ਇਹ ਫੈਸਲੇ ਲਓਗੇ। 2014, 15, 16 ਵਾਲੇ ਕੇਸ ਸਾਨੂੰ ਟਾਈਮ ਲੱਗ ਸਕਦਾ ਹੈ ਕਾਫੀ, 2-3 ਸਾਲ ਹੋਰ ਆਰਾਮ ਨਾਲ ਜੀ। 2-3 ਸਾਲ ਲੱਗ ਸਕਦਾ, ਠੀਕ ਹੈ ਜੀ। ਅਗਲੇ ਕਾਲਰ ਨੇ ਸੁਖ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਭਾਜੀ ਇੱਕ ਕੁਐਸਚਨ ਪੁੱਛਣਾ ਸੀ। ਮੈਂ ਮੇਰੀ ਮੈਰਿਜ ਹੋਈ ਸੀ ਇੰਡੀਆ, ਮੈਂ US ਸਿਟੀਜ਼ਨ ਆ, ਆਪਣੀ ਮੇਰੀ ਵਾਈਫ ਜਿਹੜੀ ਨਿਊਜ਼ੀਲੈਂਡ ਸਿਟੀਜ਼ਨ ਹੈ, ਤੇ ਉਹ ਆਪਣੀ ਮੈਰਿਜ ਇੰਡੀਆ ਰਜਿਸਟਰਡ ਨਹੀਂ ਹੋ ਸਕੀ ਕਿਉਂਕਿ ਆਪਣੇ ਕੋਲ ਦੋਵਾਂ ਕੋਲ OCI ਨਹੀਂ ਸੀਗੀ, ਤੇ ਇਸ ਟਾਈਮ ਉਹ ਨਿਊਜ਼ੀਲੈਂਡ ਚ ਆ ਤੇ ਮੈਂ ਇੱਥੇ ਆ, ਤੇ ਉਹਨੂੰ ਕਿਸੇ ਤਰੀਕੇ ਆਪਾਂ ਅਪਲਾਈ ਕਰਕੇ ਬੁਲਾ ਸਕਦੇ ਹਾਂ ਕਿ ਤੁਸੀਂ ਫਿਆਂਸੇ ਵੀਜ਼ਾ ਅਪਲਾਈ ਕਰ ਸਕਦੇ ਹੋ। ਹੁਣ ਅਪਲਾਈ ਕਰਨ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਤੁਹਾਨੂੰ ਪਤਾ ਤਾਂ ਹੈ ਨਹੀਂ ਕਿ ਕੋਵਿਡ ਕਿੰਨੀ ਦੇਰ ਚੱਲੂਗਾ, ਹੈ ਨਾ। ਓਕੇ। ਤੇ ਫਿਆਂਸੇ ਵੀਜ਼ਾ ਕਰਕੇ ਤੁਸੀਂ ਬੁਲਾ ਲਓ। ਫਿਆਂਸੇ ਵੀਜ਼ੇ ਦੀ ਵੈਸੇ ਡਿਊਰੇਸ਼ਨ 10 ਤੋਂ 12 ਮਹੀਨੇ ਹੁੰਦੀ ਹੈ, ਤੇ ਜੇ ਵਿੱਚ ਇਹਦੇ ਦੌਰਾਨ ਦੇ ਵਿੱਚ ਖੁੱਲ੍ਹ ਜਾਂਦਾ ਹੈ ਉਹ, ਤੁਸੀਂ ਜਾ ਸਕਦੇ ਹੋ ਨਿਊਜ਼ੀਲੈਂਡ ਵਗੈਰਾ, ਕਿਤੇ ਵਿਆਹ ਤਾਂ ਤੁਹਾਡਾ ਬਣਦਾ ਤੇ ਫਿਰ ਤੁਸੀਂ ਵਿਆਹ ਕਰਾ ਕੇ ਦੁਬਾਰਾ ਸਪਾਊਸ ਵਾਲਾ ਕੇਸ ਫਾਈਲ ਕਰ ਸਕਦੇ ਹੋ। ਤੇ ਮਤਲਬ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ 6-7 ਮਹੀਨੇ ਵੇਸਟ ਨਾ ਕਰੋ, ਤੁਸੀਂ ਫਿਲਹਾਲ ਫਿਆਂਸੇ ਵੀਜ਼ਾ ਫਾਈਲ ਕਰ ਦਿਓ। ਠੀਕ ਹੈ। ਤੇ ਜੇ ਉਹ ਇੱਥੇ ਆ ਜਾਵੇ, ਆਪਾਂ ਇੱਥੇ ਉਹਦਾ ਡਾਇਰੈਕਟ ਫਾਈਲ ਕਰ ਸਕਦੇ ਹਾਂ ਉਹਨੂੰ, ਕਿਉਂਕਿ ਐਂਟਰੀ ਆਈ ਸੀ ਨਾ ਨਿਊਜ਼ੀਲੈਂਡ ਪਾਸਪੋਰਟ ਦੀ ਜਿਹੜੇ ਹਾਂਜੀ, ਇਹ ਨਾ ਇੱਕ 2-3 ਚੀਜ਼ਾਂ। ਇੱਕ ਤਾਂ ਹੈਗਾ ਕਿ ਤੁਸੀਂ ਪਹਿਲਾਂ ਇਰਾਦੇ ਨਾਲ ਨਹੀਂ ਆ ਸਕਦੇ ਹੋ, ਆ ਕੇ ਤੁਸੀਂ ਆਪਣਾ ਇਰਾਦਾ ਚੇਂਜ ਕਰ ਸਕਦੇ ਹੋ, ਠੀਕ ਹੈ, 90 ਦਿਨ ਤੋਂ ਬਾਅਦ। ਜਿਹੜੇ ਹੁਣ ਇਹ ਜਿਹੜੇ ਵੀਜ਼ਾ ਵੇਵਰ ਵਾਲੇ ਨੇ, ਇਹਨਾਂ ਦੇ ਨਾ ਥੋੜੇ ਜਿਹੇ ਸਪੈਸ਼ਲ ਰੂਲ ਹੈਗੇ ਨੇ। ਵੀਜ਼ਾ ਵੇਵਰ ਦਾ ਸਪੈਸ਼ਲ ਰੂਲ ਇਹ ਹੈਗਾ ਕਿ ਜੇ ਤੁਸੀਂ ਸਿਟੀਜ਼ਨ ਦੇ ਬੇਸ ਤੇ ਐਡਜਸਟਮੈਂਟ ਫਾਈਲ ਕਰਦੇ ਹੋ, ਵੀਜ਼ਾ ਜਿਹੜਾ ਵੀਜ਼ਾ ਵੇਵਰ ਹੈ, ਬੇਸਿਕਲੀ ਜਦੋਂ ਤੁਸੀਂ ਵੀਜ਼ਾ ਵੇਵਰ ਤੇ ਆਉਂਦੇ ਹੋ, ਵੀਜ਼ਾ ਵੇਵਰ ਵਾਲਾ ਬੰਦਾ, ਵੀਜ਼ਾ ਵੇਵਰ ਦਾ ਮਤਲਬ ਇਹ ਹੈਗਾ ਕਿ ਮੈਂ ਆਲਰੇਡੀ ਜਿਹੜੇ ਜੱਜ ਮੋਰੇ ਮੇਰੇ ਰਾਈਟ ਹੈ ਉਹ ਮੈਂ ਸਰੈਂਡਰ ਕਰ ਰਿਹਾ, ਮੈਂ ਜੱਜ ਮੋਰੇ ਨਹੀਂ ਜਾਊਂਗਾ। ਮਤਲਬ ਕਿ ਇਮੀਗ੍ਰੇਸ਼ਨ ਤੁਹਾਨੂੰ ਰਿਮੂਵ ਕਰ ਸਕਦੀ ਹੈ ਬਿਨਾਂ ਜੱਜ ਦੇ ਮੋਰੇ ਭੇਜੇ। ਓਕੇ, ਠੀਕ ਹੈ। ਤੁਹਾਡੀ ਸੇਮ ਮਤਲਬ ਤੁਸੀਂ ਸੇਮ ਫੁਟਿੰਗ ਤੇ ਨਹੀਂ ਹੈਗੇ ਜਿਹੜੇ ਟੂਰਿਸਟ ਵੀਜ਼ਾ ਵਾਲਾ ਬੰਦਾ ਆਉਂਦਾ ਹੈਗਾ। ਤੇ ਹਾਂਜੀ, ਵੈਸੇ ਕੋਈ ਦਿੱਕਤ ਨਹੀਂ ਹੋਈ ਜਿਹੜੇ ਵੀਜ਼ਾ ਵੇਵਰ ਤੇ ਆਉਂਦੇ ਨੇ। ਜੇ ਤੁਸੀਂ ਕੋਰਟ ਮੋਰੇ ਨਹੀਂ ਜਾਂਦੇ ਹੋ ਜਾਂ ਤੁਹਾਨੂੰ ਫੜਦੇ ਨਹੀਂ ਹੈਗੇ ਆ, ਤੇ ਤੁਸੀਂ ਐਡਜਸਟਮੈਂਟ ਫਾਈਲ ਕਰ ਸਕਦੇ ਹੋ। ਪਰ ਤੁਸੀਂ ਇਹ ਦੇਖ ਲਿਓ ਕਿ ਰਿਸਕ ਇਹ ਹੈਗਾ ਕਿ ਇੱਕ 90 ਡੇਜ਼ ਤੋਂ ਬਾਅਦ ਤੁਹਾਡਾ ਇਰਾਦਾ ਬਣਨਾ ਚਾਹੀਦਾ, ਤੇ ਫਿਰ ਉਹਦੇ ਬਾਅਦ ਇਹ ਹੈਗਾ ਕਿ ਕਿਸੇ ਪੰਗੇ 'ਚ ਨਹੀਂ ਫਸਣਾ ਹੈਗਾ। ਕਲੀਨ ਕੇਸ ਹੋਣਾ ਚਾਹੀਦਾ ਹੈ ਸਾਰਾ, ਫਾਈਲ ਐਡਜਸਟਮੈਂਟ ਅਪਰੂਵ ਹੋਣੀ ਚਾਹੀਦੀ ਹੈ, ਤੇ ਪੋਸੀਬਿਲਿਟੀ ਹੁੰਦੀ ਹੈ। ਜੀ ਜੀ। ਅਤੇ ਬਿਲਕੁਲ। ਸੋ ਸਰੋਤਿਓ, ਜੇ ਤੁਸੀਂ ਵੀ ਡਾਇਰੈਕਟ ਵਕੀਲ ਹੁਣਾਂ ਦੀ ਸਲਾਹ ਲੈਣਾ ਚਾਹੁੰਦੇ ਆ, ਉਹਨਾਂ ਦੇ ਆਫਿਸ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਆ 4159090503 415-909-0503 ਦੇ ਉੱਤੇ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਇਕਬਾਲ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇਕਬਾਲ ਸਿੰਘ ਬੋਲ ਰਿਹਾ। ਮੈਂ ਭਾਈ ਮੇਰੇ ਕੋਲ 2 ਕੁਐਸਚਨ ਨੇ। ਮੇਰੀ ਸਿਟੀਜ਼ਨ ਦੀ ਇੰਟਰਵਿਊ ਹੈ 2 ਵੀਕ ਬਾਅਦ, ਤੇ ਜਿਹੜਾ ਉਹਨਾਂ ਨੇ ਲੈਟਰ ਭੇਜਿਆ ਉਹਦੇ 'ਚ ਇੱਕ ਆਪਸ਼ਨ ਉਹ ਕਹਿੰਦੇ ਨੇ ਕਿ ਸਿਲੈਕਟਿਵ ਸਰਵਿਸ ਦਾ ਜਿਹੜਾ ਉਹ ਲੈ ਕੇ ਆਓ ਨਾਲ, ਪਰ ਮੇਰੇ ਕੋਲ ਹੈ ਨਹੀਂ ਉਹ। ਮੇਰੀ ਉਮਰ 31। ਜਦੋਂ ਆਏ ਸੀ ਉਦੋਂ ਕਿੰਨੀ ਸੀ? ਉਦੋਂ 21 ਸਾਲ ਹੈ ਜੀ। ਹਾਂਜੀ, ਫਿਰ ਤੁਸੀਂ ਜੀ ਸਿਲੈਕਟਿਵ ਸਰਵਿਸ ਨਹੀਂ ਕੀਤਾ। ਹੁਣ ਤੁਹਾਡੀ ਉਮਰ 31 ਸਾਲ, ਜਦੋਂ ਤੁਸੀਂ ਫਾਈਲ ਕੀਤਾ ਸੀਗਾ ਉਦੋਂ 31 ਸਾਲ ਤੋਂ ਥੱਲੇ ਸੀਗੇ? ਹਾਂਜੀ ਹਾਂਜੀ। ਜਿੱਦਾਂ ਹੁਣੇ ਦੱਸ ਕੇ ਹਟੇਂਗੀ, ਜਿਹਨਾਂ ਨੇ ਸਿਲੈਕਟਿਵ ਸਰਵਿਸ ਲਈ ਨਹੀਂ ਕੀਤਾ, ਤੇ ਜਿਹੜੇ 31 ਸਾਲ ਤੋਂ ਥੱਲੇ ਜਿਹੜੇ ਫਾਈਲ ਕਰਦੇ ਉਹਨਾਂ ਦਾ ਇਮੀਗ੍ਰੇਸ਼ਨ ਨੂੰ ਹੱਕ ਹੈਗਾ ਡਿਨਾਈ ਕਰਨ ਦਾ। ਤੁਸੀਂ ਇੱਕ ਮੈਂ ਪੁੱਛਣਾ ਚਾਹੁੰਦਾ, ਜਦੋਂ 21 ਦੇ ਤੁਸੀਂ ਆਏ ਸੀ ਉਦੋਂ ਗ੍ਰੀਨ ਕਾਰਡ ਤੇ ਆਏ ਸੀ ਜਾਂ ਕਿਸੇ ਹੋਰ ਵੀਜ਼ੇ ਤੇ ਆਏ ਸੀ? ਨਹੀਂ ਵਾਹਿਗੁਰੂ ਅਸਾਈਲਮ ਤੇ ਹੀ ਗਏ ਆਪਾਂ। ਅਸਾਈਲਮ ਦੇ? ਗ੍ਰੀਨ ਕਾਰਡ ਕਦੋਂ ਮਿਲਿਆ? ਗ੍ਰੀਨ ਕਾਰਡ 2013 ਚ ਮਿਲਿਆ ਸੀਗਾ। ਉਦੋਂ ਕਿੰਨੀ ਉਮਰ ਸੀ ਤੁਹਾਡੀ? 13 ਚ ਹੋ ਗਏ ਆਪਾਂ। 2011 ਚ ਆਇਆ ਮੈਂ। 2 ਸਾਲ 23 ਸਾਲ ਦੇ 23 ਸਾਲ। ਸੋ ਕਰਾਉਣਾ ਪੈਣਾ ਸੀ। ਰਿਕੁਆਇਰਮੈਂਟ ਤਾਂ ਸੀਗੀ ਰਜਿਸਟਰ ਕਰਨ ਦੀ। ਚਲੋ ਉਹਦਾ ਕੋਈ ਨਹੀਂ, ਬਸ ਇਹ ਹੈ ਕਿ ਇਮੀਗ੍ਰੇਸ਼ਨ ਤੁਹਾਡਾ ਡਿਨਾਈ ਕਰ ਸਕਦੀ ਹੈ, ਤੇ ਫਿਰ ਤੁਹਾਨੂੰ ਦੁਬਾਰਾ ਰੀਫਾਈਲ ਕਰੋਗੇ, ਕੋਈ ਚੱਕਰ ਨਹੀਂ, ਮਿਲ ਜਾਊਗਾ। ਫਿਰ 31 ਤੋਂ ਬਾਅਦ ਦੇ ਵਿੱਚ ਜਦੋਂ ਦੁਬਾਰਾ ਕਰੋਗੇ ਫਿਰ ਹੋ ਜਾਊਗਾ ਹੋਪਫੁਲੀ। ਜੇ ਇਸ ਵਾਰ ਕਰਨ ਦਿੱਤਾ ਤਾਂ ਕਰਨ ਦਿੱਤਾ, ਨਹੀਂ ਤਾਂ ਫਿਰ ਦੂਜਾ ਸਵਾਲ ਕੀ ਸੀਗਾ ਤੁਹਾਡਾ? ਅੱਛਾ, ਦੂਜਾ ਭਾਜੀ ਮੈਂ ਨਾ ਜੁਲਾਈ ਚ 2019 ਚ ਕੀਤੀ ਸੀ ਸਿਟੀਜ਼ਨ ਦਾ ਨਾ, ਤੇ ਬਾਅਦ ਚੋਂ ਮੇਰਾ ਸਬੱਬ ਬਣਿਆ, ਮੈਂ ਅਕਤੂਬਰ ਚ ਨਾ ਲਾਇਸੈਂਸ ਮੈਂ ਚੇਂਜ ਕਰਾ ਲਿਆ ਕਨੈਡੀਕਟ ਦਾ, ਪਰ ਮੇਰਾ ਜਿਹੜਾ ਰੈਜ਼ੀਡੈਂਸ ਏਰੀਆ ਐਡਰੈਸ ਹੈ ਉਹ ਨਿਊਯਾਰਕ ਦਾ ਸੀਗਾ, ਤੇ ਉਹਦਾ ਤੇ ਨਹੀਂ ਕੋਈ ਇਸ਼ੂ? ਕੇਸ ਕਿੱਥੇ ਫਾਈਲ ਕੀਤਾ? ਕੇਸ ਕਿੱਥੇ ਫਾਈਲ ਕੀਤਾ? ਦੇਖੋ, ਜਿਹੜੀ ਸਿਟੀਜ਼ਨਸ਼ਿਪ ਹੁਣ ਨਾ ਤੁਹਾਡਾ 2 ਤੁਹਾਡੇ ਪੰਗੇ ਮੇਨ ਹੈਗੇ ਆ। ਇੱਕ ਸਿਟੀਜ਼ਨਸ਼ਿਪ ਦੇ ਵਿੱਚ ਜਿੱਦਾਂ ਭਾਜੀ ਹੁਣ ਰਾਜਕਰਨ ਪਹਿਲਾਂ ਦੱਸਿਆ ਕਿ ਗੁੱਡ ਮੋਰਲ ਕਰੈਕਟਰ ਐਸਟੈਬਲਿਸ਼ ਕਰਨਾ ਹੁੰਦਾ ਪਿਛਲੇ 5 ਸਾਲਾਂ ਦਾ। ਜੀ। ਕਹਿਣ ਦਾ ਮਤਲਬ ਹੈਗਾ ਕਿ ਕੋਈ ਵੀ ਐਪਲੀਕੇਸ਼ਨ ਵਗੈਰਾ 'ਚ ਕੋਈ ਵੀ ਕਿਸੇ ਕਿਸਮ ਦਾ ਝੂਠ ਨਹੀਂ ਹੋਣਾ ਚਾਹੀਦਾ, ਫਰਜ਼ਰੀ ਮੰਨਦੇ ਹਨ। ਇੱਕ ਤਾਂ ਤੁਹਾਡੀ ਇਨਫੋਰਮੇਸ਼ਨ ਸਾਰੀ ਸਹੀ ਹੋਣੀ ਚਾਹੀਦੀ ਹੈ ਸਿਟੀਜ਼ਨਸ਼ਿਪ ਦੀ, ਠੀਕ ਹੈ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਸਿਟੀਜ਼ਨਸ਼ਿਪ ਦੀ ਨਾ ਰਿਕੁਆਇਰਮੈਂਟ ਹੈਗੀ ਹੈ ਕਿ ਤੁਸੀਂ ਆਪਣੀ ਸਟੇਟ ਦੇ ਵਿੱਚ 90 ਦਿਨ ਰਹਿੰਦੇ ਹੋਣੇ ਚਾਹੀਦੇ ਹੋ ਜਿੱਥੇ ਤੁਸੀਂ ਫਾਈਲ ਕਰਦੇ ਹੋ। ਤੇ ਹੁਣ ਜਿਹੜੇ ਆ ਮਲਟੀ ਸਟੇਟ ਵਾਲੇ ਆ, ਕਨੈਟੀਕਟ, ਨਿਊਯਾਰਕ ਵਾਲਾ, ਉਹਨਾਂ ਦਾ ਨਾ ਇਹ ਪੰਗਾ ਪੈ ਜਾਂਦਾ। ਤੁਸੀਂ ਹੁਣ ਇਹ ਕਰਿਓ ਕਿ ਜਦੋਂ ਤੁਹਾਡੇ ਕੋਲ ਉਹ ਪੁੱਛੋਗੇ ਨਾ, ਤੁਸੀਂ ਆਪਣਾ ਕਲੈਰੀਫਾਈ ਕਰ ਦਿਓ ਐਡਰੈਸ ਵਗੈਰਾ, ਜੇ ਤੁਹਾਡਾ ਉਹ ਮਸਲਾ ਪੈਂਦਾ, ਝੂਠ ਨਾ ਬੋਲਿਓ ਉੱਥੇ। ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਨਰਿੰਦਰ ਸਿੰਘ ਜੀ।
ਨਰਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੁਸੀਂ ਤੁਹਾਡਾ ਥੈਂਕਸ, ਤੁਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਹੋ। ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਸੀ। ਮੈਂ ਇੱਥੇ ਅਸੀਂ ਸਿਟੀਜ਼ਨ ਹੈਗੇ US ਦੇ, ਤੇ ਮੇਰੀ ਬੇਟੀ ਕੈਨੇਡੀਅਨ ਸਿਟੀਜ਼ਨ ਹੈ। ਵਿਦਆਊਟ ਹਰ ਕੰਸੈਂਟ ਮੈਂ ਉਸਨੂੰ ਇੱਥੇ ਅਪਲਾਈ ਕਰ ਸਕਦਾ? ਤੁਸੀਂ ਅਪਲਾਈ ਕਰ ਸਕਦੇ ਹੋ। ਅਡਲਟ ਹੈ, 21 ਤੋਂ ਉੱਤੇ ਜੀ? ਉਹ ਮੈਰਿਡ ਹੈ, ਬੱਚਾ ਹੈ। ਹਾਂਜੀ ਹਾਂ, ਬਿਲਕੁਲ ਅਪਲਾਈ ਤੁਸੀਂ ਕਰ ਸਕਦੇ ਹੋ, ਪਰ ਉਹੀ ਹੈ ਟਾਈਮ ਲੱਗਣਾ ਉਹਨਾਂ ਨੂੰ, ਕੋਈ ਸ਼ਾਰਟਕਟ ਨਹੀਂ ਮਿਲਣਾ। ਜੇ ਸਿਟੀਜ਼ਨ ਹੈ ਤੁਸੀਂ ਕਹਿੰਦੇ ਵਿਦਆਊਟ ਕੰਸੈਂਟ ਉਹਨਾਂ ਨੂੰ ਦੱਸੇ ਬਗੈਰ ਵੀ ਫਾਈਲ ਹੋ ਸਕਦਾ। ਵਿਦਆਊਟ ਉਹਨਾਂ ਸਾਈਨ ਤੇ ਚਾਹੀਦੇ ਹੋਣੇ ਉਹਨਾਂ ਦੇ ਐਪਲੀਕੇਸ਼ਨ ਤੇ ਕਿ ਨਹੀਂ? ਨਹੀਂ ਕਰ ਸਕਦੇ, 130 ਫਾਈਲ ਕਰ ਸਕਦੇ ਹੋ। ਕਰ ਸਕਦੇ ਹੋ ਜੀ। ਹਾਂਜੀ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਹੈ। ਹਾਂਜੀ ਦੈਟਸ ਫਾਈਨ। ਉਹਨਾਂ ਚਿਰ ਰਹੀ ਜਾਣਾ ਉੱਥੇ, ਗਵਾਂਢ 'ਚ ਹੀ ਆ। ਦੇਖੋ ਤੁਸੀਂ ਬੈਸਟ ਤੁਹਾਡੇ ਲਈ ਕੀ ਹੈ, ਜੇ ਤੁਸੀਂ ਮਤਲਬ ਜੇ ਫੈਮਿਲੀ ਮੂਵ ਹੋਣਾ ਚਾਹੁੰਦੀ ਹੈ ਇੱਥੇ, ਪਹਿਲਾਂ ਤੁਸੀਂ ਇੱਕ E2 ਵੀਜ਼ੇ ਦਾ ਸਹਾਰਾ ਲਓ। ਬਿਜ਼ਨਸ ਜੇ ਕਰਦੇ ਇੱਥੇ ਆ ਤੁਹਾਡਾ, E2 ਵੀਜ਼ੇ ਦੇ ਥੱਲੇ ਆਓ। ਜਦੋਂ E2 ਵੀਜ਼ੇ ਤੇ ਆਉਂਦੇ ਹੋ ਤੁਹਾਨੂੰ ਟਾਈਮ ਦੇਗਾ ਇੱਥੇ ਰਹਿਣ ਦਾ, ਕੰਮ ਕਰਨ ਦਾ, ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ 130 ਫਾਈਲ ਕਰੋ। ਜੀ। ਅਗਲੇ ਕਾਲਰ ਨੇ ਜਸਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ 2 ਕੁਐਸਚਨ ਆ ਭਾਜੀ। ਜੀ ਜੀ। ਜਿੱਦਾਂ ਮੈਂ ਹੁਣ ਆਇਆ ਇੰਡੀਆ ਤੋਂ, ਵੀਜ਼ੇ ਤੇ ਆਇਆ ਮੈਂ ਜੀ, ਤੇ ਆਏ ਨੂੰ ਮੈਨੂੰ ਹੋ ਗਏ ਕੋਈ 13-14 ਸਾਲ ਜੀ। ਤੇ ਮੈਂ ਗ੍ਰੀਨ ਕਾਰਡ ਵਾਲੀ ਲੜਕੀ ਨਾਲ ਵਿਆਹ ਕਰਾਇਆ, ਕੁੜੀ ਨਾਲ। ਉਹਦੇ ਕੋਲ ਗ੍ਰੀਨ ਕਾਰਡ ਆ ਜੀ, ਤੇ ਮੈਨੂੰ I 130 ਮਿਲ ਗਿਆ। ਉਹ ਤੋਂ ਅੱਗੇ ਨਹੀਂ ਕੁਝ ਵੀ ਮਿਲਿਆ ਜੀ। ਤੁਸੀਂ 485 ਫਾਈਲ ਕੀਤਾ? ਨਹੀਂ, ਉਹ ਨਹੀਂ ਕੀਤਾ ਜੀ। ਜੀ, ਸਟੇਟਸ ਐਡਜਸਟ ਵੀ ਤਾਂ ਕਰਾਉਣਾ ਨਾ। ਹਾਂਜੀ, ਮੈਂ ਰੂਲ ਦੱਸ ਦਿੰਦਾ ਕੀ ਹੈ ਜੀ। ਜਿਹੜੀ ਸਿਟੀਜ਼ਨ ਕੁੜੀ, ਜਿਹੜਾ ਬੰਦਾ ਪੱਕੇ ਤੌਰ ਤੇ ਆਇਆ ਪਰ ਬਾਅਦ ਚ ਕੱਚਾ ਹੋ ਗਿਆ, ਗ੍ਰੀਨ ਕਾਰਡ ਵਾਲੀ ਕੁੜੀ ਉਹਨੂੰ ਗ੍ਰੀਨ ਨਹੀਂ ਦਵਾ ਸਕਦੀ ਪੇਪਰ। ਉਹਨੂੰ ਜਿਹੜੇ ਸਿਰਫ ਸਿਟੀਜ਼ਨ ਹੈਗੇ ਉਹਨਾਂ ਨੂੰ ਛੋਟ ਹੈਗੀ ਕਿ ਕੱਚੇ ਬੰਦੇ ਨੂੰ ਪੱਕਾ ਕਰਾਉਣ ਦੀ। ਜਿਹੜੇ ਗ੍ਰੀਨ ਕਾਰਡ ਵਾਲੇ ਆ ਉਹਦੀ ਰਿਕੁਆਇਰਮੈਂਟ ਇਹ ਹੈ ਕਿ ਬੰਦੇ ਨੂੰ ਆਪਣਾ ਸਟੇਟਸ ਮੇਨਟੇਨ ਰੱਖਣਾ ਹੁੰਦਾ। ਹੁਣ ਤੁਸੀਂ ਭਾਜੀ ਕੀ ਕਰੋ ਕਿ ਜਦੋਂ ਇਹ ਸਿਟੀਜ਼ਨ ਬਣ ਜਾਂਦੀ ਹੈ, ਠੀਕ ਹੈ, ਤੇ ਨਾਲ ਹੀ ਫਿਰ ਉਸ ਤੋਂ ਬਾਅਦ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਦਿਓ, ਉਹਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲੂਗਾ। ਜੀ, ਤੇ ਕੇਸ ਇਹ ਚੱਲਦਾ ਰਹੂਗਾ ਉਦੋਂ ਦਾ, ਹੈ ਨਾ? 130 ਅਪਰੂਵ ਹੋ ਗਿਆ। ਹਾਂਜੀ, ਵੇਟ ਕਰਨਾ ਪੈਣਾ। ਠੀਕ ਹੈ। ਜਦੋਂ ਫਿਰ ਸਿਟੀਜ਼ਨ ਬਣ ਕੇ ਉਹ ਫਿਰ ਅਪਲਾਈ ਕਰਦੇ ਆ ਇਹਨਾਂ ਦੇ ਐਡਜਸਟਮੈਂਟ ਦੇ ਲਈ। ਜੀ 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 ਜੀ। ਅਗਲੇ ਜਿਹੜੇ ਕਾਲਰ ਨੇ ਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਕੌਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ, ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ ਇੰਡੀਆ ਤੋਂ। ਉਹਨਾਂ ਦੀ ਫਾਈਲ ਨਿਕਲੇ ਲਾਸਟ ਈਅਰ, ਸਾਰੇ ਡਾਕੂਮੈਂਟਸ ਜਮ੍ਹਾਂ ਕਰਾਤੇ। ਉਹਨਾਂ ਦੇ 2 ਬੱਚੇ ਬਾਹਰ ਆ, ਆਸਟ੍ਰੇਲੀਆ ਤੇ ਕੈਨੇਡਾ, ਤੇ ਉਹਨਾਂ ਦੀ ਪੁਲਿਸ ਕਲੀਅਰੈਂਸ ਨੂੰ ਟਾਈਮ ਲੱਗ ਗਿਆ, 5-6 ਮਹੀਨੇ ਲੱਗ ਗਏ। ਜਦੋਂ ਫਿਰ ਉਹ ਵੀ ਜਮ੍ਹਾਂ ਕਰਾ ਦਿੱਤੇ, ਤੇ ਹੁਣ ਉਹਨਾਂ ਨੇ ਐਕਸਕਿਊਜ਼ ਬਣਾਇਆ ਵੀ ਜਿਹੜਾ ਮੈਂ ਇੱਧਰੋਂ ਐਫੀਡੇਵਿਟ ਆਫ ਸਪੋਰਟ ਫਾਰਮ 864 ਜਮ੍ਹਾਂ ਕਰਾਇਆ ਸੀ, ਉਹ ਐਕਸਪਾਇਰ ਹੋ ਗਿਆ। ਤੇ ਹੁਣ ਉਹਨੂੰ ਵੀ ਥੋੜਾ ਜਿਹਾ ਟਾਈਮ ਲੱਗਾ, ਹੁਣ ਉਹ ਵੀ ਬਣਾ ਦਿਆ, ਰੈਡੀ ਕਰ ਲਿਆ। ਪਰ ਜਦੋਂ ਹੁਣ ਅਸੀਂ ਅਪਲੋਡ ਕਰਦੇ ਹਾਂ, 3 ਵੀਕਸ ਹੋ ਗਏ, ਤਾਂ ਉਹ ਉਹਨਾਂ ਦਾ ਪੇਜ ਕਰੈਸ਼ ਹੋ ਜਾਂਦਾ। ਹਾਂਜੀ, ਤੁਸੀਂ ਨਾ ਆਪਣਾ ਬਰਾਊਜ਼ਰ ਸੈਟਿੰਗਸ ਦੇਖੋ। ਇਹ ਕਈ ਵਾਰੀ ਹੁੰਦਾ ਜਿਹੜੇ ਕੰਪਿਊਟਰ ਤੋਂ ਕਰ ਰਹੇ ਹੋ, ਪਰ ਐਸ ਸੱਚ ਅਪਲੋਡ ਹੋ ਰਹੇ ਨੇ, ਕੋਈ ਪ੍ਰੋਬਲਮ ਨਹੀਂ। ਆਪਾਂ ਕੱਲ ਹੀ ਕਰਕੇ ਹਟੇ ਕਾਫੀ ਸਾਰੇ, ਕੋਈ ਇਦਾਂ ਦੀ ਦਿੱਕਤ ਆਣੀ ਨਹੀਂ ਚਾਹੀਦੀ। ਨਹੀਂ ਭਾਜੀ, ਮੈਂ 3 ਡਿਫਰੈਂਟ ਲੋਕੇਸ਼ਨਸ ਔਰ 10 ਡਿਫਰੈਂਟ ਕੰਪਿਊਟਰਸ ਯੂਜ਼ ਕਰਕੇ ਦੇਖੇ। ਫਿਰ ਮੈਂ ਉਹਨਾਂ ਨੂੰ NVC ਨੂੰ ਕਾਲ ਵੀ ਕੀਤਾ, ਤਾਂ ਉਹ ਕਹਿੰਦੇ ਕੋਈ ਸੁਪਰਵਾਈਜ਼ਰ ਚੈੱਕ ਕਰੂਗਾ, ਦੇਖਦੇ ਹਾਂ ਕੀ ਇਸ਼ੂ। ਉਹਨੂੰ ਵੀ 6 ਵੀਕਸ ਲੱਗਣੇ ਆ। ਅੱਛਾ ਜੀ, ਮੈਂ ਤੁਹਾਨੂੰ ਦੱਸ ਦਵਾਂ ਕਿ ਕੇਸ ਫਾਈਲ ਹੋ ਰਹੇ ਨੇ 864, ਕਾਫੀ ਫਾਈਲ ਹੋਏ ਨੇ। ਤੁਹਾਡੇ ਪਰਸਨਲ ਲੈਵਲ ਤੇ ਕੋਈ ਪ੍ਰੋਬਲਮ ਹੈ? ਵੈਸੇ ਕੋਈ ਪ੍ਰੋਬਲਮ ਨਹੀਂ ਹੈਗੀ ਸਿਸਟਮ ਦੇ ਵਿੱਚ। ਕੋਈ ਫਾਈਲ ਸਾਈਜ਼ ਦਾ ਤਾਂ ਨਹੀਂ ਰੌਲਾ ਰੱਪਾ ਹੁੰਦਾ ਜੀ ਇਸ ਚ, ਕਿ ਸੇਮ ਹੀ ਹੁੰਦਾ? ਹਾਂਜੀ ਭਾਜੀ, ਫਾਈਲ ਸਾਈਜ਼ ਵੀ 2 MB ਤੋਂ ਜ਼ਿਆਦਾ ਨਾ ਹੋਵੇ ਫਾਈਲ ਸਾਈਜ਼। ਓਕੇ। 300 DPI ਤੋਂ ਵੱਧ ਪ੍ਰਿੰਟ ਹੋਵੇ, ਜਿਹੜਾ ਕੁਆਲਿਟੀ ਹੈਗੀ ਉਹਨਾਂ ਦੀ। ਤੇ ਮੇਨ ਗੱਲ ਇਹ ਹੈ ਕਈ ਵਾਰੀ ਨਾ ਬਰਾਊਜ਼ਰ ਵਗੈਰਾ ਕਿਹੜਾ ਯੂਜ਼ ਕਰਦੇ ਨੇ, ਬਰਾਊਜ਼ਰ ਮਤਲਬ ਕਿ ਇੰਟਰਨੈਟ ਐਕਸਪਲੋਰਰ, ਜਾਂ ਉਹਨੂੰ ਚੇਂਜ ਕਰਕੇ ਦੇਖੋ, ਕ੍ਰੋਮਕਾਸਟ ਵਗੈਰਾ ਵਰਤ ਕੇ ਦੇਖੋ, ਜੇ ਉਹਨਾਂ ਤੁਹਾਡਾ ਮਸਲਾ ਸੋਲਵ ਹੋ ਸਕਦਾ। ਠੀਕ ਹੈ ਜੀ, ਠੀਕ ਹੈ ਜੀ। ਜੀ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਇੱਥੇ ਹੀ ਆਪਣਾ ਜਿਹੜਾ ਸਮਾਪਤ ਆ। ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਜਾਂ ਤੁਹਾਡਾ ਕੋਈ ਇਮੀਗ੍ਰੇਸ਼ਨ ਦਾ ਸਵਾਲ ਆ, ਤੁਸੀਂ ਡਾਇਰੈਕਟ ਜਿਹੜੇ ਅਟਰਨੀ ਜਗਵੀਰ ਟਿਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦਾ ਨੰਬਰ ਹੈ 4159090503, 415-909-0503, 4159090503 ਦੇ ਉੱਤੇ। ਅਤੇ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਜਿਹੜੀ ਉਹ ਸਮਾਪਤੀ ਆ।
ਤੇ ਜਗਵੀਰ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅਗਲੇ ਵੀਕ ਫਿਰ ਹੋਰ ਖਬਰਾਂ ਦੇ ਨਾਲ ਤੇ ਸਰੋਤਿਆਂ ਦੇ ਸਵਾਲਾਂ ਦੇ ਨਾਲ ਆਪਾਂ ਫਿਰ ਜੁੜਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ, ਬਾਏ ਬਾਏ। ਸੋ ਇਹ ਸੀਗੇ ਅਟਾਰਨੀ ਜਗਵੀਰ ਟਿਰਕੀਆਨਾ ਲਾਅ ਫਰਮ ਤੋਂ। ਅਤੇ ਤੁਹਾਡਾ ਵੀ ਕੋਈ ਇਮੀਗ੍ਰੇਸ਼ਨ ਦਾ ਕੋਈ ਹੋਵੇ ਸਵਾਲ ਤਾਂ ਤੁਸੀਂ ਇਹਨਾਂ ਨੂੰ ਜਿਹੜਾ ਤੁਸੀਂ ਡਾਇਰੈਕਟ ਆਫਿਸ 'ਚ ਕਾਲ ਕਰੋ 4159090503 ਦੇ ਉੱਤੇ। ਅਤੇ ਹੁਣ ਮੈਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।